ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਬਲਕਾਰ ਜੀ ਅਮਰੀਕਾ ਤੇ ਆਪਾਂ ਹਵਾਈ ਜਹਾਜ਼ 'ਚ ਜਾਵਾਂਗੇ, ਡਰੋਨ ਤੇ ਵੀ ਜਾ ਸਕਦੇ ਹਾਂ। ਵੈਸੇ ਡਰੋਨ ਤੇ ਕਹਿੰਦੇ ਕਾਫੀ ਮਜ਼ਬੂਤ ਅੱਜ ਕੱਲ੍ਹ ਬਣ ਗਏ ਨੇ, ਵੱਡੇ ਵੱਡੇ ਵੀ ਬਣ ਗਏ ਨੇ। ਬੜੀ ਲੇਟੈਸਟ ਇਹ ਜਿਹੜੀ ਰਿਸਰਚ ਹੈਗੀ ਨਾ ਡਰੋਨ ਦੀ, ਔਰ ਡਰੋਨ ਤੇ ਦੇਖੋ ਪਾਕਿਸਤਾਨ 'ਚੋਂ ਉੱਡ ਕੇ ਇੱਧਰ ਆ ਰਹੇ ਆ। ਪਾਕਿਸਤਾਨ ਦੇ ਵਿੱਚ ਜੋ ਮਾਰੂ ਹਥਿਆਰ ਉਹ ਆ ਰਿਹਾ ਗਿਆ, ਨਸ਼ਾ ਆ ਰਿਹਾ। ਜਿਹੜੇ ਪੜੋਸੀ ਦੇਸ਼, ਹਰ ਦੇਸ਼ ਦੇ ਵਿੱਚ ਕੁਛ ਨਾ ਕੁਛ ਇਹ ਛੇੜਖਾਨੀ ਹੁੰਦੀ ਰਹਿੰਦੀ ਹੈ। ਦੇਖੋ ਤੁਸੀਂ ਦੱਸੋ ਅਮਰੀਕਾ ਦਾ ਕੀ ਕਹਿ ਰਹੇ ਨੇ? ਅਮਰੀਕਾ ਵੈਸੇ ਡਰੋਨ ਜਦੋਂ ਸ਼ਬਦ ਇਸਤੇਮਾਲ ਹੁੰਦਾ ਮੈਂ ਲੱਗਦਾ ਕਿ ਕੋਈ ਡਰੋਨ ਲੱਗਾ ਸਾਨੂੰ, ਡਰੋਨ। ਸੋ ਦੇਖੋ ਆਹ ਹੈਗਾ ਪੁੱਠਾ ਇਸਤੇਮਾਲ ਜਿਹੜੇ ਪਾਕਿਸਤਾਨ ਤੋਂ ਸਾਨੂੰ ਨਸ਼ੇ ਆਉਂਦੇ ਨੇ, ਖੇਪ ਆਉਂਦੀ ਹੈ ਹਥਿਆਰਾਂ ਦੀ। ਤੇ ਭਾਰਤ ਵੀ ਅਮਰੀਕਾ ਤੋਂ ਡਰੋਨ ਖਰੀਦਣ ਲੱਗਾ ਰੱਖਿਆ ਪ੍ਰਣਾਲੀ ਵਾਸਤੇ, ਸੁਰੱਖਿਆ ਪ੍ਰਣਾਲੀ ਵਾਸਤੇ। ਉਹ ਨੇਵੀ ਵਿੱਚ ਵੀ ਇਸਤੇਮਾਲ ਹੋਏਗਾ, ਉਹ ਜਿਹੜੀ ਸਾਡੀ ਥਲ ਸੈਨਾ ਹੈ, ਮਤਲਬ ਜ਼ਮੀਨੀ ਸੈਨਾ, ਜ਼ਮੀਨੀ ਫੋਰਸ ਹੈ, ਉੱਥੇ ਵੀ ਇਸਤੇਮਾਲ ਹੋਏਗਾ। ਤੇ ਜਿਹੜੀ ਸਾਡੀ 에ਅਰ ਫੋਰਸ ਹੈ ਉਹਦੇ ਕੋਲ ਤਾਂ ਹੈਗੇ ਹੀ ਨੇ। ਇਹ ਸਾਰੀ ਟੈਕਨੋਲੋਜੀ ਹੁਣ ਖਰੀਦਣ ਦੀ ਮਨਜ਼ੂਰੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਹੋ ਰਹੀ ਆ, ਕਿਉਂਕਿ ਹੁਣ 21 ਤਰੀਕ ਨੂੰ ਇੱਥੋਂ ਜਾਣਾ ਉਹਨਾਂ ਨੇ। 24 ਤੱਕ ਉਹਨਾਂ ਦਾ ਆਫੀਸ਼ੀਅਲ ਉੱਥੇ ਜਿਹੜਾ ਸਟੇਟਸ ਰਹੇਗਾ, ਉਹ ਉੱਥੇ ਮਹਿਮਾਨ ਰਹਿਣਗੇ, ਆਫੀਸ਼ੀਅਲ ਵਿਜ਼ਿਟ ਆ ਉਹਨਾਂ ਦੀ। ਲੋਕ ਕਹਿ ਰਹੇ ਭਾਜੇ ਮੋਦੀ ਸਾਹਿਬ ਤਾਂ ਇੰਡੀਆ 'ਚ ਹੈਗਾ ਤੇ ਸੌਦੇ ਪਹਿਲਾਂ ਹੀ ਨੀਅਤ ਹੋਣੇ ਸ਼ੁਰੂ ਹੋ ਗਏ ਹੈ ਨਾ। ਸੌਦੇ ਜਿਹੜੇ ਆ ਉਹ ਸਾਰੇ ਪਹਿਲਾਂ ਹੋ ਗਏ। ਲੋਕ ਤਾਂ ਕਹਿੰਦੇ ਸੀ ਕਿ ਪਤਾ ਨਹੀਂ ਕੀ ਦੁਵੱਲੀ ਗੱਲਬਾਤ ਹੋਣੀ ਹੈ, ਕੀ ਕੁਛ ਹੋਣਾ। ਔਰ ਇਹ ਦੇਖੋ ਪਹਿਲੋਂ F-16 ਜਹਾਜ਼ਾਂ ਦਾ ਵੀ ਸੌਦਾ ਆਇਆ ਸੀਗਾ, ਉਹਦਾ ਵੀ ਰੌਲਾ ਪਿਆ, ਉਹਦੀ ਖਟਪਟੀ ਪਈ ਰਹੀ ਉਹਦੇ ਵਿੱਚ। ਇਹ ਹੁਣ ਸੁਰੱਖਿਆ ਦੇ ਜਿਹੜੀ ਏਜੰਸੀ ਆ ਉਹਨਾਂ ਵੱਲੋਂ ਔਰ ਇਹਨਾਂ ਵੱਲੋਂ ਜਿਹੜੀ ਹੈਗੇ ਡਿਫੈਂਸ ਮਿਨਿਸਟਰ ਉਹਨਾਂ ਵੱਲੋਂ ਓਕੇ ਕਰ ਦਿੱਤਾ ਗਿਆ, ਹਰੀ ਝੰਡੀ ਦਿਖਾ ਦਿੱਤੀ ਗਈ ਹੈ ਕਿ ਸਾਨੂੰ ਚਾਹੀਦੇ ਆ, ਸਾਨੂੰ ਲੈ ਕੇ ਦਿਓ। ਔਰ ਇਹਦੇ ਵਿੱਚ ਕੋਈ 32,000 ਕਰੋੜ ਰੁਪਏ ਦਾ ਖਰਚਾ ਹੈਗਾ, ਬਹੁਤ ਮਹਿੰਗੇ ਹੈਗੇ ਆ। ਔਰ ਮੇਰਾ ਖਿਆਲ ਹੈ ਅਵੇਲੇਬਲ ਵੀ ਇਹਦੇ ਕੋਲ ਹੀ ਆ, ਅਮਰੀਕਾ ਕੋਲ ਹੀ ਆ, ਹੋਰ ਕਿਸੇ ਕੋਲ ਨਹੀਂ ਹੈਗਾ। ਹੁਣ ਉਹਨਾਂ ਨੇ ਜਦੋਂ ਇਹਦੇ ਵਿੱਚ ਚੀਜ਼ ਖਰੀਦਣੀ ਜਾਂ ਵੇਚਣੀ ਹੁੰਦੀ ਉਹ ਦਿਖਾਉਂਦੇ ਆ, ਉਹਨਾਂ ਨੇ ਸੈਂਪਲ ਦਿਖਾ ਚੁੱਕੇ ਆ ਔਰ ਉਹਦੇ ਵਿੱਚ ਸੌਦਾ ਉਹ ਵੀ ਰਿਹਾ ਹੈਗਾ। ਔਰ ਉਹ ਅਜੇ ਆਪਣੇ ਮੋਦੀ ਸਾਹਿਬ ਨੇ ਤਾਂ ਜਾਣਾ ਵਾ, ਪਰ ਉਦੋਂ ਪਹਿਲਾਂ ਇਹ ਸਾਰੀ ਜਿਹੜੀ ਗੱਲਬਾਤ ਹੈ ਇਹ ਓਕੇ ਹੋ ਗਈ ਆ। ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਸੁਰੱਖਿਆ ਏਜੰਸੀਆਂ ਨੇ ਨਾਲ ਇਸ ਕਰਕੇ ਲਿਆ ਕਿ ਇਹਦੇ ਵਿੱਚ ਮਿਸਾਈਲਾਂ ਦੇ ਇੰਡੀਕੇਸ਼ਨ ਵੀ ਹੋਣਗੇ। ਔਰ ਇਹਦੇ ਵਿੱਚ ਜੋ ਕੁਛ ਗੁਬਾਰੇ ਜਿਹੜੇ ਚੱਲਣ ਵਾਲੇ ਸੀਗੇ, ਜਿਹੜੇ ਚਾਈਨਾ ਦਾ ਫੜਿਆ ਗਿਆ ਸੀ ਉਹ ਵੀ ਇਸ ਤਰ੍ਹਾਂ ਦਾ ਗਿਆ ਸੀਗਾ, ਗੁਬਾਰਾ ਵੀ ਨਾਲ ਹੀ। ਔਰ ਇਹ ਖਾਸ ਤੌਰ 'ਤੇ ਅਮਰੀਕਾ ਤਦ ਦੇ ਰਿਹਾ ਹੈਗਾ ਕਿ ਚਾਈਨਾ ਨਾਲ ਵੀ ਆਪਣੀ ਜਿਹੜੀ ਨੀਤੀ ਆ ਉਹ ਬਿਲਕੁਲ ਅਸਾਰੂ ਨਹੀਂ। ਵਿਦੇਸ਼ ਨੀਤੀ ਜਿਹੜੀ ਉਹਨਾਂ ਨਾਲ ਆਪਣੀ ਥੋੜ੍ਹੀ ਜਿਹੀ ਝੰਜਟ ਵਿੱਚ ਹੀ ਪਈ ਰਹਿੰਦੀ ਆ। ਔਰ ਇਸ ਕਰਕੇ ਵੀ ਇਹਨਾਂ ਦਿੱਤਾ ਕਿ ਉਹਦੇ ਲਈ ਰਾਖੀ ਰੱਖਣਾ, ਨੇਪਾਲ ਲੱਦਾਖ ਵਾਲਾ ਏਰੀਆ, ਤਿੱਬਤ ਵਾਲਾ ਏਰੀਆ ਔਰ ਲੇਹ ਵਾਲਾ ਏਰੀਆ ਜਿਹੜਾ ਉਹਦੇ 'ਤੇ ਡਰੋਨ ਵਗੈਰਾ ਛੱਡੇ ਜਾਣਗੇ। ਉਹਦੇ ਵਿੱਚ ਉੱਥੋਂ ਕੈਮਰੇ ਵੀ ਰੱਖੇ ਜਾਣਗੇ ਔਰ ਉਹ ਸਿਕਿਉਰਿਟੀ ਦਾ ਵੀ ਕੰਮ ਕਰਨਗੇ। ਉਹਦੇ ਵਿੱਚ ਬਾਕੀ ਜਿਹੜੀ ਹੈ ਸਿਕਿਉਰਿਟੀ ਨਾਲ ਉੱਧਰ ਵੀ ਜਾ ਕੇ ਪਤਾ ਕਰਨਗੇ ਕਿ ਉਹ ਇੱਥੇ ਕਿੱਥੇ ਇਹਨਾਂ ਦੀ ਆਰਮੀ ਬੈਠੀ ਆ ਔਰ ਸਾਡਾ ਏਰੀਆ 'ਤੇ ਨਹੀਂ ਕਿੱਥੇ ਹੈਗਾ। ਉਹਦੇ ਵਿੱਚ ਕੈਮਰੇ ਲੱਗੇ ਹੋਣਗੇ ਤੇ ਕੈਮਰੇ ਦੱਸਣਗੇ। ਕੁਝ ਏਰੀਆ ਦਾ ਆਪਣਾ ਰੌਲਾ ਪਿਆ ਰਿਹਾ ਹੈਗਾ ਔਰ ਉਹ ਉਸ ਕਰਕੇ ਵੀ ਲਿਆ ਹੈਗਾ। ਕੰਮ ਤਾਂ ਦੇਣਗੇ, ਪਰ ਇਹ ਹੈਗਾ ਵੀ ਸੌਦਾ ਉਦੋਂ ਕੀਤਾ ਗਿਆ ਜਦੋਂ ਮੋਦੀ ਸਾਹਿਬ ਉੱਥੇ ਪਹੁੰਚ ਰਹੇ ਆ। ਹੋ ਸਕਦਾ ਇਹਦੇ ਵਿੱਚ ਕੋਈ ਵੱਡੇ ਲੋਕ ਵੀ ਹੋਣ ਜਿਨ੍ਹਾਂ ਦਾ ਜਸ ਚੱਲਦੀ ਹੈ, ਜਦੋਂ ਉਹਨਾਂ ਵੱਲੋਂ ਹਰੀ ਝੰਡੀ ਹੁੰਦੀ ਤੇ ਸਾਰੇ ਪਾਸੇ ਹਰੀ ਝੰਡੀ ਹੋ ਜਾਂਦੀ ਹੈ। ਉਹ ਨੀਤੀ ਵੀ ਨਾਲ ਚੱਲਦੀ ਹੈ, ਕਿਉਂਕਿ ਉਹ ਦੋਵੇਂ ਪਾਸੇ, ਉਹ ਅਮਰੀਕਾ 'ਚ ਵੀ ਬੈਠੇ ਹੁੰਦੇ ਆ ਅਤੇ ਇੰਡੀਆ ਵਿੱਚ ਵੀ। ਦੋ ਪਾਸਿਆਂ ਤੋਂ ਜਦੋਂ ਹਾਂ ਹੁੰਦੀ ਆ ਤਾਂ ਉਸੇ ਵੇਲੇ ਇਹ ਪੂਰਨੇ ਪੈ ਜਾਂਦੇ ਆ ਅਤੇ ਮੀਲ ਪੱਥਰ ਬਣ ਜਾਂਦਾ। ਗੱਲ ਇਹ ਸੋਚਣ ਵਾਲੀ ਹੈ ਕਿ ਇੰਡੀਆ ਆਪਣੀ ਵਾਰ ਟੈਕਨੋਲੋਜੀ, ਆਪਣੀ ਲੜਾਈ ਦੇ ਸਾਰੇ ਸਾਜੋ ਸਮਾਨ ਤਿਆਰ ਕਰਦਾ ਪਿਆ ਔਰ ਦੂਸਰੀ ਥਾਂ ਤੇ ਭੇਜ ਵੀ ਰਿਹਾ। ਡਰੋਨ ਸਾਡੇ ਭਾਰਤ ਵਿੱਚ ਕਿਉਂ ਨਹੀਂ ਬਣ ਸਕਦੇ? ਸਹੀ ਗੱਲ। ਇਹ ਮੈਂ ਇੱਥੇ ਆਉਣਾ ਚਾਹੁੰਦਾ ਹੈਗਾ। ਮੋਦੀ ਸਾਹਿਬ ਤਾਂ ਕਹਿੰਦੇ ਆ ਕਿ ਜਿਹੜੀ ਮਾਡਰਨ ਟੈਕਨੋਲੋਜੀ ਆ ਅਸੀਂ ਪੂਨੇ ਵਿੱਚ ਸਭ ਕੁਝ ਤਿਆਰ ਕਰ ਦਿੱਤਾ। ਸਾਡੇ ਕੋਲ ਸ਼੍ਰੀ ਹਰੀਕੋਟਾ ਦੇ ਵਿੱਚ ਸਾਰਾ ਕੁਝ ਅਸੀਂ ਲਾਂਚ ਕਰ ਰਹੇ ਹਾਂ, ਰਾਕਟ, ਰਡਾਰ ਔਰ ਮਿਜ਼ਾਈਲਾਂ। ਅਸੀਂ ਇੱਦਾਂ ਗੱਲਾਂ ਕਰਦੇ ਹੋ ਜਦੋਂ। ਹੁਣ ਜਦੋਂ ਅਸੀਂ ਖਰੀਦਦੇ ਹਾਂ ਉਦੋਂ ਨਹੀਂ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਬਣਾਉਂਦੇ ਸੂਈ ਵੀ ਨਹੀਂ, ਤਾਂ ਅਸੀਂ ਗੱਲਾਂ ਬਾਹਰ ਬੜੀਆਂ ਕਰਦੇ ਹਾਂ। ਜੋ ਸਮਾਨ ਆਉਂਦਾ ਅਮਰੀਕਾ 'ਚੋਂ ਆਉਂਦਾ, ਜੋ ਸਮਾਨ ਆਉਂਦਾ ਰਸ਼ੀਆ ਤੋਂ ਆਉਂਦਾ, ਜਹਾਜ਼, ਮਿਜ਼ਾਈਲਾਂ, ਰਡਾਰ, ਹੈ ਨਾ, ਜੋ ਪਰਮਾਣੂ ਸ਼ਕਤੀਆਂ ਦੀਆਂ ਚੀਜ਼ਾਂ ਉਹ ਉੱਥੋਂ ਆਉਂਦੀਆਂ। ਰਹਿੰਦੀਆਂ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਆਉਂਦੀਆਂ। ਤਾਂ ਅਸੀਂ ਕੀ ਕਰਦੇ ਹਾਂ? ਭਾਸ਼ਣ। ਅਸੀਂ ਕੀ ਕਰਦੇ ਹਾਂ? ਗੱਲਾਂ। ਅਸੀਂ ਕੀ ਕਰਦੇ ਹਾਂ? ਲੋਕਾਂ ਨੂੰ ਪਾਗਲ ਬਣਾਉਣ ਦਾ ਜਾਂ ਗੁੰਮਰਾਹ ਕਰਨ ਦੀਆਂ ਗੱਲਾਂ ਕਰਦੇ ਹਾਂ। ਗੱਲ ਇਹ ਹੈ ਨਾ ਕਿ ਹੁਣ ਭਾਰਤ ਦੇ ਵਿੱਚ ਟੈਕਨੋਲੋਜੀ ਬਣਾਉਣ ਵਾਲੇ ਇੰਜੀਨੀਅਰ ਬੈਠੇ ਨੇ, ਕਿਉਂ ਨਹੀਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ? ਖਰੀਦ ਲੈਂਦੇ ਆ ਇੰਜੀਨੀਅਰ, ਸਾਡੇ ਉੱਥੇ ਜਾ ਕੇ ਵਸ ਜਾਂਦੇ ਆ, ਡਾਕਟਰ ਸਾਡੇ ਉੱਥੇ ਬੈਠੇ ਆ। ਦੂਜੀ ਗੱਲ ਮੇਕ ਇਨ ਇੰਡੀਆ, ਇਹ ਸਭ ਚੱਲਦਾ ਪਿਆ ਨਾ। ਸਹੀ ਗੱਲ। ਬੱਬਰ ਸ਼ੇਰ ਜਿਹੜਾ ਬਣਾਇਆ ਹੋਇਆ ਆਪਾਂ ਆਪਣਾ ਲੋਗੋ, ਤੇ ਉਹ ਕੰਮ ਕਰੇ ਹੁਣ ਔਰ ਉਹ ਬਣਾਵੇ ਡਰੋਨ। ਤਾਂ ਇਹਦੇ 'ਚ ਕੀ ਹੁੰਦਾ, ਜਦੋਂ ਆਪਾਂ ਵਿਦੇਸ਼ਾਂ ਤੋਂ ਖਰੀਦਦੇ ਹਾਂ ਤੇ ਸਾਨੂੰ ਉਹ ਆਊਟਡੇਟਿਡ ਟੈਕਨੋਲੋਜੀ ਦਿੰਦੇ ਨੇ, ਸਾਨੂੰ ਨਵੀਂ ਟੈਕਨੋਲੋਜੀ ਨਹੀਂ ਦਿੰਦੇ, ਆਪਣੀ ਟੱਕਰ ਦੀ ਟੈਕਨੋਲੋਜੀ ਨਹੀਂ ਦਿੰਦੇ। ਜਿਹੜੀ 10 ਸਾਲ ਪੁਰਾਣੀ ਹੁੰਦੀ ਹੈ ਉਹ ਦਿੰਦੇ ਨੇ। ਉਹਨਾਂ ਨੇ ਆਪਣਾ ਨਾ ਸਟੋਰ ਖਾਲੀ ਕਰਨਾ ਹੁੰਦਾ, ਕਬਾੜ ਖਾਲੀ ਕਰਨਾ ਹੁੰਦਾ। ਅਸਲ 'ਚ ਪਤਾ ਕੀ ਕਰਦਾ ਅਮਰੀਕਾ?
ਪਹਿਲਾਂ ਤਾਂ ਪੜੋਸੀ ਦੇਸ਼ਾਂ ਨੂੰ ਦੇ ਦਿੰਦਾ। ਹੁਣ ਜਿਹੜੇ ਡਰੋਨ ਚੱਲ ਰਹੇ ਆ ਪਾਕਿਸਤਾਨ ਤੁਹਾਡਾ ਇਰਾਦਾ ਬਣਾਉਂਦਾ, ਪਾਕਿਸਤਾਨ 'ਚ ਤਾਂ ਕੁਝ ਨਹੀਂ ਬਣਦਾ, ਉਹ ਵੀ ਸਾਡੇ ਵਰਗਾ ਹੀ ਆ, ਸਾਡੇ 'ਚੋਂ ਵੀ ਵੱਖਰੇ ਹੋਏ ਆ, ਉਹਨਾਂ ਕੀ ਬਣਾ ਲਿਆ ਤੇ ਸਾਡੇ ਕੋਲ ਕੀ ਰਹਿ ਗਿਆ। ਉਹਨਾਂ ਦੇ ਡਰੋਨ ਜਦੋਂ ਚੱਲਦੇ ਆ ਇੱਥੋਂ ਆਪਣੇ BSF ਵਾਲੇ ਉਹਨਾਂ ਨੂੰ ਮਾਰ ਕੇ ਸੁੱਟਦੇ ਵੀ ਹੈਗੇ ਆ, ਕੰਟਰੋਲ ਰੂਮ ਉਹਨਾਂ ਕੋਲ ਹੁੰਦਾ, ਰਿਮੋਟ ਉਹਨਾਂ ਕੋਲ ਹੁੰਦਾ, ਸਾਰਾ ਕੁਝ ਚੱਲ ਕੇ ਇੱਧਰ ਉਹ ਸੁੱਟ ਜਾਂਦੇ, ਕਈ ਵਾਰੀ ਵੈਪਨ ਸੁੱਟ ਜਾਂਦੇ ਆ, ਕਈ ਵਾਰੀ ਉਹ ਜਿਹੜਾ ਹੈਗਾ ਨਸ਼ੇ ਸੁੱਟ ਜਾਂਦੇ ਆ ਡਰੋਨ ਥੱਲੇ ਆ ਕੇ। ਔਰ ਉਹ ਹੁਣ ਉਹਨਾਂ ਦੀ ਜਿਹੜੀ ਰੀਸ ਕਰਨ ਲਈ ਇਹ ਲੈ ਰਹੇ ਆ। ਇਹਨਾਂ ਦਾ ਇਰਾਦਾ ਵੀ ਅੰਦਰ ਖਾਤੇ ਐਵੇਂ ਹੀ ਭੇਜਾਂਗੇ ਉੱਧਰ, ਇਹ ਭੇਜ ਨਹੀਂ ਸਕਦੇ, ਉਹ ਭੇਜ ਦਿੰਦੇ। ਉਹ ਬੜੇ ਵਾਰੀਅਰ ਲੋਕ ਹੈਗੇ ਆ ਪਾਕਿਸਤਾਨ ਦੇ, ਪਠਾਨ ਔਰ ਮੁਗਲ ਬੈਠੇ ਉੱਧਰ, ਉਹ ਸਾਰੇ ਉਹ ਨਹੀਂ ਲੜਨ ਤੋਂ ਡਰਦੇ। ਅਸੀਂ ਡਰਦੇ ਵੀ ਹਾਂ, ਗੱਲਾਂ ਵੀ ਕਰਦੇ ਹਾਂ, ਤੇ ਅਸੀਂ ਕਹਿੰਦੇ ਸਾਡੇ ਕੋਲ ਵੈਪਨ ਵੀ ਹੈਗੇ, ਤੇ ਕਰਦੇ ਅਸੀਂ ਡੱਕਾ ਵੀ ਨਹੀਂ। ਗੱਲ ਇਹ ਹੈ ਨਾ ਕਿ ਇਹ ਜਿਹੜੇ ਡਰੋਨ ਨੇ ਇਹ ਕਿਸ ਲੈਵਲ ਦੇ ਨੇ, ਕਿਉਂਕਿ ਕਈ ਡਰੋਨ ਇਦਾਂ ਦੇ ਵੀ ਨੇ ਜਿਹੜੇ ਨਿਊਕਲੀਅਰ ਵੈਪਨਸ ਵੀ ਲੈ ਕੇ ਜਾ ਸਕਦੇ, ਇੱਥੋਂ ਤੱਕ ਡਿਵੈਲਪ ਟੈਕਨੋਲੋਜੀ ਆ। ਹੁਣ ਪਿੱਛੇ ਜੇ ਇੱਕ ਅੱਤਵਾਦੀ ਨੂੰ ਮਾਰਿਆ ਸੀ ਅਮਰੀਕਾ ਦੇ ਡਰੋਨ ਨੇ, ਤਾਂ ਉਹ ਇਦਾਂ ਤਰ੍ਹਾਂ ਹੀ ਸਪੈਸ਼ਲ ਡਰੋਨ ਇਸਤੇਮਾਲ ਕੀਤਾ ਗਿਆ ਸੀ, ਜਿਸ ਨੇ ਉਸਨੂੰ ਬਕਾਇਦਾ ਹਥਿਆਰ ਜਿੱਦਾਂ ਮਿਜ਼ਾਈਲ ਮਾਰੀ ਜਾਂਦੀ ਹੈ ਡਰੋਨ ਦੇ ਵਿੱਚ ਲੋਡ ਕਰਕੇ ਭੇਜੀ ਗਈ ਸੀ, ਉਹਨੂੰ ਮਾਰਿਆ ਸੀ। ਉਹ ਖਿੜਕੀ ਦੇ ਵਿੱਚ ਖੜਾ ਸੀ, ਟਾਕੀ ਦੇ ਵਿੱਚ ਖੜਾ ਸੀ, ਉੱਥੇ ਮਾਰਿਆ ਸੀ। ਹੁਣ ਇਹ ਕਿਸ ਲੈਵਲ ਦੇ ਨੇ ਇਹ ਤਾਂ ਸਾਨੂੰ ਨਹੀਂ ਪਤਾ। ਮਿਜ਼ਾਈਲ ਲੈ ਕੇ ਜਾਂਦਾ, ਮਿਜ਼ਾਈਲ ਹੁੰਦੀ ਇਹਦੇ 'ਚ, ਬਿਲਕੁਲ ਹੁੰਦੀ ਹੈ, ਔਰ ਅਲੱਗ-ਅਲੱਗ ਲੈਵਲ ਨੇ। ਕੰਟਰੋਲ ਰੂਮ ਥੱਲੇ ਹੁੰਦਾ। ਜੀ ਔਰ ਇਹ ਹੁਣ ਪਤਾ ਨਹੀਂ ਕਿਸ ਲੈਵਲ ਦੇ ਨੇ। ਇਹ ਤਾਂ ਹੁਣ ਜਦੋਂ ਸਾਰਾ ਰਾਜ਼ ਖੁੱਲੇਗਾ, ਸਾਰਾ ਸੌਦਾ ਕੀ ਹੋਇਆ ਹੈ, ਉਹਦੀ ਮਾਰ ਕਿੰਨੀ ਹੈ, ਉਹ ਕਿਉਂ ਖਰੀਦੇ ਗਏ ਨੇ, ਕਿੱਥੇ ਉਹਨਾਂ ਨੂੰ ਇੰਸਟਾਲ ਕੀਤਾ ਜਾਣਾ, ਇਹ ਸਭ ਕੁਝ ਜਦੋਂ ਰਾਜ਼ ਖੁੱਲਣਗੇ ਫਿਰ ਉਹ ਡਿਸਕਸ਼ਨ ਦਾ ਮੁੱਦਾ ਬਣੇਗਾ ਕਿ ਉਹਦੇ ਉੱਤੇ ਡਿਸਕਸ ਕਰ ਸਕਦੇ ਹਾਂ। ਹਜੇ ਤਾਂ ਸਿਰਫ ਇਹ ਹੈ ਕਿ ਇੱਕ ਦੋਸਤੀ ਯਾਰੀ ਦੋਸਤੀ ਹੈ, ਔਰ ਜਿਹਨੂੰ ਆਪਾਂ ਕਹਿੰਦੇ ਜੱਫੀ ਪਾਉਣ ਚੱਲੇ ਨੇ। ਜੱਫੀ ਪਾਉਣ ਤੋਂ ਬਾਅਦ ਆਹ ਚੀਜ਼ਾਂ ਖਰੀਦੋ ਫਰੋਖਤ ਹੋਣੀਆਂ ਨੇ, ਦੇਖੋ ਇਹਦਾ ਨਤੀਜਾ ਕੀ ਨਿਕਲਦਾ। ਅਗਲੀ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨਾਲ ਉਹ ਗੜਬੜ ਹੋਈ ਹੈ ਸਾਰੀ, ਤੇ ਉਸ ਵਿੱਚ ਉਹ ਚੱਕਰ ਵਿੱਚ ਪਏ ਹੋਏ ਨੇ। ਹੁਣ ਉਹਦੀ ਕੀ ਇਨਵੈਸਟੀਗੇਸ਼ਨ ਹੈ, ਉਹ ਸਾਰੀ ਰਿਪੋਰਟ ਉਹ ਵੀ ਦੇਖਣੀ ਹੈ ਕਿ ਧੋਖਾਧੜੀ ਮਾਮਲਾ ਹੈ ਕਿ ਕਸੂਰ ਕਿਹਦਾ ਹੈ। ਟਰੂਡੋ ਸਾਹਿਬ ਕਹਿੰਦੇ ਨੇ ਕਿ ਇਹਦੇ ਵਿੱਚ ਜਿਹੜੇ ਭੇਜਣ ਵਾਲੇ ਨੇ, ਏਜੰਟਸ ਨੇ, ਉਹਨਾਂ ਨੂੰ ਧਰ ਪਕੜਿਆ ਜਾਵੇ, ਕਿਉਂਕਿ ਉਹਨਾਂ ਦਾ ਸਾਰਾ ਇਹ ਕੀਤਾ ਕਤਰਾ ਹੈ ਸਾਰਾ ਕੁਝ। ਇਸ ਕਰਕੇ ਜਿਹੜੇ ਸਟੂਡੈਂਟਸ ਨੇ ਉਹ ਸ਼ਿਕਾਰ ਹੋਏ ਨੇ ਇਸ ਧੋਖਾਧੜੀ ਦਾ। ਵੈਸੇ ਗੱਲ ਆ ਕੇ ਨਿਬੜਦੀ ਤਾਂ ਐਮਬੈਸੀਆਂ 'ਤੇ ਹੈਗੇ, ਦੋਨੇ ਐਮਬੈਸੀਆਂ ਬੈਠੀਆਂ ਉੱਥੇ ਉਹਨਾਂ ਦੇ ਅਧਿਕਾਰੀ ਬੈਠੇ ਆ, ਉਹ ਸਾਰੇ ਕਾਗਜ਼ਾਂ ਦੀ, ਸਾਰੇ ਜਿਹੜੇ ਡਾਕੂਮੈਂਟਸ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਆ, ਦੇਖਦੇ ਆ ਕਿੱਥੋਂ ਇਸ਼ੂ ਹੋਏ ਆ, ਕਿਹਨੇ ਇਸ਼ੂ ਕੀਤੀ ਹੈ, ਪੜ੍ਹਿਆ ਵੀ ਹੈ ਕਿ ਨਹੀਂ ਪੜ੍ਹਿਆ, ਇਹਦਾ ਐਕਸਪੀਰੀਅੰਸ ਵੀ ਹੈ ਕਿ ਨਹੀਂ ਹੈਗਾ। ਐਮਬੈਸੀ ਕਦ ਲਈ ਬੈਠੀ ਇਹੀ ਕੰਮ ਕਰਦੀ ਹੈ। ਜੇ ਐਮਬੈਸੀ 'ਚ ਹੀ ਹੁਣ ਤਾਂ ਹੀ ਰਹੇਗੀ, ਐਮਬੈਸੀ ਨੇ ਜੇ ਉਹਨੂੰ ਨਹੀਂ ਤਰੀਕੇ ਨਾਲ ਵੇਖਿਆ, ਤੇ ਫਿਰ ਦੁੱਖ ਕੌਣ ਹੰਢਾ ਰਹੇ ਆ? ਬੱਚੇ। ਔਰ ਇਹਦੇ ਵਿੱਚ ਇਨਵੋਲਵਡ ਕਿਹੜੇ ਹੈਗੇ ਆ? ਟਰੈਵਲ ਏਜੰਟ, ਇਮੀਗ੍ਰੇਸ਼ਨ ਵਾਲੇ, ਐਮਬੈਸੀਆਂ ਜਿਹੜੀਆਂ ਉਹ ਇਨਵੋਲਵਡ ਹੈਗੀਆਂ। ਔਰ ਇਹਦੇ 'ਚ ਜਿਹੜੇ ਬਾਕੀ ਜਿਹੜੇ ਕਾਗਜ਼ ਦਿੰਦੇ ਆ, ਜਿਹੜੇ ਬਣਾ ਕੇ ਭੇਜਦੇ ਆ, ਹੁਣ ਜਿਹੜੇ ਫਰੀਜ਼ਰ ਨੇ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ, ਉਹਨਾਂ ਨੂੰ ਹਦਾਇਤਾਂ ਹੋ ਗਈਆਂ ਕਿ ਤੁਸੀਂ ਜਿਹੜੀ ਜਾਂਚ ਪੜਤਾਲ ਹੈ ਵਿਅਕਤੀਗਤ ਤੌਰ 'ਤੇ ਕਰੋ। ਇੱਕ ਬੱਚੇ ਦਾ ਕਰ ਰਹੇ ਆ ਤਾਂ ਉਹਦਾ ਪਤਾ ਕਰੋ ਕਿ ਕਾਗਜ਼ ਕੀ ਹੈ, ਕਿੱਥੋਂ ਆਏ, ਕਿਹਦੇ ਲਈ ਆਏ ਆ, ਔਰ ਉਹਦੇ ਵਿੱਚ ਕੌਣ ਇਨਵੋਲਵਡ ਹੈਗਾ। ਉਹ ਕਹਿੰਦੇ ਇਕੱਲਾ ਬੱਚਾ ਨਹੀਂ ਹੈਗਾ, ਬੱਚਾ ਟਰੈਵਲ ਏਜੰਟ 'ਤੇ ਹੈਗਾ, ਐਮਬੈਸੀ ਵੀ ਹੈਗੀ ਆ, ਔਰ ਇਹਦੇ 'ਚ ਇਸ਼ੂ ਕਰਨ ਵਾਲੇ ਵੀ ਹੈਗੇ। ਇਹ 4 ਐਂਗਲ ਤੋਂ ਉਹਨਾਂ ਨੇ ਦੇਖਿਆ। ਔਰ ਉਹ ਕਹਿੰਦੇ ਕਿ ਜੇ ਅਸੀਂ ਜਿਹਨੂੰ ਫੜਾਂਗੇ ਉਹਨੂੰ ਤਾਂ ਅਸੀਂ ਦੂਰ ਪਹੁੰਚਾਵਾਂਗੇ। ਇੱਕ ਉਹਨਾਂ ਨੇ ਹੋਰ ਕਿਹਾ ਕਿ ਜਿਹੜੇ ਬੱਚੇ ਸਟੂਡੈਂਟ ਦੇ ਤੌਰ 'ਤੇ ਜਾਂਦੇ ਆ, ਇਹ ਪਹਿਲਾਂ ਪੜਤਾਲ ਕੀਤੀ ਜਾਊਗੀ ਕਿ ਵੈਦਰ ਹੀ ਇਜ਼ ਗੋਇੰਗ ਟੂ ਗੈਟ ਐਜੂਕੇਸ਼ਨ ਔਰ ਟੂ ਟੇਕ ਏ PR। ਔਰ PR ਲੈਣ ਤੋਂ ਬਾਅਦ ਇਹਨਾਂ ਨੇ, ਕਈਆਂ ਦਾ ਮਨਸ਼ਾ ਹੁੰਦਾ ਕਿ PR ਹੀ ਲਓ, ਕਈ ਪੜ੍ਹਨ ਜਾਂਦੇ ਆ। ਹੁਣ ਆਂਦੇ ਉਹ 'ਚੋਂ ਇਹ ਪਰਪਸ ਵੇਖਾਂਗੇ ਕਿ ਉਹ ਕੀ ਕਰਨਾ। ਜਿਹੜਾ ਉਹ ਇੱਕ ਵਾਰੀ ਕਰੀ ਮਜ਼ਾਈਆ ਗੱਲ ਹੀ ਹੈਗੀ ਆ, ਜਦੋਂ ਕਿਸੇ ਨੇ ਫਾਰਮ ਭਰਿਆ ਐਮਬੈਸੀ ਲਈ ਔਰ ਬਾਹਰ ਉਹਨੇ ਉਹਦਾ ਪਰਪਸ ਉਹਨਾਂ ਪੁੱਛਿਆ, ਕਹਿੰਦਾ ਮਾਈ ਪਰਪਸ ਇਜ਼ ਹਾਇਰ ਸਟੱਡੀ। ਤੋ ਆਂਦੇ ਵੀ ਸਾਈਨਡ ਔਨ ਦਾ ਫਾਰਮ, ਤੋ ਆਂਦਾ ਉਹਨੇ ਦਿੱਤਾ ਉਹਨੂੰ ਅੰਗੂਠਾ, ਆਂਦਾ ਲਓ ਮੇਰਾ ਅੰਗੂਠਾ ਲਵਾ ਲਓ, ਤੇ ਜਾ ਰਿਹਾ ਹਾਇਰ ਸਟੱਡੀ ਲਈ। ਜਿਹਨੂੰ ਪੜ੍ਹਿਆ ਕੱਖ ਨਹੀਂ ਗਾ ਤਾਂ ਉਹਨੇ ਹਾਇਰ ਸਟੱਡੀ ਕੀ ਕਰਨੀ ਹੈ। ਇਹ ਹਾਲਤ ਹੁੰਦੀ ਹੈ। ਇਹ ਮੁੰਡੇ ਕਿੱਥੋਂ ਫੜੇ ਗਏ? ਮੁੰਡੇ ਇਸ ਤਰ੍ਹਾਂ ਫੜੇ ਗਏ ਕਿ ਪਹਿਲਾਂ ਤਾਂ ਸਟੱਡੀ ਹੋ ਗਈ ਪੂਰੀ, ਉਹ ਤੋਂ ਬਾਅਦ ਵਰਕ ਪਰਮਿਟ ਵੀ ਲੱਗ ਗਿਆ। ਜਦੋਂ PR ਮੰਗੀ ਹੈ, ਜਿਹੜੀ ਉੱਥੋਂ ਦੀ ਸੁਰੱਖਿਆ ਏਜੰਸੀ ਆ, ਡਿਫੈਂਸ ਹੈਗੀ, ਉਹਨੂੰ ਪਤਾ ਲੱਗ ਗਿਆ, ਜਿਹੜੀ ਸਰਹੱਦਾਂ 'ਤੇ ਬੈਠਦੀ ਹੈ, ਉਹਨਾਂ ਨੂੰ ਪਤਾ ਲੱਗਾ। ਉਹਨਾਂ ਜਦੋਂ ਕਾਗਜ਼ ਪੱਤਰ ਵੇਖੇ, ਜਦੋਂ ਕਾਗਜ਼ ਪੱਤਰ ਡਾਕੂਮੈਂਟਸ ਉਹਨਾਂ ਨੇ ਵੈਰੀਫਾਈ ਕੀਤੇ, ਉਹ ਫੇਕ ਨਿਕਲੇ। ਹੁਣ ਇਹਦੇ 'ਚ ਦੱਸੋ, ਤੇ ਸਾਈਨ ਜਿਹੜੇ ਫਾਰਮਾਂ 'ਤੇ ਹੋਏ ਆ ਉਹ ਟਰੈਵਲ ਏਜੰਟ ਦੇ ਹੈ ਹੀ ਨਹੀਂ। ਉਹਨਾਂ ਨੇ ਨਾ ਫਾਰਮ ਭਰਿਆ, ਨਾ ਸਾਈਨ ਕੀਤੇ ਆ। ਫਾਰਮ 'ਤੇ ਸਾਈਨ ਕੀਤੇ ਮੁੰਡਿਆਂ ਨੇ, ਜਾਂ ਉਹਨਾਂ ਦੇ ਕੋਈ ਵਿਟਨੈਸ ਹੈਗੀਆਂ, ਗਵਾਹੀਆਂ, ਉਹਨਾਂ ਨੇ ਕੀਤੇ ਆ। ਉਹ ਬੰਦਾ ਬਿਲਕੁਲ ਬਾਹਰ ਆ, ਉਹਦੀ ਤਾਂ ਰਿਟਨ ਹੈ ਹੀ ਕੋਈ ਨਹੀਂ, ਉਹਨੂੰ ਕਿੱਦਾਂ ਇਨਕਲੂਡ ਹੋ ਜਾਵੇ ਵਿੱਚ? ਉਹ ਜਿਹੜਾ ਬ੍ਰਿਜ ਮਿਸ਼ਰਾ ਹੈਗਾ ਇੱਥੋਂ ਦਾ, ਜਿਹੜਾ ਜਲੰਧਰ ਤੋਂ ਸੀਗਾ, ਬੱਸ ਸਟੈਂਡ ਦੇ ਰਾਊਂਡ ਇਹਨਾਂ ਦੇ ਟਰੈਵਲ ਏਜੰਟੀ ਦੇ ਬਹੁਤ ਹੈਗੇ ਲੋਕ, ਟਰੈਵਲ ਏਜੰਟ ਬੈਠੇ ਆ। ਹੁਣ ਇਹਦੇ 'ਚ ਇਸ ਵੇਲੇ ਜਿਹੜੀ ਸਤਰਕ ਹੋ ਗਈ ਆ ਕੈਨੇਡੀਅਨ ਗੌਰਮੈਂਟ ਵੀ, ਦੂਜੇ ਪਾਸੇ ਇੰਡੀਅਨ ਵੀ ਹੋ ਜਾਊਗੀ, ਦੂਜੇ ਪਾਸੇ ਪੰਜਾਬ ਗੌਰਮੈਂਟ ਨੂੰ ਹਦਾਇਤਾਂ ਹੋ ਗਈਆਂ ਕਿ ਤੁਸੀਂ ਖੁਦ ਵੇਖੋ, ਤੁਹਾਡੇ ਸਭ ਤੋਂ ਜ਼ਿਆਦਾ ਮੁੰਡੇ ਪੰਜਾਬ ਦੇ ਆ, ਅਤੇ ਤੁਸੀਂ ਸੁੱਤੇ ਪਏ ਜੇ, ਔਰ ਤੁਹਾਨੂੰ ਪਤਾ ਨਹੀਂ ਹੈਗਾ ਕਿ ਇੱਥੇ ਕੀ ਹੋ ਰਿਹਾ, ਕੌਣ ਕਰ ਰਿਹਾ, ਕਾਗਜ਼ ਕਿੱਥੋਂ ਇਸ਼ੂ ਹੋ ਰਿਹਾ। ਇਹ ਜਿਹੜੀ ਏਜੰਸੀਆਂ ਨੇ, ਵਿਜੀਲੈਂਸ ਹੈ ਕੀ ਕਰਦੀ ਹੈਗੀ, ਜਾਂ CID ਜਾਂ ਜਿਹੜੀਆਂ ਇੱਥੇ
ਖੁਫੀਆ ਏਜੰਸੀਆਂ ਉਹ ਕੀ ਕਰਦੀਆਂ, ਉਹ ਪੋਲੀਟੀਕਲ ਲੀਡਰਾਂ ਦੇ ਮਗਰ ਹੀ ਲੱਗੀਆਂ। ਜਿਹੜੇ ਬਾਕੀ ਹੋ ਰਿਹਾ ਝੂਠੇ ਸਰਟੀਫਿਕੇਟ ਬਣ ਰਹੇ, ਲੋਕਾਂ ਨੇ ਨੌਕਰੀਆਂ ਬਹੁਤ ਲੈ ਲਈਆਂ, ਜਿਸ 'ਚ SC ਤੇ ST ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ, ਉਹ ਵੀ ਤਾਂ ਬੰਦੇ ਫੜੇ ਗਏ ਆ, ਪਤਾ ਲੱਗ ਗਿਆ ਹੈਗਾ। ਔਰ ਇੱਥੇ ਕੀ ਆ, ਇੱਕ ਨੂੰ ਕਿ ਰੋਨੀਆ ਹਵਾ ਉੱਤਿਆ ਪਿਆ। ਅਸੀਂ ਕੈਨੇਡਾ ਗੌਰਮੈਂਟ ਲਈ ਕਹਿੰਦੇ ਹਾਂ, ਗੌਰਮੈਂਟ ਫਿਰ ਵੀ ਲੀਨੀਅਟ ਹੈ, ਬੜੀ ਅੱਛੀ ਤਾਂ ਸਾਰੂ ਸੋਚ ਨਾਲ ਚੱਲੀ, ਉਹਨਾਂ ਬੱਚਿਆਂ ਨੂੰ ਪਤਾ ਤੰਗ ਨਹੀਂ ਕੀਤਾ। ਹੁਣ ਇਸ ਵੇਲੇ ਭੋਖ ਪੜਤਾਲ ਚੱਲ ਪਈ ਆ, ਉਹਦੇ 'ਚ ਪਤਾ ਲੱਗ ਜੂਗਾ ਕਿ ਇਮੀਗ੍ਰੇਸ਼ਨ ਨੂੰ ਉੱਥੇ ਹਦਾਇਤਾਂ ਹੋ ਗਈਆਂ ਕਿ ਤੁਸੀਂ ਇਮੀਡੀਏਟ ਇਹਨਾਂ ਨੂੰ ਇੱਥੋਂ ਨਾ ਖਦੇੜੋ, ਨਾ ਭੇਜੋ, ਇਹਨਾਂ ਦਾ ਇਨਕੁਆਇਰੀ ਕਰੋ। ਅਜੇ ਪੱਕੇ ਤੌਰ 'ਤੇ ਨਹੀਂ ਕਿਹਾ ਜਾਂਦਾ ਕਿ ਉਹਨਾਂ ਨੂੰ ਉੱਥੇ PR ਦੇ ਦੇਣਗੇ, ਅਜੇ ਸਾਰਾ ਕੁਝ ਵੈਰੀਫਾਈ ਦੁਬਾਰਾ ਹੋਣਾ। ਇਸ ਕਰਕੇ ਹੋਣਾ ਕਿ ਕਾਗਜ਼ ਪੱਤਰ ਤਾਂ ਝੂਠੇ ਆ, ਹੁਣ ਕਿਸ ਬਣਾ 'ਤੇ ਦੇ ਦੇਣਗੇ, ਜਦੋਂ ਫੜਨਗੇ ਬੰਦਿਆਂ ਨੂੰ ਪਤਾ ਲੱਗ ਜੂਗਾ ਸਾਰਾ ਕੁਝ। ਕਦੇ ਵੀ ਝੂਠੇ ਪੇਪਰਾਂ 'ਤੇ ਕੋਈ ਜਿਹੜੀ ਗੱਲ ਨਹੀਂ ਬਣਨੀ, ਕੱਲ੍ਹ ਨੂੰ ਫਿਰ ਲੋਕ ਕਲੇਮ ਕਰਨਗੇ ਬਾਕੀ ਵੀ ਤੁਸੀਂ ਉਹਨਾਂ ਨੂੰ ਦਿੱਤਾ, ਸਾਨੂੰ ਕਿਉਂ ਨਹੀਂ ਦਿੰਦੇ। ਕਈ ਚੀਜ਼ਾਂ 'ਚ ਐਮਬੈਸੀ ਵੀ ਫਸਦੀ ਆ, ਸਭ ਫਸਦੇ ਨੇ, ਕਿਉਂਕਿ ਜਿੱਥੇ ਪੈਸੇ ਪਿੱਛੇ ਇਹ ਧੋਖਾਧੜੀ ਹੁੰਦੀ ਹੈ ਤਾਂ ਕੋਈ ਖਿਆਲ ਨਹੀਂ ਕੀਤਾ ਜਾਂਦਾ ਕਿ ਵਿਦਿਆਰਥੀ ਦਾ ਜੀਵਨ ਬਰਬਾਦ ਹੋ ਸਕਦਾ ਹੈ। ਇਹ ਚੀਜ਼ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਔਰ ਦੂਜਾ, ਮਾਂ-ਬਾਪ ਨੂੰ ਇਹ ਦੇਖਣਾ ਚਾਹੀਦਾ ਹੈ, ਜਿਹਨੂੰ ਦੇਖੋ ਮੂੰਹ ਚੱਕ ਕੇ ਕੈਨੇਡਾ, ਜਿਹਨੂੰ ਦੇਖੋ ਮੂੰਹ ਚੱਕ ਕੇ ਅਮਰੀਕਾ, ਉਹ ਇੱਥੇ ਕੁਝ ਨਹੀਂ ਹੈਗਾ। ਹਰ ਬੰਦਾ ਉੱਥੇ 25-25 ਲੱਖ 30-30 ਲੱਖ ਦੇ ਕੇ ਉੱਥੇ ਜਾ ਕੇ ਮਜ਼ਦੂਰੀਆਂ ਕਰਦੇ ਪਏ ਹੋ। ਜਾਂ ਤਾਂ ਤੁਹਾਡੀ ਸਟੱਡੀ ਉਸ ਲੈਵਲ ਦੀ ਹੋਵੇ, ਤੁਹਾਨੂੰ ਉੱਥੋਂ ਕਿਸੇ ਕੰਪਨੀ ਨੇ ਆਫਰ ਲੈਟਰ ਦਿੱਤਾ ਹੋਵੇ ਕਿ ਆਓ ਇੱਥੇ ਜੌਬ ਕਰੋ, ਉੱਥੇ ਜਾ ਕੇ ਮਜ਼ਦੂਰੀ ਕਰਨੀ, ਉੱਥੋਂ ਜੀ ਪੈਸੇ ਬਹੁਤ ਕਮਾਵਾਂਗੇ, ਕਰੰਸੀ ਦਾ ਬਹੁਤ ਫਰਕ ਹੈ, ਇਸ ਕਰਕੇ ਉੱਥੇ 2-3 ਲੱਖ ਰੁਪਏ ਮਹੀਨਾ ਬਣ ਜਾਊਗਾ। ਇੱਦਾਂ ਦੀਆਂ ਗੱਲਾਂ ਕਰਦੇ ਹੋ, ਉੱਥੇ ਜਾ ਕੇ ਮਿੱਟੀ ਨਾਲ ਮਿੱਟੀ ਹੁੰਦੇ ਫਿਰਦੇ ਹੋ, ਪਤਾ ਨਹੀਂ ਕੀ ਕੁਝ ਕਰਦੇ ਫਿਰਦੇ ਹੋ। ਉਹੀ 25 ਲੱਖ ਜੇ ਇੱਥੇ ਤੁਸੀਂ ਖਰਚੋ, ਕੋਈ ਨਾ ਕੋਈ ਕੰਮ ਸ਼ੁਰੂ ਕਰੋ, ਨਾਲੇ ਮਾਂ-ਬਾਪ ਦੇ ਕੋਲ ਰਹੋਗੇ, ਉਹਨਾਂ ਦਾ ਸਹਾਰਾ ਬਣੋਗੇ। 25 ਲੱਖ ਨਾਲ ਨਹੀਂ, ਇਹਦੇ ਨਾਲੋਂ ਜ਼ਿਆਦਾ। 25 ਲੱਖ ਤਾਂ ਸਿਰਫ ਜਿਹੜੀ ਫੀਸਾਂ ਕਾਲਜ ਤੇ ਯੂਨੀਵਰਸਿਟੀ ਦੀਆਂ, ਐਮਬੈਸੀ ਦੀ ਫੀਸ ਪਲੱਸ ਜਿਹੜਾ ਤੁਹਾਡਾ ਕਿਤਾਬਾਂ, ਫਿਰ ਪਲੱਸ ਤੁਹਾਡਾ ਆਵਾਜਾਈ ਆਉਣ ਜਾਣ, ਜਿਹੜਾ ਉੱਥੇ ਤੁਸੀਂ ਜਾ ਰਹੇ ਜੇ, ਖਾਣ ਪੀਣ ਰਹਿਣਾ, ਉਹ ਪਾ ਲਾ ਕੇ 40 ਲੱਖ ਤੋਂ ਉੱਪਰ ਹੀ ਜਾਂਦਾ। ਔਰ ਪਰ ਹੈੱਡ ਇੰਨਾ ਪੈਸਾ ਜਾਂਦਾ। ਇਹਦੇ ਨਾਲ ਅਮੀਰ ਕੌਣ ਹੋ ਰਿਹਾ? ਜਿਹੜਾ ਇਟਸੈਲਫ ਪਹਿਲਾਂ ਅਮੀਰਾਂ ਨੂੰ ਫਿਰ ਅਮੀਰ ਕਰ ਰਿਹਾ। ਫੀਸਾਂ ਉੱਥੇ ਜਾ ਰਹੀਆਂ, ਸਾਰਾ ਖਾਣਾ ਪੀਣਾ ਉੱਥੇ ਆ, ਤੁਸੀਂ ਰਹਿਣਾ ਸਹਿਣਾ ਉੱਥੇ ਆ, ਸਾਰਾ ਕੁਝ ਉਸ ਦੇਸ਼ ਨੂੰ ਹੋਰ ਰਿਚ ਕਰਨ ਲਈ ਅਸੀਂ ਇਹ ਜਿਹੜਾ ਸਾਰਾ ਕੁਝ ਰਚਿਆ ਪਿਆ ਹੈਗਾ। ਔਰ ਇਹਦੇ ਵਿੱਚ ਦੂਜੀ ਗੱਲਾਂ ਹੈਗੀਆਂ ਕਿ ਜੇ ਅਸੀਂ ਸੋਚੀਏ, ਬੱਚੇ ਵੀ ਇਸ ਗੱਲੋਂ ਸੱਚੇ ਹੈਗੇ। ਪੰਜਾਬ 'ਚ ਵੀ ਕੀ ਰਹਿ ਗਿਆ? ਨੌਕਰੀ ਇੱਥੇ ਨਹੀਂ ਹੈ ਨਾ, ਨਸ਼ਾ ਇੱਥੇ ਜ਼ਿਆਦਾ ਵੱਧ ਗਿਆ, ਗੈਂਗਸਟਰ ਇੱਥੇ ਆ ਗਏ, ਅਤੇ ਜਿਹੜੇ ਸ਼ਾਂਤਮਈ ਜਿਹੜੇ ਨੌਜਵਾਨ ਮੁੰਡੇ ਨੇ, ਉਹਨਾਂ ਲਈ ਜਿਹੜੇ ਸ਼ਰੀਫ ਮੁੰਡੇ ਆ, ਪੜ੍ਹਨ ਯੋਗ ਹੈਗੇ, ਉਹਨਾਂ ਲਈ ਰਹਿਣਾ ਵੀ ਬਹੁਤ ਔਖਾ। ਅਸੀਂ ਤਾਂ ਕਹਿੰਦੇ ਪੰਜਾਬ ਆ ਜੀ ਖੁਸ਼ਹਾਲ ਹੋ ਗਿਆ ਜੀ, ਰੰਗਲਾ ਪੰਜਾਬ ਬਣ ਗਿਆ, ਗੱਲਾਂ ਨਾਲ ਨਹੀਂ ਬਣ ਜਾਂਦਾ। ਹੁਣ ਜੇ ਅਸੀਂ ਕਹਿੰਦੇ ਮਾਂ ਪਿਓ ਸੋਚ ਕੇ ਕਰਦਾ, ਈਵਨ ਸਿੰਪਲ ਜਾਂ ਜਿਹੜੇ ਸਾਊ ਜਾਂ ਜਿਹੜੇ ਬਹੁਤ ਗਰੀਬ ਜਾਂ ਮਿਡਲ ਜਿਹੜੇ ਹੈਗੇ ਆ ਪਰਿਵਾਰਾਂ ਦੇ ਬੱਚੇ, ਉਹ ਨਹੀਂ ਜਾ ਰਹੇ। IPS ਆਪ ਖੁਦ ਜਾ ਰਹੇ ਆ, IAS ਆਪ ਖੁਦ ਜਾ ਰਹੇ, ਬੱਚੇ ਵੀ ਉਹਨਾਂ ਦੇ ਜਾ ਰਹੇ, ਉਹਨਾਂ ਦੀ ਇੱਕ ਜਨਾਨੀਆਂ ਜਾ ਰਹੀਆਂ, ਬੱਚੀਆਂ ਜਾ ਰਹੀਆਂ, ਅਤੇ ਕੀ ਕਰੋਗੇ? ਪੰਜਾਬ ਨੂੰ ਤਾਂ ਬਿਲਕੁਲ ਐ ਕਲਾਵਾ ਭਰ ਕੇ ਲੈ ਗਿਆ ਕੈਨੇਡਾ ਔਰ ਅਮਰੀਕਾ ਔਰ ਇੰਗਲੈਂਡ 'ਚ ਪਹਿਲਾਂ ਬਹੁਤ ਜ਼ਿਆਦਾ, ਹੁਣ ਘੱਟ ਜਾ ਰਹੇ। ਇਸ ਕਰਕੇ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੈਸੇ ਹੀ ਨਹੀਂ ਕੁਛ ਹੋ ਰਿਹਾ। ਜ਼ਮੀਨ ਅਸੀਂ ਵਾਹੁਣਾ ਨਹੀਂ ਜਾਣਦੇ, ਮੁੰਡਿਆਂ ਨੂੰ ਪਤਾ ਨਹੀਂ ਖੇਤੀਬਾੜੀ ਕੀ ਹੈਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਤੇ ਰੌਲਾ ਪੈ ਗਿਆ, ਅਸੀਂ ਅੱਜ ਖੇਤਾਂ 'ਚ ਮੁੰਡੇ ਘਲਾਤੇ ਆ, ਸਾਇੰਟਿਸਟ ਘਲਾਤੇ ਆ, ਪਰ ਕੁਛ ਨਹੀਂ ਹੋਇਆ। ਪਤਾ ਉਹਨਾਂ ਨੂੰ ਹੈਗਾ ਜਦੋਂ ਸਮਰਥਨ ਮੁੱਲ ਨਹੀਂ ਮਿਲਦਾ, ਜਦੋਂ ਕਣਕ ਬੀਜ ਲਈ ਹੈ ਤਾਂ ਉਹਦਾ ਕੁਛ ਨਹੀਂ ਮਿਲਦਾ, ਝੋਨਾ ਬੀਜਣ ਨਹੀਂ ਦਿੰਦੇ ਹੈ ਨਾ, ਉਹਦੇ ਵਿੱਚ ਆਉਂਦੇ ਵੀ ਇਹਦੇ 'ਚ ਸਿੱਧੀ ਬਿਜਾਈ ਕਰੋ ਹੈ ਨਾ, ਤਾਂ ਬੀਜ ਚੰਗੇ ਆ ਨਹੀਂ ਆ ਰਹੇ। ਜੇ ਬੀਜ ਆਉਂਦੇ ਚੰਗੇ ਤਾਂ ਉਹਨਾਂ ਨੂੰ ਕੀਟਨਾਸ਼ਕ ਦਵਾਈਆਂ ਨਹੀਂ ਸਵਾਦੀਆਂ ਹੈਗੀਆਂ। ਜੋ ਪਹਿਲਾਂ ਸੀਗਾ ਖੇਤੀਬਾੜੀ ਦਾ ਪੈਦਾਵਾਰ ਜਾਂ ਜਿਹੜਾ ਝਾੜ ਹੁੰਦਾ ਸੀਗਾ, ਉਹ ਹੁਣ ਹੈ ਨਹੀਂ। ਇਸ ਕਰਕੇ ਮੁੰਡੇ ਵੈਸੇ ਵੀ ਮਿੱਟੀ ਨਾਲ ਮਿੱਟੀ ਨਹੀਂ ਹੋਣਾ ਚਾਹੁੰਦੇ। ਔਰ ਉਸ ਦੇਸ਼ 'ਚ ਖਾਣ ਪੀਣ ਚੰਗਾ, ਪਹਿਨਣ ਚੰਗਾ, ਰਹਿਣਾ ਸਹਿਣਾ ਚੰਗਾ ਹੈ ਨਾ, ਪੂਰਾ ਘੁੰਮਣਾ ਫਿਰਨਾ ਅੱਛਾ ਨਾ। ਇੱਥੇ ਸਾਡੇ ਘੁੰਮਣ ਲਈ ਕੁਛ ਨਾ ਕੋਈ ਗੱਲ ਨਾ ਬਾਤ, ਅਸੀਂ ਬਸ ਪੈਸਾ ਲੈ ਕੇ ਇੱਥੇ ਖਾ ਸਕਦੇ ਹਾਂ, ਕਮਾ ਨਹੀਂ ਸਕਦੇ। ਬਸ ਦੇਖੋ ਬਲਕਾਰ ਜੀ, ਗੱਲ ਇੰਨੀ ਕਾ ਕਿ ਆਫ ਕੋਰਸ ਪੈਸੇ ਤਾਂ ਲੱਗਣੇ ਹੀ ਨੇ, ਇਹ ਤਾਂ ਹੈ। ਤੇ ਜਿਹੜਾ ਵੀ ਸਟੱਡੀ ਵੀਜ਼ੇ ਤੇ ਵੀ ਜਾਂਦਾ ਹੈ, ਉਹਦਾ ਵੀ ਮੋਟਿਵ ਇਹੀ ਹੁੰਦਾ ਕਿ ਉੱਥੇ ਜਾ ਕੇ ਸੈਟਲ ਕਿਵੇਂ ਹੋਣਾ, PR ਲੈਣੀ ਹੈ। ਇਹ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਇਹ ਪਰਪਸ ਵੇਖਣਾ ਕਿ ਉਹ ਪੜ੍ਹਨ ਆ ਰਿਹਾ ਜਾਂ ਉਹ ਸੈਟਲਡ ਹੋਣ ਲਈ ਆ ਰਿਹਾ, PR ਲੈਣ ਲਈ ਆ ਰਿਹਾ। ਕਿਸੇ ਤਰੀਕੇ ਨਾਲ ਉਹਨਾਂ ਨੂੰ ਸੀਕ੍ਰੇਸੀ ਤਾਂ ਆਊਟ ਹੋਈ, ਪਤਾ ਲੱਗਿਆ। ਮੋਸਟਲੀ ਬੱਚੇ ਜਿਹੜੇ ਆ ਉੱਥੇ ਸੈਟਲਡ ਹੋ ਰਿਹਾ, ਉਸ ਕਰਕੇ ਕਿਉਂਕਿ ਉਹਨਾਂ ਨੂੰ ਚਾਹੀਦਾ। ਜਿਹੜਾ ਵਿਨੀਪੈਗ ਆ ਖਾਲੀ ਪਿਆ, ਕਿਊਬਕ ਖਾਲੀ ਪਿਆ ਹੈ ਨਾ, ਇਹਦੇ ਵਿੱਚ ਕੁਛ ਏਰੀਆ ਜਿਹੜੇ ਕੈਨੇਡਾ ਦੇ ਆ, ਬਿਲਕੁਲ ਉੱਥੇ ਪਾਪੂਲੇਸ਼ਨ ਥੋੜ੍ਹੀ ਆ, ਉਹਨਾਂ ਨੂੰ ਤਾਂ ਬੰਦੇ ਚਾਹੀਦੇ ਆ। ਔਰ ਅਸੀਂ ਜਾ ਰਹੇ ਹਾਂ ਜਿੱਥੇ ਵੱਧ ਤੋਂ ਵੱਧ PR ਮਿਲਦੀ ਹੈ, ਇਹ ਸਟੇਟ ਹੈਗਾ। ਅਤੇ ਵਿਨੀਪੈਗ ਤੋਂ ਇਲਾਵਾ ਜਿਹੜਾ ਬਰੈਂਪਟਨ ਆ, ਫਿਰ ਤੁਹਾਡਾ ਜਿਹੜਾ ਬ੍ਰਿਟਿਸ਼ ਕੋਲੰਬੀਆ, ਪੂਰੇ ਦਾ ਪੂਰਾ ਪੰਜਾਬੀਆਂ ਦਾ, ਉਹ ਮਿੰਨੀ ਪੰਜਾਬ ਉਹਨੂੰ ਕਹਿੰਦੇ ਆ ਹੈ ਨਾ, ਸਾਰਾ ਏਰੀਆ ਪੰਜਾਬੀਆਂ ਨਾਲ ਵਸਿਆ ਪਿਆ। ਔਰ ਕੁਝ ਏਰੀਆ ਖਾਲੀ ਹੈਗੇ ਆ, ਬੱਚੇ ਜਿਹੜੇ ਪੜ੍ਹਨ ਤੋਂ ਬਾਅਦ ਪਤਾ ਕਿੱਥੇ ਸੈਟਲ ਹੁੰਦੇ, ਉੱਥੋਂ ਡਿਮਾਂਡ ਕਰਦੇ PR ਦੀ, PR ਮਿਲ ਜਾਂਦੀ ਉਹਨਾਂ ਨੂੰ ਬੰਦੇ ਚਾਹੀਦੇ ਆ। ਔਰ ਨੌਜਵਾਨ ਸਾਡੇ ਜਾ ਰਹੇ ਆ, ਨੌਜਵਾਨ ਪੀੜ੍ਹੀ ਜਾ ਰਹੀ ਆ। ਬੱਚੇ ਤਾਂ ਇਸ ਗੱਲੋਂ ਸੁਰਖਰੂ ਆ, ਕੋਈ ਮਾੜੀ ਗੱਲ ਨਹੀਂ ਉੱਥੇ ਜਾਣਾ, ਬੱਚੇ ਵੱਜ ਜਾਂਦੇ ਆ, ਚੰਗੀ ਸਿਹਤ ਹੁੰਦੀ ਹੈ, ਸੋਹਣੇ ਸੁਨੱਖੇ ਹੋ ਕੇ ਆਉਂਦੇ ਆ, ਮਾੜੀ ਗੱਲ ਤਾਂ ਨਹੀਂ ਕੋਈ। ਪਰ ਆ ਜਿਹੜੀ ਹੇਰਾ ਫੇਰੀ ਹੋ ਰਹੀ ਆ, ਜਿਹਦੇ ਵਿੱਚ ਸਾਰੇ ਫੇਕ ਕਾਗਜ਼ ਬਣ ਰਹੇ ਆ, ਉਹ ਗਲਤ ਹੋ ਗਿਆ। ਇਹ ਟਰੈਂਡ ਅੱਜ ਤੋਂ ਨਹੀਂ ਚੱਲ ਰਿਹਾ, ਬਹੁਤ ਪੁਰਾਣਾ ਟਰੈਂਡ ਹੈਗਾ। ਜੇ ਇਹਨੂੰ ਤਰੀਕੇ ਨਾਲ ਨਹੀਂ ਪੰਜਾਬ ਗੌਰਮੈਂਟ ਨੇ ਫੜਿਆ, ਸੈਂਟਰ ਇਹਨੂੰ ਕੁਝ ਨਹੀਂ ਕਰ ਸਕਦੀ। ਇਹ ਪੰਜਾਬ ਗੌਰਮੈਂਟ ਦੀ ਹੈਗਾ, ਵਿਜੀਲੈਂਸ ਬਾਕੀ ਤੇ ਕੰਮ ਕਰਦੀ ਹੈਗੀ ਹੈ।
ਬਾਕੀ ਪੰਜਾਬ ਪੁਲਿਸ ਕੀ ਕਰਦੀ ਹੈ, ਉਹ ਬੰਦੇ ਤੁਸੀਂ ਜਾ ਕੇ ਦੇਖੋ, ਪੂਰਾ ਵੱਡਾ ਬਾਜ਼ਾਰ ਹੈ ਬੱਸ ਸਟੈਂਡ ਦੇ ਅਰਾਊਂਡ ਟਰੈਵਲ ਏਜੰਟਾਂ ਦਾ, ਜਿਹੜੇ ਚੰਗਾ ਕੰਮ ਕਰਦੇ ਆ। ਇੱਕ ਇਹਨਾਂ ਦੀ ਰਿਪੋਰਟ, ਸਾਲਾਨਾ ਰਿਪੋਰਟ ਜਾ ਰਹੀ ਹੈ ਡੀਸੀ ਨੂੰ, ਜਿਹੜੇ ਉਹ ਰਿਪੋਰਟ ਜਾਂਦੀ ਵੀ ਅਸੀਂ ਕੀ ਕੰਮ ਕੀਤਾ, ਜਿਹੜੇ ਨਹੀਂ ਜਾਂਦੀ ਉਹਨਾਂ ਦਾ ਉਹ ਕੈਂਸਲ ਕਰ ਦਿੰਦੇ। ਇਹ ਗੱਲ ਤਾਂ ਵੈਸੇ ਅੱਛੀ ਕੀਤੀ ਉਹਨਾਂ ਨੇ। ਕੁਝ ਗੱਲਾਂ 'ਚ ਊਣਤਾਈਆਂ ਵਾ, ਉਹ ਆਪਣੀ ਮਨਮਾਨੀ ਕਰਦੇ ਆ, ਜੋ ਉਹਨਾਂ ਕਹਿਤਾ ਜੀ ਚਲੋ ਫਲਾਣੇ ਦੇਸ਼ 'ਚ ਆ ਸਾਡੇ ਕੁੜੀਆਂ ਦੀ ਕਿੰਨੀ ਤਸਕਰੀ ਹੋਈ ਹੈ, ਜਿਸ 'ਚ ਓਮਾਨ ਤੋਂ ਬੱਚੇ ਫੜ ਕੇ ਆਈਆਂ 37 ਕੁੜੀਆਂ ਜਿਹੜੀਆਂ ਲੈਂਦੀਆਂ ਹੈ ਨਾ, ਬੱਚਿਆਂ ਦੇ ਸ਼ੋਸ਼ਣ ਹੋ ਰਿਹਾ, ਸਰੀਰਕ ਸ਼ੋਸ਼ਣ ਹੋ ਰਿਹਾ ਸਾਰਾ ਕੁਝ। ਇਹ ਗੱਲਾਂ ਗਲਤ ਹੋ ਰਹੀਆਂ ਔਰ ਪੰਜਾਬ ਗੌਰਮੈਂਟ ਨੂੰ ਖਾਸ ਤੌਰ 'ਤੇ ਇਹਦੇ ਵੱਲ ਨਿਗਾਹ ਦੇਣੀ ਚਾਹੀਦੀ। ਅਗਲੀ ਖਬਰ ਇਹ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਜਿਹੜੇ ਮੁਖੀ ਨੇ ਬ੍ਰਿਜ ਭੂਸ਼ਣ ਸਿੰਘ ਜੀ, ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਹੈ ਪਹਿਲਵਾਨਾਂ ਦਾ, ਮਹਿਲਾ ਪਹਿਲਵਾਨਾਂ ਦੇ ਸ਼ੋਸ਼ਣ ਦਾ, ਉਸ ਦੇ ਵਿੱਚ ਇੱਕ ਲੜਕੀ ਸੀ, ਇੱਕ ਮਹਿਲਾ ਪਹਿਲਵਾਨ ਸੀ ਜਿਹੜੀ ਨਾਬਾਲਗ ਸੀ। ਉਹਦੇ ਬਿਆਨ ਦੇ ਉੱਤੇ ਪੋਕਸੋ ਕਾਨੂੰਨ ਦੇ ਅੰਡਰ ਇੱਕ ਕੇਸ ਦਰਜ ਹੋਇਆ ਸੀ। ਤੇ ਹੁਣ ਦਿੱਲੀ ਪੁਲਿਸ ਨੇ ਜੋ ਰਿਪੋਰਟ ਦਿੱਤੀ ਹੈ 15 ਜੂਨ ਤੱਕ ਆਉਣੀ ਸੀ, ਉਹ ਰਿਪੋਰਟ ਆ ਚੁੱਕੀ ਹੈ ਜੀ। ਉਹਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਜੀ ਨੂੰ, ਕਿ ਕਿਉਂਕਿ ਉਹ ਲੜਕੀ ਨੇ ਵੀ ਬਿਆਨ ਦਿੱਤਾ ਸੀ ਕਿ ਮੈਂ ਸਿਲੈਕਟ ਨਹੀਂ ਹੋਈ, ਮੈਨੂੰ ਸਿਲੈਕਟ ਨਹੀਂ ਕੀਤਾ ਗਿਆ, ਇਸ ਕਰਕੇ ਮੈਂ ਇਹ ਬਿਆਨ ਦਿੱਤਾ ਕਿ ਮੇਰੇ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨੇ ਆਪਣਾ ਬਿਆਨ ਵਾਪਸ ਲੈ ਲਿਆ ਤੇ ਹੁਣ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ। ਇਹ ਪੋਕਸੋ ਐਕਟ ਜਿਹੜਾ ਹੈਗਾ, ਇਹ ਸ਼ੋਸ਼ਣ 'ਤੇ ਜਾਂ ਸਰੀਰਕ ਸ਼ੋਸ਼ਣ 'ਤੇ ਜਿਹੜੇ ਨਾਬਾਲਗ ਉਹਨਾਂ ਲਈ, ਜਿਹੜੇ ਬੱਚੀਆਂ ਦੇ ਮਗਰ ਫਾਲੋ ਕਰਕੇ ਤੰਗ ਕਰਦੇ ਉਹਨਾਂ ਨੂੰ, ਇਹ ਪੋਕਸੋ ਐਕਟ ਹੈਗਾ। ਇਹ 2012 'ਚ ਆਇਆ ਸੀਗਾ ਔਰ ਇਹਦੀ ਸਜ਼ਾ 3 ਸਾਲ ਹੈਗਾ। ਇੰਡੀਅਨ ਪੈਨਲ ਕੋਡ ਦੇ ਵਿੱਚ ਇਹਦੀ ਧਾਰਾ ਜਿਹੜੀ ਹੈਗੀ ਆ ਪੈਕਸੋ ਦੇ ਨਾਂ ਨਾਲ ਹੀ ਜਾਣੀ ਜਾਂਦੀ ਹੈ। ਔਰ ਇਹਦੇ 'ਚ ਜਿਹੜਾ ਹੁਣ ਪੁਲਿਸ ਦੀ ਰਿਪੋਰਟ ਆਈ ਆ, ਉਹਦੇ 'ਚ ਉਹਨਾਂ ਨੇ 4 ਸ਼ੀਟ ਸਬਮਿਟ ਕੀਤੇ, ਉੱਤੇ ਇਹ ਮਾਮਲਾ ਉਹਨਾਂ ਨੇ ਕੈਂਸਲ ਕਰਤਾ, ਰੱਦ ਕਰ ਦਿੱਤਾ। ਬ੍ਰਿਜ ਭੂਸ਼ਣ ਜੀ ਬਿਲਕੁਲ ਖਾਸ ਤੌਰ 'ਤੇ ਕਲੀਨ ਚਿੱਟ ਨਾਲ ਬਾਹਰ ਆ ਗਏ ਆ। ਔਰ ਉਹਦੇ 'ਤੇ ਦੂਜਾ ਕੇਸ ਹੈਗਾ ਕਿ ਕੁਝ ਜਿਹੜੀ ਉਹਨਾਂ ਕੁੜੀਆਂ ਦੀ ਜਿਹੜੀ ਪੈਰਵਾਈ ਕੀਤੀ ਆ, ਉਹ ਕੇਸ ਅਜੇ ਹੈ, ਉਹ 'ਚ ਧਾਰਾ 'ਚ ਲੱਗੀਆਂ ਹੈਗੀਆਂ ਔਰ ਉਹਦੀ FIR ਅਜੇ ਕਾਨੂੰਨ ਤੌਰ 'ਤੇ ਉਸੇ ਤਰ੍ਹਾਂ ਹੈ। ਜਿਹੜੇ ਅਨੁਰਾਗ ਠਾਕਰ ਜੀ, ਜਿਹੜੇ ਆਪਣੇ ਮੰਤਰੀ ਸੀਗੇ ਇਹਦੇ, ਖੇਡ ਮੰਤਰੀ, ਉਹਨਾਂ ਦੇ ਕਹਿਣ 'ਤੇ 15 ਤੱਕ ਉਹਨਾਂ ਨੇ ਕਿਹਾ ਸੀ ਚਾਰਜਸ਼ੀਟ ਆ ਜੂਗੀ, ਉਹ ਆ ਗਈ ਹੈ। ਔਰ ਉਹ ਬੜੇ ਵੱਡੇ ਪੇਜ ਉਹਦੇ, ਜਿਹਦੇ ਵਿੱਚ ਸਾਰਾ ਕੁਝ ਲਿਖਿਆ ਪਿਆ ਔਰ ਉਹ ਪੜ੍ਹੀ ਗਈ ਆ, ਉਹਦੇ 'ਚ ਪਤਾ ਲੱਗ ਗਿਆ ਕਿ ਆਹ ਕੁਝ ਹੋ ਗਿਆ। ਔਰ ਇਹ ਬ੍ਰਿਜ ਭੂਸ਼ਣ ਜੀ ਬਿਲਕੁਲ ਸਾਫ਼ ਤੌਰ 'ਤੇ ਬਾਹਰ ਹੀ ਆ ਗਏ ਸਮਝ ਲਓ। ਔਰ ਉਹ ਜਿਹਦਾ ਵਿੱਚ ਕਾਂਗਰਸ ਨੇ ਕਿਹਾ, ਕਾਂਗਰਸ ਦੇ ਖੜਕੇ ਸਾਹਿਬ ਨੇ ਕਿਹਾ ਕਿ ਬਿਲਕੁਲ ਉਹ ਕੁਝ ਕਾਨੂੰਨ ਬਣਾਤਾ ਕਿ ਜਿਹੜਾ ਮਨਮਾਨੀ ਦਾ ਕਾਨੂੰਨ ਹੁੰਦਾ, ਇਹਦੇ ਵਿੱਚ ਜੋ ਬੱਚੇ ਚਾਹੁੰਦੇ ਸੀ ਔਰ ਖ਼ਾਸ ਤੌਰ 'ਤੇ ਜਿਹਨਾਂ ਨੇ ਕਹਿਤਾ ਪੁਲਿਸ ਨੇ ਕਿ ਇਹ 'ਚ ਸਬੂਤਾਂ ਦੀ ਘਾਟ ਆ, ਇਹਦੇ ਵਿੱਚ ਕੋਈ ਵੀ ਗਵਾਹੀ ਨਹੀਂ ਹੈਗੀ। ਸਬੂਤ ਤੇ ਗਵਾਹੀ ਦੋ ਚੀਜ਼ਾਂ ਜਿਹੜੀਆਂ ਹੈ ਨਹੀਂ ਗੀਆਂ। ਇਸ ਕਰਕੇ ਇਸ ਗੱਲ ਤੋਂ ਬਿਲਕੁਲ ਮੁਨਕਰ ਹੋ ਰਹੇ ਹਾਂ ਅਸੀਂ। ਸਾਨੂੰ ਪਤਾ ਲੱਗਾ ਕਿ ਇਸ ਕੇਸ ਵਿੱਚ ਕੁਝ ਨਹੀਂ ਹੈਗਾ, ਕਿਉਂਕਿ ਬ੍ਰਿਜ ਭੂਸ਼ਣ ਜੀ ਬੜੀ ਦੇਰ ਤੋਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਸੀਗੇ। ਜਦੋਂ ਉਹਨਾਂ ਨੇ, ਵੈਸੇ ਇੱਕ ਗੱਲ ਤਾਂ ਉਹਨਾਂ ਦੀ ਚਰਚਾ ਬਣ ਗਈ ਕਿ ਹਰ ਮੈਡਲ 15 ਰੁਪਏ 'ਚ ਆ ਜਾਂਦਾ, ਉਹ ਸਾਰਿਆਂ ਨੂੰ ਪਤਾ ਕਿ ਇਹਨੇ ਆਪਣੀ ਸਪੀਚ ਕਹਿ ਕੇ ਇਹ ਬੜਾ ਵੱਡਾ ਤਵਾਜ਼ਨ ਵਿਗੜਾਇਆ ਸੀ। ਜੋ ਸਮਰੱਥਾ ਸੀ ਖਿਡਾਰੀਆਂ ਦੀ, ਉਹਨੂੰ ਇਹਨਾਂ ਨੇ ਬਿਲਕੁਲ ਮਿੱਟੀ 'ਚ ਰੋਲ ਦਿੱਤਾ। ਔਰ ਇਹ ਕਰਕੇ ਤਾਂ ਹੈ, ਪਰ ਜੋ ਬਿਆਨ ਦਿੱਤਾ ਜਾਂਦਾ ਉਹਦਾ ਤਾਂ ਕੋਈ ਕੇਸ ਨਹੀਂ ਲੱਗਣਾ, ਉਹ ਤਾਂ ਉਹਦਾ ਬਿਆਨ ਦਾ ਜਿਹੜਾ ਜਵਾਬ ਬਿਆਨ 'ਚ ਦਿੱਤਾ ਜਾ ਸਕਦਾ। ਪਰ ਇਹ ਪਤਾ ਨਹੀਂ ਕਿ ਜਿਹੜੀ ਪੁਲਿਸ ਹੈਗੀ, ਦਿੱਲੀ ਪੁਲਿਸ, ਉਹਨੂੰ ਕੀ ਬਿਲੀ ਛੇਗੀ, ਉਹਨੇ ਕੀ ਕਰ ਦਿੱਤਾ। ਔਰ ਲੋਕਾਂ ਦੀ ਇੱਥੇ ਕਿਆਸ ਨਹੀਂ ਸੀ ਕਿ ਵੀ ਇੱਕਦਮ ਹੀ ਕੈਂਸਲ ਕਰ ਦੇਣਗੇ, ਇਹ ਤਾਂ ਰੱਦ ਹੀ ਕਰ ਦਿੱਤਾ। ਔਰ ਜੁਡੀਸ਼ਰੀ ਅਜੇ ਇਨਵੋਲਵ ਨਹੀਂ ਹੋਈ ਇਹਦੇ 'ਚ, ਉਦੋਂ ਪਹਿਲਾਂ ਕੇਸ ਰੱਦ ਹੋ ਗਿਆ। ਪੁਲਿਸ ਦੇ ਜਦੋਂ ਕੇਸ ਰੱਦ ਹੋ ਜਾਏ ਨਾ, FIR ਦੀ ਨੰਬਰ ਹੁੰਦਾ, FIR ਦਾ ਉਹਦਾ ਨੰਬਰ ਦੇ ਤੌਰ 'ਤੇ ਜਦੋਂ ਸਬਮਿਟ ਹੁੰਦਾ, ਔਰ ਉਹ 'ਚ ਇਲਾਕਾ ਦਾ SSP ਹੁੰਦਾ, SHO ਕੋ ਆਉਂਦਾ, ਔਰ ਉਹ 'ਚ 8 ਕੁੜੀਆਂ ਦਾ ਕੇਸ ਹੈਗਾ। ਔਰ ਉਹਦੇ 'ਚੋਂ ਇੱਕ ਕੁੜੀ ਦਾ ਤਾਂ ਉਹਦਾ ਆਉਂਦਾ ਵੀ ਨਾ ਇਹਦੇ ਪਿਓ ਦਾ ਅਤੇ ਮਾਂ, ਇਹਦੇ ਕੁੜੀ ਵੱਲੋਂ ਹੀ ਬਿਆਨ, ਹੋਰ ਕਿਸੇ ਵੱਲੋਂ ਹੈ ਨਹੀਂ, ਤਾਂ ਹੋਰ ਕਿਹਦੇ ਨਾਲ ਹੋ ਜਾਊਗਾ। ਔਰ ਇਹ ਕੇਸ ਬਿਲਕੁਲ ਜ਼ੀਰੋ ਕਰ ਦਿੱਤਾ ਔਰ ਬਿਲਕੁਲ ਤਰੀਕੇ ਨਾਲ ਚਿੱਟੇ ਤੌਰ 'ਤੇ ਉਹ ਬਾਹਰ ਆ ਗਿਆ, ਚਿੱਟੇ ਦਿਨ। ਦੇਖੋ ਗੱਲ ਇਹ ਹੈ ਕਿ ਇੱਕ ਗੱਲ ਦੇ ਉੱਤੇ ਕਿੰਤੂ ਪਰੰਤੂ ਹੋਈ ਹੈ ਕਿ 15 ਜੂਨ ਤੱਕ ਪੁਲਿਸ ਆਪਣੀ ਰਿਪੋਰਟ ਦਾਇਰ ਕਰ ਦੇਵੇਗੀ। ਇਹਦੇ ਬਾਰੇ ਪਹਿਲਾਂ ਕਿਵੇਂ ਪਤਾ ਲੱਗ ਗਿਆ? 15 ਤਰੀਕ ਕਿਉਂ ਫਿਕਸ ਕੀਤੀ ਗਈ? ਜਦਕਿ ਤਹਿਕੀਕਾਤ ਹੈ, ਇਨਵੈਸਟੀਗੇਸ਼ਨ ਹੈ, ਜ਼ਿਆਦਾ ਦਿਨ ਵੀ ਲੱਗ ਸਕਦੇ ਨੇ, ਘੱਟ ਦਿਨ ਵੀ ਲੱਗ ਸਕਦੇ ਨੇ, ਪਰ 15 ਤਰੀਕ ਫਾਈਨਲ, ਪਰ 15 ਤਰੀਕ ਨੂੰ ਕਲੀਨ ਚਿੱਟ ਦਾ ਮਿਲ ਜਾਣਾ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਸੂਰਵਾਰ ਹੈਗੇ ਨੇ ਤੇ ਨਾਲ ਮਿਲੀ ਹੋਈ ਹੈ ਪੁਲਿਸ ਦੇ ਨਾਲ ਮਿਲੇ ਹੋਏ ਨੇ ਸਾਰੇ ਮੰਤਰੀ ਤੇ ਇਹ ਉਹਨਾਂ ਦਾ ਕਸੂਰ ਹੈਗਾ ਤੇ ਪਰ ਉਹਨਾਂ ਨੂੰ ਕਲੀਨ ਚਿੱਟ ਦਿੱਤੀ, ਅਸੀਂ ਇਹ ਬਿਲਕੁਲ ਨਹੀਂ ਕਹਿ ਰਹੇ। ਇਹ ਇਨਵੈਸਟੀਗੇਸ਼ਨ ਦਾ ਮਾਮਲਾ ਕਿ ਕਿਹਦਾ ਕਸੂਰ ਹੈ ਕਿਹਦਾ ਨਹੀਂ ਹੈ, ਔਰ ਜਿਹਦਾ ਕਸੂਰ ਹੈ ਉਹਨੂੰ ਸੰਵਿਧਾਨ ਦੇ ਮੁਤਾਬਿਕ ਸਜ਼ਾ ਮਿਲਣੀ ਚਾਹੀਦੀ ਹੈ, ਇਹ ਵੀ ਤੈਅ ਗੱਲ ਹੈ। ਹੁਣ ਗੱਲ ਸਿਰਫ ਇੰਨਾ ਹੀ ਪੁਆਇੰਟ ਹੈ ਕਿ 15 ਜੂਨ ਕਿਉਂ ਫਿਕਸ ਕੀਤਾ ਗਿਆ ਔਰ ਇੱਦਾਂ ਕਿਵੇਂ ਪਤਾ ਸੀਗਾ ਕਿ 15 ਜੂਨ ਤੱਕ ਇਨਵੈਸਟੀਗੇਸ਼ਨ ਪੂਰੀ ਹੋ ਜਾਣੀ ਹੈ? ਇਹ ਕਿੱਦਾਂ ਪਤਾ ਲੱਗ ਗਿਆ? ਵੈਸੇ ਦਿੱਤਾ ਹੈ ਅਨੁਰਾਗ ਠਾਕਰ ਜਿਹੜੇ ਖੇਡ ਮੰਤਰੀ, ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਸੀਗਾ ਕਿਉਂਕਿ ਇਹਨੂੰ ਜਿਹੜੀ ਫੈਡਰੇਸ਼ਨ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਇੰਨਾ ਲੰਬਾ ਕਰ ਦਿੱਤਾ। ਔਰ ਜਿਹੜੀ ਵੀ ਇਹਨਾਂ ਦੀ ਹਮਾਇਤ ਕਰ ਰਹੀਆਂ ਐਸੋਸੀਏਸ਼ਨ ਸੀ, ਉਹਨਾਂ ਨੇ ਇਹਨਾਂ ਨਾਲ ਕੀਤੀ ਮੀਟਿੰਗ
ਤਾਂ ਉਹਨਾਂ ਨੇ ਕਿਹਾ ਅਲਟੀਮੇਟਮ ਦੇ ਕੇ ਸਾਨੂੰ ਦੱਸੋ ਕਦੋਂ ਤੱਕ ਕਰ ਸਕਦੇ ਜੀ। ਫਿਰ ਇਹਨਾਂ ਨੇ ਸਾਰੀਆਂ ਜਿਹੜੀਆਂ ਨਾਲ ਲੱਗਦੀਆਂ ਇਨਵੋਲਡ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਕਹਿਤਾ ਕਿ 15 ਤੱਕ ਇਹ ਆਉਣਾ ਚਾਹੀਦਾ ਤਾਂ ਕਿ ਇਹਨੂੰ ਲੰਬਾ ਨਾ ਕਰੋ। ਔਰ ਜੇ ਆਇਆ ਵੀ ਆ ਤਾਂ ਜਦੋਂ ਝੋਲਾ ਖੋਲ੍ਹਿਆ ਤਾਂ ਉਹਦੇ 'ਚੋਂ ਕੁਛ ਨਹੀਂ ਨਿਕਲਿਆ, ਖਾਲੀ ਨਿਕਲਿਆ। ਬਸ ਉਹ ਹੈਗਾ ਕਿ ਪਟਾਰੀ ਖੋਲ੍ਹੀ ਅਤੇ ਵਿੱਚੋਂ ਕੀ ਨਿਕਲਿਆ, ਖੜੱਪਾ ਸੱਪ, ਉਹ ਨਿਕਲਿਆ ਬਸ, ਹੋਰ ਕੁਛ ਨਹੀਂ। ਇਹ ਆ। ਚਲੋ ਅੱਗੇ ਵਧਦੇ ਹਾਂ। ਹੁਣ ਇਹ ਰੱਬ ਜਾਣੇ ਕੀ ਮਾਮਲਾ ਹੈ, ਕਿੱਥੇ ਕੀ ਹੁੰਦਾ ਪਿਆ ਜੀ, ਆਪਾਂ ਅੱਗੇ ਵਧੀਏ। ਅਗਲੀ ਗੱਲ ਇਹ ਹੈ ਕਿ ਭਗਵੰਤ ਮਾਨ ਜੀ ਵੱਲੋਂ ਮੋਹਾਲੀ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਤੇ ਕੇਂਦਰ ਸਰਕਾਰ ਨਾਲ ਮੁਲਾਕਾਤ ਕੀਤੀ ਗਈ ਹੈ। ਹਾਂ, ਇਹਨਾਂ ਨੇ ਹਰਦੀਪ ਪੁਰੀ ਜਿਹੜੇ ਮੰਤਰੀ ਨੇ, ਜਿਹੜੇ ਸੈਰ ਸਪਾਟਾ ਮੰਤਰੀ ਔਰ ਇਹਦੇ ਨਾਲ ਵਿਕਾਸ ਮੰਤਰੀ ਨੇ, ਉਹਨਾਂ ਨਾਲ ਮੁਲਾਕਾਤ ਕਰਕੇ ਆਪਣਾ ਇਹ ਇਸ਼ੂ ਸਬਮਿਟ ਕੀਤਾ ਕਿ ਤੁਹਾਨੂੰ ਅਸੀਂ ਇਸ ਕਰਕੇ ਬੁਲਾਇਆ ਔਰ ਮੀਟਿੰਗ ਹੈਗੀ ਆ ਕਿ ਜਿਹੜਾ ਮੋਹਾਲੀ ਹੈ ਬਹੁਤ ਪੁਰਾਣਾ ਸ਼ਹਿਰ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਔਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਵਿਕਾਸ ਕਰਕੇ ਇਹਦਾ ਸਮਾਰਟ ਸਿਟੀ ਬਣਾਇਆ ਜਾਵੇ ਔਰ ਇਹਦਾ ਜਿਹੜਾ ਬਜਟ ਆ ਉਹ ਕੇਂਦਰ ਵੱਲੋਂ ਸਾਨੂੰ ਮੁਹੱਈਆ ਕੀਤਾ ਜਾਵੇ। ਇਹਨਾਂ ਇਸ ਕਰਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਤਾਂ ਜੇ ਵੰਡਵਾਂ ਵਾ, ਚੰਡੀਗੜ੍ਹ ਤਾਂ ਹਰਿਆਣਾ ਦਾ ਵੀ ਅਤੇ ਸਾਡਾ ਵੀ ਆ, ਅਤੇ ਮੋਹਾਲੀ ਜਿਹੜਾ ਇਹ ਸਿਰਫ ਤੇ ਪੰਜਾਬ ਦਾ ਹੈਗਾ। ਪੰਜਾਬ ਚਾਹੁੰਦਾ ਕਿ ਇਹਨੂੰ ਸਮਾਰਟ ਸਿਟੀ ਬਣ ਕੇ ਇੰਡਸਟਰੀ ਸਟੈਬਲਿਸ਼ ਹੋ ਗਈ ਉੱਥੇ ਔਰ ਉਹਨੂੰ ਵੀ ਜਿਹੜੀਆਂ ਇਸੇ ਤਰੀਕੇ ਨਾਲ ਵੰਡਿਆ ਹੈਗਾ ਪਰ ਅੱਛੇ ਤਰੀਕੇ ਨਾਲ ਬਣਿਆ। ਔਰ ਇਹਨਾਂ ਨੇ ਇਹ ਕਹਿਤਾ ਕਿ ਇਹਦੇ ਵਿੱਚ ਅਸੀਂ ਜੁਡੀਸ਼ਰੀ ਤਾਂ ਹੈ ਹੀ ਹੈ ਸਾਡੇ ਕੋਲ, ਮੋਹਾਲੀ ਦੇ ਵਿੱਚ ਹਵਾਈ ਅੱਡਾ ਵੀ ਅਸੀਂ ਮੰਗ ਰਹੇ ਹਾਂ ਇਹਦੇ ਵਿੱਚ, ਔਰ ਇਹਦੇ ਵਿੱਚ ਜਿਹੜੀਆਂ ਸੜਕਾਂ ਔਰ ਇਹਦੇ ਵਿੱਚ ਜਿਹੜੀ ਨਸ਼ਾ ਇਹਦਾ ਰੋਡ ਮੈਪ ਆ ਉਹ ਇਸ ਤਰੀਕੇ ਦਾ ਅਸੀਂ ਬਣਾ ਕੇ ਦੇਵਾਂਗੇ। ਅਤੇ ਸਾਨੂੰ ਮੋਹਾਲੀ ਜਿਹੜਾ ਇੱਕ ਵਾਰੀ ਨਕਸ਼ਾ ਇਸ ਤਰ੍ਹਾਂ ਦਾ ਚਿੱਤਰ ਦਿਓ ਕਿ ਦੁਨੀਆ ਦੇ ਨਕਸ਼ੇ 'ਚ ਇਹਦਾ ਨਾਂ ਆਵੇ। ਔਰ ਤਦ ਕਰਕੇ ਇਹਨੇ ਕਿਹਾ ਕਿ ਇਹ ਪਹਿਲੀਆਂ ਸਰਕਾਰਾਂ ਨੇ ਵੀ ਇਹਦਾ ਜ਼ੋਰ ਲਾਇਆ, ਪੈਸਾ ਵੀ ਮੰਗਿਆ, ਸਭ ਕੁਛ ਹੈ, ਪਰ ਪੁਰੀ ਸਾਹਿਬ ਵੀ ਪੰਜਾਬ ਦੇ ਨੇ, ਅੰਮ੍ਰਿਤਸਰ ਤੋਂ ਏਰੀਆ ਇਹਨਾਂ ਦਾ, ਹਰਦੀਪ ਪੁਰੀ, ਔਰ ਉਹਨਾਂ ਨੇ ਕਿਹਾ ਕਿ ਦੇਖ ਲਓ ਤੁਹਾਡਾ ਆਪਣਾ ਸ਼ਹਿਰ ਆ, ਤੁਸੀਂ ਇਹਦੇ 'ਤੇ ਜ਼ੋਰ ਲਾਓ ਔਰ ਮੰਗੋ ਇਸ ਨੂੰ। ਔਰ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਆ ਕਿ ਜਦੋਂ ਕਿ ਮੈਟਰੋ ਜਿਹੜੀ ਆ ਗੱਡੀਆਂ ਚਲਾਉਣ ਲਈ ਲੁਧਿਆਣੇ 'ਚ ਰੌਲਾ ਪਿਆ ਸੀਗਾ, ਲੁਧਿਆਣੇ ਨੂੰ ਇਹਨੂੰ ਸਵਿਟਜ਼ਰਲੈਂਡ ਕਿਹਾ ਗਿਆ, ਇੰਡਸਟਰੀ ਬਹੁਤ ਜ਼ਿਆਦਾ ਸੀ ਔਰ ਇਹਦੇ ਵਿੱਚ ਕੁਛ ਵੀ ਨਹੀਂ, ਨਾ ਤਾਂ ਮੈਟਰੋ ਚੱਲੀ ਨਾ ਕੁਛ ਹੋਇਆ ਉੱਥੇ ਦਾ ਉੱਥੇ। ਜਲੰਧਰ ਵੀ ਸਮਾਰਟ ਸਿਟੀ ਦਾ ਨਕਸ਼ਾ ਬਣ ਗਿਆ ਸੀ, ਸਰਵੇ ਹੋ ਗਿਆ ਸੀਗਾ, ਥੋੜ੍ਹਾ ਬਹੁਤ ਪੈਸਾ ਵੀ ਆ ਗਿਆ, ਇਹ ਵੀ ਮਾਮਲਾ ਠੱਪ ਆ। ਔਰ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਇਸ ਤਰ੍ਹਾਂ ਦਾ ਨਾ ਰਹੇ, ਇਸ ਨੂੰ ਪ੍ਰੈਕਟੀਕਲ ਤੌਰ 'ਤੇ ਪੂਰੇ ਦਾ ਪੂਰਾ ਟੀਚਾ ਮਿੱਥ ਕੇ ਇਹਨੂੰ ਬਣਾ ਦਿਓ ਕਿਉਂਕਿ ਮੋਹਾਲੀ ਨੂੰ ਲੋਕ ਵੇਖਣ ਆਉਂਦੇ ਆ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਨੇ ਕਿਹਾ ਮੇਰੇ ਕਾਰਜਕਾਲ ਦੇ ਵਿੱਚ ਜੇ ਮੋਹਾਲੀ ਬਣ ਗਿਆ ਤਾਂ ਮੈਂ ਜ਼ੋਰ ਲਾਉਂਗਾ ਅਤੇ ਪੰਜਾਬ ਵੀ ਇਹ 'ਚ ਹਿੱਸਾ ਪਾਊਗਾ, ਪੈਸਾ ਪਾਊਗਾ ਔਰ ਅਸੀਂ ਬਾਹਰ NRI ਕੋਲ ਵੀ ਅਸੀਂ ਮੰਗ ਕਰਾਂਗੇ ਪੈਸੇ ਦੀ। ਔਰ ਤਾਂ ਇਹਨਾਂ ਨੇ ਕਿਹਾ ਗੱਲ ਤਾਂ ਅੱਛੀ ਹੈ, ਮਾੜੀ ਨਹੀਂ, ਵਿਕਾਸ ਦੀ ਗੱਲ ਹੋਵੇ ਤਾਂ ਅੱਛੀ ਗੱਲ ਹੈ, ਪਰ ਜੇ ਇਹ ਸਾਰਾ ਮੁੱਦੇ ਭਾਸ਼ਣਾਂ 'ਚ ਰਹਿ ਗਏ, ਮੀਟਿੰਗਾਂ 'ਚ ਰਹਿ ਗਏ ਅਤੇ ਜਾ ਕੇ ਨਕਸ਼ਿਆਂ 'ਚ ਰਹਿ ਗਏ ਅਤੇ ਮੀਲ ਪੱਥਰ ਰੱਖਣ 'ਚ ਰਹਿ ਗਏ, ਉਦਘਾਟਨ 'ਚ ਰਹਿ ਗਏ, ਅਤੇ ਫਿਰ ਬੇੜਾ ਪਾਰ, ਬੇੜਾ ਪਾਰ। ਚਲੋ ਸਮਾਰਟ ਸਿਟੀ ਸਮੁੰਦਰੋਂ ਬੇੜਾ ਪਾਰ। ਹਾਂ, ਵੈਸੇ ਸਿਆਣੇ ਕਹਿੰਦੇ ਨੇ ਕਿ ਜਿਹੜਾ ਪੱਲੇ ਹੈਗਾ ਨਾ ਹਜੇ ਉਹਨੂੰ ਹੀ ਠੀਕ ਕਰ ਲਵੋ। ਸਮਾਰਟ ਸਿਟੀ ਤੇ ਬੜੀ ਅਗਲੀ ਗੱਲ ਹੈ, ਜਿਹੜੇ ਆ ਟੁੱਟ ਭੱਜ ਹੈਗੇ ਇਹਨੂੰ ਠੀਕ ਕਰ ਲਓ, ਪਰ ਇਹ ਫਿਰ ਵੀ ਕੋਈ ਨਾ ਕੋਈ ਜਸਟੀਫਿਕੇਸ਼ਨ ਦੇ ਦੇਣਗੇ ਕਵਰ ਅਪ ਕਰਨ ਵਾਸਤੇ। ਆਹੋ ਬਸ ਚਲੋ ਗੱਲ ਤਾਂ ਹੈ, ਮੁੱਦੇ ਤੇ ਚੁੱਕੇ ਜਾਂਦੇ ਆ, ਅੱਛੀ ਗੱਲ ਤੇ ਚੁੱਕੇ ਜਾਂਦੇ ਨੇ। ਅਗਲੀ ਗੱਲ ਇਹ ਹੈ ਜੀ ਕਿ 19 ਤੇ 20 ਜੂਨ ਦੀ ਜਿਹੜੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਪੰਜਾਬ ਦਾ, ਉਹਨੂੰ ਪੰਜਾਬ ਦੇ ਰਾਜਪਾਲ ਸਾਹਿਬ ਨੇ ਚੁਣੌਤੀ ਦਿੱਤੀ ਹੋਈ ਹੈ। ਹਾਂ, ਇਹ ਕਰਕੇ ਕਿ ਇਹਨਾਂ ਨੇ ਸਪੈਸ਼ਲ ਜਦੋਂ ਸੈਸ਼ਨ ਦੀ ਘੋਸ਼ਣਾ ਕੀਤੀ ਹੈ ਔਰ ਇਹਦੀ ਅਪਰੂਵਲ ਵੀ ਮੰਗੀ ਉਹਨਾਂ ਕੋਲੋਂ, ਉਹਨਾਂ ਨੇ ਪ੍ਰਸਤਾਵ ਦੇਣ ਦੇ ਵਿੱਚ ਸਟਾਰਟ ਕੀਤੀ ਹੈ। ਉਹਨਾਂ ਨੇ ਕਹਿਤਾ ਕਿ ਸਾਨੂੰ ਸ਼ੱਕ ਹੈ ਕਿ ਤੁਹਾਡਾ ਜਿਹੜਾ ਵਿਸ਼ੇਸ਼ ਸਮਾਗਮ ਹੈਗਾ, ਇਹ ਸੈਸ਼ਨ ਬੁਲਾਇਆ, ਇਹਦੇ ਵਿੱਚ ਕੀ ਤੁਸੀਂ ਗੱਲ ਡਿਸਕਸ ਕਰਨੀ ਆ, ਉਹਦਾ ਸਾਰੇ ਦਾ ਸਾਰਾ ਚੌਕਟਾ, ਉਹਦਾ ਜਿਹੜਾ ਸਾਰੇ ਦਾ ਸਾਰਾ ਏਜੰਡਾ ਮੈਨੂੰ ਸਬਮਿਟ ਕਰੋ, ਕੀ ਡਿਸਕਸ ਹੋਏਗਾ। ਔਰ ਉਹਦੇ ਸਪੀਕਰ ਨੇ ਜਿਹੜੇ ਸੰਧਵਾ ਜੀ, ਕੁਲਤਾਰ ਸੰਧਵਾ ਜੀ, ਉਹਨਾਂ ਨੇ ਬਣਾ ਕੇ ਪੇਸ਼ ਕਰਤਾ ਵੀ ਆਹ ਸਾਡੀਆਂ ਗੱਲਾਂ ਇਸ਼ੂ ਨੇ, ਆਹ ਅਸੀਂ ਉੱਤੇ ਡਿਸਕਸ ਕਰਨਾ ਅਤੇ ਇਹ ਤੋਂ ਬਾਅਦ ਹੋਰ ਕੁਛ ਨਹੀਂ। ਉਹ ਕਹਿੰਦੇ ਸਾਨੂੰ ਖਦਸ਼ਾ ਸੀਗਾ ਕਿਤੇ ਸੈਂਟਰ ਦੇ ਅਗੇਂਸਟ ਤਾਂ ਨਹੀਂ ਕੋਈ ਪ੍ਰਸਤਾਵ ਲੈ ਕੇ ਆ ਰਹੇ, ਉਹਦੇ 'ਚ ਤਾਂ ਚਲੋ ਹੈ ਹੀ ਆ। ਉਹ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਪੈਸਾ ਮੰਗਿਆ, ਸਾਨੂੰ ਪੈਸਾ ਨਹੀਂ ਦਿੱਤਾ, ਜਿਹੜਾ ਰੂਰਲ ਡਿਵੈਲਪਮੈਂਟ ਪਿੰਡ ਵਿਕਾਸ ਦਾ ਫੰਡ ਆ ਉਹ ਸਾਡਾ ਰੋਕਿਆ ਗਿਆ, ਉਹ ਤਾਂ ਇਹਨਾਂ ਨੇ ਡਿਸਕਸ ਕਰਨਾ ਹੀ ਕਰਨਾ ਸੀ। ਉਹ ਵੈਸੇ ਪਤਾ ਕੀ ਹੁੰਦਾ, ਜਦੋਂ ਆਉਂਦੇ ਵੀ ਜਦੋਂ ਕਿਸੇ ਨੂੰ ਆਪ ਪਤਾ ਹੋਵੇ ਵੀ ਮੈਂ ਗਲਤ ਹਾਂ ਤਾਂ ਮੇਰੇ ਬਾਰੇ ਨਾਲ ਗੱਲਬਾਤ ਹੋ ਜੇ, ਸੈਂਟਰ ਨੂੰ ਪਤਾ ਕਿ ਕੰਮ ਤਾਂ ਪੰਜਾਬ ਲਈ ਕੀਤਾ ਕੁਛ ਨਹੀਂ ਹੈ ਨਾ, ਪੰਜਾਬ ਦੇ ਵਿੱਚ ਤਾਂ ਅਸੀਂ ਕੋਈ ਪੈਸਾ ਦਿੱਤਾ ਨਹੀਂ। ਜਦੋਂ ਪੂਰੇ ਦੇਸ਼ ਦੇ ਵਿੱਚ ਜੇ ਅਸੀਂ ਕਹੀਏ ਤਾਂ ਜਾਂ ਸੋਚੀਏ 29 ਪ੍ਰਦੇਸ਼ਾਂ ਦੇ ਵਿੱਚ 16 ਜਿਹੜੇ ਸਟੇਟ ਉੱਥੇ ਜਿਹੜੀਆਂ ਆਪੋਜੀਸ਼ਨ ਬੈਠੀਆਂ, ਜਿਹਦੇ ਵਿੱਚ ਕਾਂਗਰਸ ਹੈ, ਇਹਦੇ ਵਿੱਚ ਕੁਛ ਜਗ੍ਹਾ ਆਪ ਹੈ, ਪੰਜਾਬ 'ਚ ਜਿੱਦਾਂ ਆਪ ਹੈਗਾ, ਹਿਮਾਚਲ 'ਚ ਕਾਂਗਰਸ ਆ, ਬਾਕੀ ਜਿਹੜਾ ਰਾਜਸਥਾਨ 'ਚ ਕਾਂਗਰਸ ਆ, ਕਰਨਾਟਕਾ 'ਚ ਹੁਣ ਕਾਂਗਰਸ ਬੈਠ ਗਈ ਆ, ਇੱਦਾਂ ਦੇ ਸਟੇਟ 'ਚ ਹੈਗੀ ਆ। ਔਰ ਉਹ ਸਾਰਿਆਂ ਨੂੰ ਇਸੇ ਤਰ੍ਹਾਂ ਦਾ ਪਿੱਠੂ ਬਣਾਇਆ ਜਿਸ ਤਰ੍ਹਾਂ ਪੰਜਾਬ ਨਾਲ ਹੈਗਾ, ਨਾ ਉਹਨਾਂ ਨੂੰ ਇੱਕ ਆਨਾ ਦਿੱਤਾ ਨਾ ਪੰਜਾਬ ਨੂੰ ਦਿੱਤਾ। ਇਹ ਮਾਮਲੇ ਡਿਸਕਸ ਹੋਣਗੇ ਅਤੇ ਹੋਣੇ ਵੀ ਹੈਗੇ ਆ, ਹਰ ਸਭ ਜਿਹੜੀ ਵਿਧਾਨ ਸਭਾ ਉਹਦੇ 'ਚ ਹੋਣਗੇ,
ਇਹ ਸਿਰਫ ਪੰਜਾਬ 'ਚ ਨਹੀਂ ਹੋਣੇ। ਔਰ ਇਹ ਜਿਹੜੇ ਗਵਰਨਰ ਸਾਹਿਬ ਨੇ, ਪ੍ਰੋਤ ਸਾਹਿਬ, ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਤਾਂ ਯਾਰ ਹੋਰ ਪਾਸੇ ਟੇਢੀ ਹੋ ਗਈ ਹੈ। ਇਹਨਾਂ ਨੇ ਬਕਾਇਦਾ ਤੌਰ 'ਤੇ ਏਜੰਡਾ ਮੰਗ ਲਿਆ ਔਰ ਉਹਨਾਂ ਨੇ ਕਿਹਾ ਸਾਨੂੰ ਮੈਨੂੰ ਦੱਸੋ ਪੁਆਇੰਟ ਵਾਈਜ਼ ਕੀ ਹੈਗਾ। ਇਹਨਾਂ ਨੇ ਦੇਤਾ ਔਰ ਭਗਵੰਤ ਮਾਨ ਨੇ ਕਿਹਾ ਕਿ ਜੇ ਸਾਨੂੰ ਬਜਟ ਦੀ ਅਸੀਂ ਘੋਸ਼ਣਾ ਕੀਤੀ, ਬਜਟ ਦਾ ਵਿਸ਼ੇਸ਼ ਸਮਾਗਮ ਬੁਲਾਇਆ, ਉਹਦੇ 'ਚ ਇਹਨਾਂ ਨੇ ਡਿੱਕਾ ਪਾਇਆ। ਇਹਨਾਂ ਕਿਹਾ ਨੋ, ਉੱਤੇ ਸਾਈਨ ਨਹੀਂ ਕੀਤੇ ਇਹਨਾਂ ਨੇ। ਜੇ ਵਾਈਸ ਚਾਂਸਲਰ ਰੱਖਣੇ ਯੂਨੀਵਰਸਿਟੀਆਂ ਦੇ, ਉਹਦੇ 'ਤੇ ਵੀ ਇਹਨਾਂ ਨੇ ਰੋਕ ਲਾਤੀ, ਜਿਹਦੇ 'ਚ ਸਾਰੀਆਂ ਯੂਨੀਵਰਸਿਟੀਆਂ ਦੇ ਕੁਝ ਰੱਖਣੇ ਸੀਗੇ, ਪੰਜਾਬ ਐਗਰੀਕਲਚਰ ਦਾ ਵੀ ਅਤੇ ਦੂਸਰੀਆਂ ਯੂਨੀਵਰਸਿਟੀਆਂ ਦਾ ਵੀ। ਉਹਨਾਂ ਦੇ ਜਿੰਨੇ ਮੁੱਦੇ ਮੈਂ ਲੈ ਕੇ ਜਾਣਾ ਉਹ ਉੱਧਰੋਂ ਵਾਪਸ ਕਰ ਦਿੰਦੇ ਆ। ਅਤੇ ਉਹਨਾਂ ਨੇ ਇਹਨਾਂ ਕੋਲ ਮੰਗ ਲਿਆ ਸੀ ਪੂਰੇ ਦਾ ਪੂਰਾ ਜੋ ਕੁਛ ਕੀਤਾ ਹੁਣ ਤੱਕ। ਉਹ ਜਿਹੜਾ ਕਾਰਜਕਾਲ ਦੇ ਵਿੱਚ ਉਹ ਕਹਿੰਦੇ ਮੈਨੂੰ ਇੱਕ ਵਾਰੀ ਬਣਾ ਕੇ ਪਲੰਦਾ ਭੇਜੋ, ਉਹ 'ਚ ਕੀ ਕੁਛ ਕੀਤਾ ਔਰ ਮੈਂ ਉਹਨੂੰ ਵੇਖਣਾ ਚਾਹੁੰਦਾ। ਉਹ ਇਹਨਾਂ ਨੇ ਭੇਜ ਦਿੱਤਾ, ਪਰ ਉਹਨਾਂ ਨੇ ਉਹ ਕਹਿੰਦੇ ਮੈਂ 10 ਚਿੱਠੀਆਂ ਲਿਖੀਆਂ ਭਗਵੰਤ ਮਾਨ ਜੀ ਨੂੰ ਅਤੇ ਜਵਾਬ ਇੱਕ ਦਾ ਨਹੀਂ ਆਇਆ। ਇਹ ਕਹਿੰਦੇ ਵੀ ਇਹ ਜਿਹੜੇ ਇੰਗਲੈਂਡ ਤਾਂ ਵਸਦੇ ਨਹੀਂ, ਮੇਰੇ ਨਾਲ ਮੀਟਿੰਗ ਕਰ ਲੈਣ, ਮੇਰੇ ਨਾਲ ਗੱਲਬਾਤ ਕਰਨ ਤਾਂ ਮੈਂ ਇਹਨਾਂ ਨੂੰ ਦੱਸ ਸਕਦਾ ਸਾਰੀਆਂ ਗੱਲਾਂ ਵੀ ਆਹ ਕੁਛ ਹੋਈਆਂ। ਉਹ ਕਹਿੰਦੇ ਸੰਵਿਧਾਨ ਦੀ ਉਲੰਘਣਾ ਵਾ। ਜੇ ਰਾਜਪਾਲ ਲਿਖ ਕੇ ਦਿੰਦਾ, ਗਵਰਨਰ ਲਿਖ ਕੇ ਦਿੰਦਾ ਚੀਫ ਮਿਨਿਸਟਰ ਨੂੰ, ਅਤੇ ਚੀਫ ਮਿਨਿਸਟਰ ਦਾ ਜਵਾਬ ਨਹੀਂ ਦਿੰਦਾ, ਅਤੇ ਕਹਿੰਦੇ ਉਹਦੀ ਉਲੰਘਣਾ ਸੰਵਿਧਾਨ ਦੀ। ਪਰ ਇਹਨੇ ਕਹਿ ਦਿੱਤਾ ਭਗਵੰਤ ਮਾਨ ਨੇ ਕਿ ਉਲੰਘਣਾ ਕੋਈ ਨਹੀਂ ਹੈਗੀ। ਮੈਂ 3 ਕਰੋੜ ਲੋਕ ਨੇ ਜਿਹੜੇ ਬੈਠੇ ਪੰਜਾਬ ਦੇ, ਉਹਨਾਂ ਨੂੰ ਨਹੀਂ ਜਵਾਬ ਦੇਵਾਂਗਾ, ਉਹਨਾਂ ਲਈ ਨਹੀਂ ਆਨਸਰੇਬਲ ਹੋਊਗਾ, ਅਤੇ ਮੈਂ ਉਲੰਘਣਾ ਕਰ ਰਿਹਾ। ਜਿਨ੍ਹਾਂ ਨੇ ਮੈਨੂੰ ਚੁਣ ਕੇ ਖਿਲਾਇਆ, ਮੈਂ ਇਹਨਾਂ ਦੀ ਉਲੰਘਣਾ ਨਹੀਂ ਕਰ ਰਿਹਾ। ਮੈਂ ਗਵਰਨਰ ਦੀ ਜੇ ਕੋਈ ਗੱਲ ਨਹੀਂ ਮੰਨਦਾ ਤਾਂ ਮੈਨੂੰ ਕੋਈ ਇਹਦੀ ਪਰਵਾਹ ਨਹੀਂ ਹੈਗੀ। ਉਹਨਾਂ ਸਿੱਧੀ ਗੱਲ ਕਹਿਤੀ ਹੈ। ਇਸ ਵੇਲੇ ਟੱਕਰ ਇਹਨਾਂ ਦੀ ਪੂਰੀ ਆਮੋ ਸਾਹਮਣੀ ਹੈ, ਜਿੱਦਾਂ ਹੀ ਆਪੋ 'ਚ ਧੱਕ ਮੜਕਾ ਹੋ ਰਿਹਾ, ਬਸ ਉਹ ਵੈਸੇ ਕਮਾਲ ਦਾ ਮਾਹੌਲ ਬਣਿਆ ਹੋਇਆ ਹੈ ਸਾਡੇ ਸੀਐਮ ਮਾਨ ਤੇ ਸਾਡੇ ਗਵਰਨਰ ਸਾਹਿਬ ਦੇ ਵਿਚਕਾਰ। ਆਏ ਦਿਨ ਨਿਤ ਨਵੀਂ ਖਬਰ ਔਰ ਮੀਡੀਆ ਹਮੇਸ਼ਾ ਮੂੰਹ ਚੁੱਕ ਕੇ ਦੇਖਦਾ ਰਹਿੰਦਾ ਕਿ ਤਾਂ ਕੋਈ ਨਿਊਜ਼ ਮਿਲੇ ਸਹੀ, ਕੋਈ ਲੀਕ ਹੋਏ ਸਹੀ, ਤੇ ਮੈਂ ਹੈਡਲਾਈਨ ਬਣਾਵਾਂ ਤੇ ਮੈਂ ਆਪਣੀ TRP ਲਵਾਂ। ਉਹ ਇਹ ਕਹਿੰਦੇ ਕੋਈ ਸ਼ਾਂਤੀਪੂਰਵਕ ਨਾ ਹੋਵੇ, ਜਿਹੜੀ ਆ ਜੇ ਨਾ ਕੋਈ ਬਣਿਆ ਹੋਵੇ, ਇਹਦੇ ਪਿੱਛੇ ਨਾ ਕੋਈ ਤਾਂ ਰਲ ਗੋਬਾ ਹੋਵੇ, ਕੋਈ ਨਾ ਕੋਈ ਰੌਲਾ ਰਹੇ। ਬਾਕੀ ਮਸਾਲਾ ਲਾਉਣ ਦਾ ਕੰਮ ਮੈਂ ਆਪੇ ਕਰ ਲਾਂਗਾ। ਆਪਾਂ ਬਾਕੀ ਮਸਾਲਾ ਲਾਉਣਾ ਹੀ ਬਸ। ਅਸੀਂ ਆਪਣੇ ਪਲੇਟਫਾਰਮ ਤੋਂ ਜੋ ਸੱਚ ਹੈ ਉਹਨੂੰ ਦੱਸਦੇ ਹਾਂ, ਜੋ ਸੱਚ ਨਹੀਂ ਹੈ ਉਹਦਾ ਜ਼ਿਕਰ ਕਰ ਦਿੰਦੇ ਹਾਂ ਕਿ ਇਹ ਸੱਚ ਨਹੀਂ ਹੈ। ਜੋ ਸੱਚ ਹੈ ਸਿਰਫ ਉਹੀ ਗੱਲ ਕਰਦੇ ਹਾਂ, ਔਰ ਇਹ ਹੈ ਮੀਡੀਆ ਦੀ ਪਛਾਣ ਜੋ ਅਸੀਂ ਆਪਣੇ ਪਲੇਟਫਾਰਮ ਤੋਂ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਗਲੀ ਗੱਲ ਇਹ ਹੈ ਕਿ ਫਿਰ ਤੋਂ ਦੇਖੋ ਮੁੱਦੇ ਹੀ ਮੁੱਦੇ ਨੇ ਔਰ ਮੁੱਦਿਆਂ ਦੀ ਗੱਲ ਆਪਾਂ ਕਰਨੀ ਹੈ। ਅਗਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਸਾਹਿਬ ਨੇ ਕੋਈ ਟੇਢੀ ਟਿੱਪਣੀ ਕਰ ਦਿੱਤੀ ਹੈ ਸਾਡੇ ਸੀਐਮ ਮਾਨ ਤੇ ਹੁਣ ਮੋੜਵਾਂ ਜਵਾਬ ਦਿੱਤਾ ਹੈ। ਸੀਐਮ ਸਾਹਿਬ ਤਾਂ ਵੈਸੇ ਵੀ ਗੱਲ ਕਰਦੇ ਨੇ ਬੜੀ ਜਲੇਬੀ ਵਰਗੀ ਸਿੱਧੀ ਹੁੰਦੀ ਹੈ ਉਹਨਾਂ ਦੀ ਜਦੋਂ ਮਜ਼ਾਕ ਕਰਨ ਚਾਹੁੰਦੇ ਨੇ। ਬਿਲਕੁਲ। ਭਗਵੰਤ ਮਾਨ ਦੀ ਤੇ ਇਹਨਾਂ ਦੀ ਆਪਸੀ ਖਹਿਬਾਜ਼ੀ ਚੱਲ ਰਹੀ ਆ ਸੁਖਬੀਰ ਬਾਦਲ ਦੀ। ਇਹਦੋਂ ਪਹਿਲਾਂ ਨਵਜੋਤ ਸਿੱਧੂ ਨਾਲ ਵੀ ਚੱਲੀ ਇਹਨਾਂ ਦੀ ਬਹੁਤ ਜ਼ਿਆਦਾ, ਜਿਹਦੇ 'ਚ ਉਹਨਾਂ ਦੇ ਕਿਹਾ ਸੀ ਵੀ ਉਹ ਆਂਦਾ ਵੀ ਸਿੱਧੂ ਨੇ ਕਿਹਾ ਵੀ ਆਏ ਦਿਨ ਤਾਂ ਵਿਆਹ ਇਹਨਾਂ ਦੇ ਹੋਈ ਜਾਂਦੇ ਆ। ਉਹ ਆਂਦਾ ਵੀ ਭਗਵੰਤ ਮਾਨ ਨੇ ਕਿਹਾ ਜਦੋਂ ਆਏ 25 ਸਾਲ ਦੇ 28 ਸਾਲ ਦੇ ਜਦੋਂ ਜਵਾਨ ਆਏ ਤਾਂ ਵਿਆਹ ਹੋਣਗੇ। ਆਂਦਾ ਤੁਹਾਡੇ 70 72 ਦੇ ਤਾਂ ਵਿਆਹ ਹੋਣੇ ਹੀ ਨਹੀਂ। ਕਹਿੰਦਾ ਮੈਂ ਵੀ ਜਵਾਨ ਹਾਂ, ਜੇ ਮੈਂ ਵਿਆਹ ਕਰਾ ਲਿਆ, ਅਤੇ ਤੁਹਾਡੇ ਪਿਓ ਨੇ ਵੀ ਕਹਿੰਦਾ 2 ਵਿਆਹ ਕਰਾਏ ਨੇ। ਇਹਨੂੰ ਕਿਹਾ ਨਵਜੋਤ ਸਿੱਧੂ ਨੂੰ, ਔਰ ਇਹਨਾਂ ਨੇ ਜਵਾਬ ਤਾਂ ਤੋੜਵਾ ਦਿੰਦਾ, ਸਿੱਧਾ ਹੀ ਦਿੰਦਾ ਉਹਨਾਂ ਨੂੰ, ਤਾਂ ਦੇਣਾ ਬਣਦਾ ਵੀ ਹੈ। ਪਰ ਉਹ ਵੀ ਛੇੜਖਾਨੀਆਂ ਨਹੀਂ ਕਰਨੀ ਚਾਹੀਦੀ, ਪੋਲੀਟੀਕਲ ਗੱਲ ਕਰਨ, ਪਰਸਨਲ ਗੱਲ ਨਹੀਂ ਕਰਨੀ ਚਾਹੀਦੀ, ਜਾਤੀ ਤੌਰ 'ਤੇ ਨਹੀਂ ਗੱਲ ਕਰਨੀ। ਵਿਆਹ ਕਰਾਉਣਾ ਉਹਨਾਂ ਦਾ ਪਰਸਨਲ ਮਾਮਲਾ ਹੈਗਾ, ਇਹ ਪੋਲੀਟੀਕਲ ਮਾਮਲਾ ਹੀ ਨਹੀਂ। ਇਹਦੇ ਵਿੱਚ ਕੁਝ ਲਿਖਿਆ ਨਹੀਂ ਸੰਵਿਧਾਨ ਦੇ ਵਿੱਚ ਵੀ ਜਿਹੜਾ ਬੰਦਾ ਆਉਂਦਾ ਕੁਆਰਾ ਤੇ ਮੁੜ ਕੇ ਜਦੋਂ ਬਣ ਜਾਂਦਾ MLA ਉਹਨੂੰ ਵਿਆਹ ਕਰਾਉਣ ਦੀ ਇਜਾਜ਼ਤ। ਇੱਕ ਗੱਲ ਦੱਸੋ, ਸਿੱਧੂ ਸਾਹਿਬ ਨੂੰ ਇਨਵਾਈਟ ਨਹੀਂ ਕੀਤਾ ਸੀ ਮਾਨ ਸਾਹਿਬ ਨੇ? ਵਿਆਹ ਤਾਂ ਨਹੀਂ ਕੀਤਾ ਨਾ, ਪਰ ਜਦੋਂ ਇਹ ਮੁੱਖ ਮੰਤਰੀ ਬਣੇ ਪਰ ਉਦੋਂ 3 ਘੰਟੇ ਮਿਲ ਕੇ ਜ਼ਰੂਰ ਆਏ ਆ। ਉਦੋਂ ਮਿਲਣ ਗਏ ਆ, ਉਹਨਾਂ ਨੂੰ ਵਧਾਈ ਦੇ ਕੇ ਆਇਆ, ਮੁੜ ਕੇ ਫਿਰ ਛੇੜਖਾਨੀ ਉਹੀ ਸਾਰਾ ਕੁਝ। ਪਰ ਉਹਨਾਂ ਦੀ ਵਾਈਫ ਨੇ ਕਹਿ ਦਿੱਤਾ ਕਿ ਜਦੋਂ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨਵਜੋਤ ਸਿੱਧੂ ਜੀ ਦਾ, ਨਹੀਂ ਤੇ ਉਸ ਕੁਰਸੀ ਤੇ ਨਾ ਬੈਠੇ ਹੁੰਦੇ। ਹੁਣ ਪਤਾ ਨਹੀਂ ਇਹਦੇ ਵਿੱਚ ਕੀ ਸੱਚ। ਕੇਜਰੀਵਾਲ ਸਾਹਿਬ ਨੇ ਪਹਿਲਾਂ ਇਹਨਾਂ ਨੂੰ ਆਫਰ ਕੀਤਾ ਸੀ, ਕੁਝ ਇਦਾਂ ਦੀਆਂ ਗੱਲਾਂ ਵਿੱਚ ਨਿਕਲਦੀਆਂ ਪਈਆਂ। ਪਰ ਇਹ ਤਾਂ ਕਾਂਗਰਸ 'ਚ ਆ ਗਏ, ਕਾਂਗਰਸ ਤੋਂ ਕਿੱਦਾਂ ਆ ਜਾਣਗੇ ਆਪ 'ਚ? ਆਪ ਦੇ ਬਾਕੀ 92 ਸ਼ਾਇਦ ਲੈ ਕੇ ਜਾਣਾ ਚਾਹੁੰਦੇ ਹੁਣ। ਜਦੋਂ 92 ਬੰਦੇ ਬੈਠੇ ਆ, 92 ਤੋਂ ਉਹਨਾਂ ਨੂੰ ਸਿੱਧੂ ਤੋਂ ਵਰਗਾ ਹੀ ਨਹੀਂ ਕੋਈ ਬੰਦਾ ਲੱਭਾ, ਕੱਲਾ ਸਿੱਧੂ ਹੀ ਲੱਭਦਾ ਰਿਹਾ ਸੀਗਾ। ਪਤਾ ਨਹੀਂ ਕੀ ਪੋਲੀਟੀਕਲ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਆ। ਔਰ ਆਹ ਗੱਲ ਆਪਾਂ ਡਿਸਕਸ ਕਰ ਲਈ ਜਿਹੜੀ ਸੁਖਬੀਰ ਬਾਦਲ ਜੀ ਨੇ ਕਹੀ ਆ। ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਪਾਗਲ, ਸਿੱਧਾ ਕਹਿ ਦਿੱਤਾ। ਜਿੱਦਾਂ ਮੁਹੰਮਦ ਤੁਗਲਕ ਨੂੰ ਵੀ ਇਸ ਤਰ੍ਹਾਂ ਦਾ ਮੂਰਖ ਰਾਜਾ ਕਿਹਾ ਗਿਆ, ਜਿਹੜੇ ਦਿੱਲੀ ਦੇ ਤਖਤ 'ਤੇ ਬੈਠੇ ਸੀਗੇ। ਉਹਨਾਂ ਨੇ ਰਾਜਧਾਨੀ ਬਦਲਤੀ ਸੀਗੀ ਔਰ ਬਹੁਤ ਲੋਕ ਰਾਹ 'ਚ ਮਰ ਗਏ ਸੀਗੇ। ਔਰ ਉਹਨਾਂ ਨੂੰ ਉਸ ਨਿਆਈ ਨਾਲ ਪਾਗਲ ਕਿਹਾ। ਔਰ ਉਹਨਾਂ ਨੇ ਮੁੱਖ ਮੰਤਰੀ ਗਣੇ ਪੰਜਾਬ ਦੇ, ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਗਿਣਤੇ ਆ ਵੀ ਇਹਨਾਂ ਦੀ ਟਰਮਸ ਇੰਨੀ ਸੀਗੀ। ਉਹਨੇ ਜਵਾਬ ਦਿੱਤਾ ਵੀ ਜੇ ਮੂਰਖ ਤਾਂ ਮੈਂ ਆ, ਅਤੇ ਬਾਕੀ ਜਿਹੜੇ ਟਰਮਸ ਹੈਗੀ ਆ ਉਹਦੇ 'ਚ ਕੈਰੋਂ ਸਾਹਿਬ ਵੀ ਬਹੁਤ ਜ਼ਿਆਦਾ ਦੇਰ ਰਹੇ ਆ। ਔਰ ਉਦੋਂ ਬਾਅਦ ਬਾਦਲ ਸਾਹਿਬ 20 ਸਾਲ ਰਹੇ ਹੈ ਨਾ, ਤਾਂ ਬਾਕੀ ਅਮਰਿੰਦਰ ਸਿੰਘ ਕਿੰਨੇ ਦੇਰ ਰਹੇ ਆ, 2 ਟਰਮਸ ਰਹੇ ਆ, ਬਾਕੀ ਸਾਰੇ ਰਹੇ ਆ। ਕਹਿੰਦੇ ਮੈਂ ਮੂਰਖ ਉਹਨਾਂ 'ਚ ਜ਼ਿਆਦਾ ਹੋ ਗਿਆ, ਮੈਂ ਜੇ ਮਸਲੇ ਕੀਤੇ ਜੇ ਤਾਂ ਮੇਰਾ 1.5 ਸਾਲ ਪੂਰਾ ਨਹੀਂ ਹੋਇਆ। ਪਰ ਤੁਸੀਂ ਆਂਦਾ ਪਰ ਤੁਹਾਡੇ ਵਰਗਾ ਮੈਂ ਲੋਟੂ ਤੇ ਲਟੇਰਾ ਤਾਂ ਨਹੀਂ ਹਾਂ। ਮੈਨੂੰ ਸਿੱਧਾ ਗਿਆ ਕਹਿੰਦਾ 20 ਸਾਲ ਤੁਸੀਂ ਲੁੱਟ ਕੇ ਪੰਜਾਬ ਨੂੰ ਸਿਰ ਤੋਂ ਪੈਰਾਂ ਤੱਕ ਲੁੱਟ ਕੇ ਖਾ ਗਏ ਸਾਰਾ ਕੁਝ, ਅਤੇ ਮੈਂ ਜੇ ਇਕੱਲਾ ਹੀ ਹੋਣਾ ਜੇ ਆਇਆ ਅਤੇ ਮੈਨੂੰ ਮੂਰਖ ਕਹਿ ਰਹੇ ਜੇ। ਕਹਿੰਦੇ ਮੇਰੇ ਕੰਮ ਤਾਂ ਵੇਖੋ,
ਤੁਸੀਂ ਤੇਲ ਨਹੀਂ ਵੇਖੋ, ਤੇਲ ਦੀ ਧਾਰ ਤੇ ਵੇਖੋ ਕਿੱਧਰ ਪੈ ਰਹੀ ਹੈ। ਔਰ ਉਹਨਾਂ ਨੇ ਜਵਾਬ ਦੇਣ 'ਚੋਂ ਵੀ ਇਸ ਤਰ੍ਹਾਂ ਦਾ ਹੈਗਾ, ਕਿਉਂਕਿ ਉਹ ਸਟੇਜਾਂ ਤੇ ਜ਼ਿਆਦਾ ਬੋਲਦਾ ਰਿਹਾ। ਸੁਖਬੀਰ ਬਾਦਲ ਵੀ ਮੂੰਹ ਤੋੜਵਾਂ ਜਵਾਬ ਦਿੰਦੇ ਦੋ ਵੀ ਆ, ਪਰ ਇਹਨਾਂ ਦਾ ਹੁਣ ਆਪਸੀ ਲੜਾਈ ਹੈਗੀ ਆ। ਜਿਹੜੇ ਬੱਚੇ ਦੂਜੀ 'ਚ ਪੜ੍ਹਦੇ ਨਹੀਂ ਹੁੰਦੇ, ਤੇਰੀ ਫੱਟੀ ਮਾੜੀ ਆ, ਤੇਰੀ ਸਲੇਟ ਮਾੜੀ ਆ, ਤੇਰੀ ਕਾਚੀ ਮਾੜੀ ਆ, ਤੇਰੀ ਲਿਖਾਈ ਚੁੰਨੀ ਮਾੜੀ ਹੈ ਨਾ, ਤੇਰੀ ਚੰਗੀ ਨਹੀਂ ਹੈ ਨਾ, ਤੇਰਾ ਸਵੈਟਰ ਕਿਹਨੇ ਦਿੱਤਾ ਵਾ, ਤੂੰ ਮੰਗ ਕੇ ਪਾਇਆ ਸੀ, ਤੇਰਾ ਪਜਾਮਾ ਨਹੀਂ ਚੰਗਾ। ਇਹ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਹੋਣੀ ਚਾਹੀਦੀਆਂ। ਔਰ ਨਵਜੋਤ ਸਿੱਧੂ ਦੀ ਆਪਾਂ ਅੱਗੇ ਗੱਲ ਕੀਤੀ ਆ, ਉਹ ਵੀ ਨੁੱਕਰ 'ਚੋਂ ਬੋਲਦੇ ਆ। ਸੁਖਬੀਰ ਬਾਦਲ ਤੀਜੀ ਨੁੱਕਰ ਤੋਂ ਬੋਲਦਾ ਵਾ, ਮੁੜ ਕੇ ਪ੍ਰਤਾਪ ਸਿੰਘ ਬਾਜਵਾ ਚੌਥੀ 'ਚੋਂ ਬੋਲ ਪੈਂਦੇ ਆ, ਵੜਿੰਗ ਸਾਹਿਬ ਪੰਜਵੀਂ 'ਚੋਂ ਬੋਲਦੇ ਆ, ਤੇ ਜਿਹੜੇ ਵਿਚਕਾਰ ਬੈਠਾ ਮਾਨ ਆਪਣਾ ਭਗਵੰਤ ਮਾਨ, ਇਹ ਵੀ ਘੱਟ ਨਹੀਂ ਗਾ। ਇਹ ਵੀ ਉਹਨਾਂ ਦੇ ਜਵਾਬ ਮਜਾਈਆ ਸੀਰੀਅਸ ਜਿਹੜੇ ਨਹੀਂ ਦੇਣੇ ਚਾਹੀਦੇ। ਸਿਆਸਤ ਦੀ ਬੋਲੀ ਇੱਕ ਹੋਰ ਹੁੰਦੀ ਆ, ਪੋਲੀਟੀਕਲ ਸਦਾਚਾਰ ਇੱਕ ਹੋਰ ਹੁੰਦਾ, ਉਹਦੇ 'ਚ ਕੋਡ ਆਫ ਕੰਡਕਟ ਇੱਕ ਹੋਰ ਹੁੰਦਾ। ਤੁਸੀਂ ਕੋਈ ਉਹ ਮੈਂ ਕਿਹਾ ਕਿ ਤੁਸੀਂ ਪੰਜਵੀਂ ਦੇ ਜਮਾਤੀ ਦੇ ਸਟੂਡੈਂਟ ਤਾਂ ਨਹੀਂ ਹੈਗੇ, ਗੱਲ ਇਹ ਔਰ ਅਨਸਿਵਲਾਈਜ਼ਡ ਨਹੀਂ ਗੇ, ਸਿਵਲਾਈਜ਼ਡ ਜੇ, ਪੰਜਾਬ ਦੇ ਪੜ੍ਹੇ ਲਿਖੇ ਬੱਚੇ ਜੇ, ਬੰਦੇ ਜੇ, ਤੁਸੀਂ ਇਹ ਗੱਲਾਂ ਗਲਤ ਕਰਦੇ ਜੇ। ਬਸ ਦੇਖੋ ਬਲਕਾਰ ਜੀ, ਗੱਲ ਇਹ ਆ ਜੀ, ਸੀਐਮ ਸਾਹਿਬ ਉਹਨਾਂ ਦੇ ਉੱਤੇ ਵੀ ਇਦਾਂ ਦੀ ਟਿੱਪਣੀ ਹੁੰਦੀ ਹੈ ਜੀ, ਪੀਐਮ ਸਾਹਿਬ ਤੇ ਵੀ ਹੁੰਦੀ ਹੈ। ਹੁਣ ਗੱਲ ਇਹ ਹੈ ਕਿ ਸੰਵਿਧਾਨ ਦੇ ਮੁਤਾਬਿਕ ਜੋ ਪ੍ਰੋਟੋਕੋਲ ਹੈ, ਇਦਾਂ ਦੇ ਅਹੁਦਿਆਂ ਤੇ ਬੈਠੇ ਹੋਏ ਮੰਤਰੀ ਸਾਹਿਬ ਜੋ ਹੈਗੇ ਨੇ, ਉਹਨਾਂ ਦੇ ਉੱਤੇ ਇਦਾਂ ਦੀ ਟਿੱਪਣੀ ਨਹੀਂ ਹੋਣੀ ਚਾਹੀਦੀ। ਕੋਈ ਭਾਸ਼ਾ ਦੀ ਮਰਿਆਦਾ ਵੀ ਜ਼ਰੂਰੀ ਹੈ। ਤੂੰ ਤੜਾਕ, ਤੂੰ ਪਾਗਲ ਹੈ, ਤੂੰ ਲੋਟੂ ਹੈ, ਇਹ ਕੋਈ ਗੱਲਾਂ ਨੇ। ਮਤਲਬ ਕੀ ਮਿਸਾਲ ਤੁਸੀਂ ਕਾਇਮ ਕਰਦੇ ਪਏ ਹੋ? ਪੜ੍ਹੇ ਲਿਖੇ ਤੁਸੀਂ ਜਿਹੜੇ ਅਹੁਦਿਆਂ ਤੇ ਬੈਠੇ ਹੋਏ ਲੋਕ ਹੋ, ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਇੱਥੇ ਬਿਠਾਇਆ, ਤੇ ਆਹ ਤੁਸੀਂ ਮਿਸਾਲ ਸਾਡੇ ਸਾਹਮਣੇ ਪੇਸ਼ ਕਰਦੇ ਹੋ। ਮਤਲਬ ਆਹ ਕੀ ਕਰਦੇ ਪਏ ਹੋ? ਬੜੀ ਅਜੀਬ ਲੱਗਦੀ ਹੈ ਇਹ ਗੱਲ। ਚਲੋ ਆਪਾਂ ਅੱਗੇ ਵਧੀਏ। ਤੁਸੀਂ ਕਹਿ ਹੀ ਦਿੱਤਾ, ਨਿਆਣਿਆਂ ਵਾਕਣ ਲੜੀ ਜਾਂਦੇ ਨੇ। ਉਹ ਕਹਿੰਦਾ ਮੇਰੀ ਪਾਰਟੀ, ਉਹ ਕਹਿੰਦਾ ਮੇਰੀ ਪਾਰਟੀ, ਮੇਰੀ ਪਾਰਟੀ ਜ਼ਿੰਦਾਬਾਦ। ਉਹ ਵਾਰੀ ਗੱਲ ਬਣੀ ਹੋਈ ਹੈ। ਸਹੀ ਗੱਲ। ਚਲੋ ਆਪਾਂ ਅੱਗੇ ਚੱਲੀਏ ਕਿ ਗੁਜਰਾਤ ਵਿੱਚ ਹੋਏ ਦੰਗਿਆਂ ਤੇ ਨਿਆਂ ਪ੍ਰਣਾਲੀ ਤੇ ਸਵਾਲ ਚੁੱਕੇ ਗਏ ਨੇ। BBC ਦੀ ਡਾਕੂਮੈਂਟਰੀ ਵੀ ਆਈ ਸੀ, ਉਹ ਵੀ ਬੈਨ ਹੋਈ। ਤੇ ਹੁਣ ਨਿਆਂ ਪ੍ਰਣਾਲੀ ਦੇ ਉੱਤੇ ਸਵਾਲ ਕੀ ਨੇ? ਗੁਜਰਾਤ ਦੇ ਵਿੱਚ ਜਿਹੜੇ ਦੰਗੇ ਹੋਏ ਸੀ 2002 ਦੀ ਗੱਲ ਨੂੰ ਫਿਰ ਛੇੜ ਕੇ ਬੈਠੇ ਨੇ, ਗੋਧਰਾ ਕਾਂਡ। ਹਾਂ, ਇਹਦੇ ਵਿੱਚ ਜਦੋਂ ਇਹ ਦੰਗੇ ਹੋਏ ਆ, ਉਹਦੇ ਵਿੱਚ ਜਦੋਂ ਰੇਲ ਯਾਤਰੀ ਸੀਗੇ ਡੱਬਿਆਂ 'ਚ ਬੰਦ ਕਰਕੇ ਸਾੜ ਦਿੱਤੇ ਗਏ। ਉਹਦੇ ਵਿੱਚ ਕੁਛ ਜਿਹੜੇ ਘੱਟ ਗਿਣਤੀ ਦੇ ਲੋਕ ਸੀਗੇ, ਔਰ ਉਹਨਾਂ ਵੱਲੋਂ ਜਦੋਂ ਕੇਸ ਦਾਇਰ ਕੀਤੇ ਗਏ, ਉਹ ਕੇਸ ਇੰਨੇ ਲੰਬੇ ਜੁਡੀਸ਼ਰੀ 'ਚ ਗਏ, ਔਰ ਉਹਨਾਂ 'ਤੇ ਕੋਈ ਸੁਣਵਾਈ ਅੱਜ ਤੱਕ ਨਹੀਂ ਹੋਈ। 2002 ਤੋਂ ਹੁਣ ਤੱਕ ਉਹਦੇ 'ਤੇ ਕੋਈ ਗੱਲਬਾਤ ਨਹੀਂ ਹੋਈ। ਫਿਰ ਡਾਕੂਮੈਂਟਰੀ ਵੀ ਬਣ ਗਈ। ਡਾਕੂਮੈਂਟਰੀ ਜਿਹੜੀ ਬਣੀ ਆ, ਉਹ BBC ਨੇ ਬਣਾਈ ਹੈ, ਔਰ BBC ਦਾ ਨਾਂ ਤਾਂ ਬਹੁਤ ਵੱਡਾ ਨਾਂ ਹੈ। ਜਦੋਂ ਇਹਨਾਂ ਦੀ ਕੋਈ ਫਿਲਮ ਆਉਂਦੀ ਹੈ ਜਾਂ ਕੋਈ ਡਾਕੂਮੈਂਟਰੀ ਬਣਦੀ ਹੈ, ਦਸਤਾਵੇਜ਼ੀ ਫਿਲਮ ਬਣਦੀ ਹੈ, ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਸੱਚ ਹੁੰਦਾ, ਔਰ ਕੁਛ ਇਹ ਹੁੰਦਾ ਜਿਹੜੀ ਫੀਚਰ ਫਿਲਮ ਆ, ਇਹ ਕ੍ਰੀਏਟ ਕੀਤੀ ਸਟੋਰੀ ਹੁੰਦੀ ਹੈ। ਔਰ ਜਿਹੜੀ ਡਾਕੂਮੈਂਟਰੀ ਫਿਲਮ ਹੈ, ਇਹਦੇ ਵਿੱਚ ਫੈਕਟ ਹੁੰਦੇ ਆ, ਇਹਦੇ ਵਿੱਚ ਐਲੀਮੈਂਟ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਵਾਪਰੇ ਹੁੰਦੇ ਆ, ਔਰ ਹਾਦਸੇ ਹੁੰਦੇ ਆ, ਔਰ ਉਹਦੇ 'ਚ ਪੂਰੀ ਜਿਹੜੀ ਹੈ ਡੇਟ ਵਾਈਜ਼ ਇਹਨੂੰ ਡਿਸਕਸ ਕਰਾਇਆ ਜਾਂਦਾ। ਔਰ ਇਹ ਵੀ ਬੈਨ ਹੋ ਗਈ। ਔਰ ਹੁਣ ਤੀਜੀ ਉਂਗਲ ਜਿਹੜੀ ਹੈ ਜੁਡੀਸ਼ਰੀ 'ਤੇ ਆ ਗਈ ਕਿ ਜੋ ਕੁਝ ਹੋਇਆ, ਉਹ ਲੋਕ ਜਿਹੜੇ ਹਾਦਸਾਗ੍ਰਸਤ ਸੀਗੇ, ਜਿਨ੍ਹਾਂ ਨੇ ਹਾਦਸੇ ਕੀਤੇ ਆ, ਜਿਨ੍ਹਾਂ ਦੇ ਇਨਵੋਲਵ ਸੀਗੇ, ਜਦੋਂ ਉਹਨਾਂ 'ਤੇ ਹੋਈ ਕੋਈ ਗਵਾਹ ਮੁੱਕਰ ਗਏ, ਕੋਈ ਗਵਾਹ ਨਹੀਂ ਆਏ, ਔਰ ਉਹਨਾਂ ਨੂੰ ਬਿਲਕੁਲ ਚਿੱਟੇ ਦਿਨ 'ਚ ਰਿਹਾ ਕਰ ਦਿੱਤਾ, ਛੱਡ ਦਿੱਤਾ। ਜਿਸ ਤਰ੍ਹਾਂ ਬਿਲਕਿਸ ਬਾਨੋ ਦਾ ਕੇਸ ਹੋਇਆ ਸੀਗਾ, ਉਹਦੇ 'ਚ 11 ਬੰਦੇ ਇੱਕ ਦਿਨ 'ਚ ਛੱਡ ਕੇ ਭੇਜ ਦਿੱਤੇ। ਔਰ ਇਸ ਕੇਸ 'ਤੇ ਜਿਹੜੇ ਬੰਦੇ ਸੀ ਪੈਰੋਲ 'ਤੇ ਬਾਹਰ ਆਉਂਦੇ ਰਹੇ, ਉਹ ਉੱਥੇ ਟਿਕ ਕੇ ਬੈਠੇ ਨਹੀਂ, ਉਹਨਾਂ 'ਤੇ ਕੋਈ ਇਸ ਤਰ੍ਹਾਂ ਦਾ ਸਜ਼ਾ ਨਹੀਂ ਦਿੱਤੀ ਗਈ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੋਈ ਮਾੜਾ ਕੰਮ ਕੀਤਾ। ਉਹ ਬਿਲਕੁਲ ਰਿਹਾ ਹੋ ਗਏ। ਉਹਨਾਂ ਨੂੰ ਇਸ ਤਰ੍ਹਾਂ ਛੱਡਿਆ ਗਿਆ ਕਿ ਇਹਨਾਂ ਕੀਤਾ ਕੱਖ ਨਹੀਂ ਹੈਗਾ। ਫਿਰ ਇਹ ਕਰਨ ਵਾਲਾ ਕੌਣ ਸੀਗਾ? ਕੋਈ ਪਾਕਿਸਤਾਨ 'ਚੋਂ ਤਾਂ ਆਏ ਨਹੀਂ ਸੀ ਲੋਕ, ਜਾਂ ਉੱਥੇ ਉੱਦਾਂ ਦਾ ਨਾਂ ਲੈ ਦਿੰਦੇ, ਜਾਂ ਕਹਿੰਦੇ ਕੋਈ ਇੰਗਲੈਂਡ ਤੋਂ ਲੋਕ ਆਏ ਸੀਗੇ, ਜਾਂ ਕੋਈ ਹੋਰ ਸੱਤਾਧਾਰੀ ਪਾਰਟੀ ਤੋਂ ਆ ਗਏ ਸੀਗੇ, ਔਰ ਉਹ ਪਤਾ ਨਹੀਂ ਲੱਗ ਰਿਹਾ ਵੀ ਕੌਣ ਕਰ ਗਿਆ। ਜਿਨ੍ਹਾਂ ਦੇ ਨਾਂ ਆ ਗਿਆ ਉਹ ਰਿਹਾ ਹੋ ਗਏ। ਇਸ ਕਰਕੇ ਜੁਡੀਸ਼ਰੀ 'ਤੇ ਇਹ ਹੋ ਗਿਆ। ਪਰ ਜੁਡੀਸ਼ਰੀ ਕਹਿੰਦੀ ਕਿ ਮੇਰੇ ਕੋਲ ਨਾ ਤਾਂ ਗਵਾਹ ਵਾ, ਨਾ ਕੋਈ ਮੇਰਾ ਕੋਈ ਪਤਾ ਲੱਗਾ ਕੌਣ ਨੇ ਕੇਸ ਕੀਤਾ ਵਾ। ਪੈਰੋਲ 'ਤੇ ਗਏ ਸੀ ਬੰਦੇ, ਬਾਕੀ ਬਾਅਦ 'ਚ ਉਹਨਾਂ ਨੂੰ ਪੈਰੋਲ ਦਿੱਤੀ ਗਈ, ਉਹ ਵਾਪਸ ਆ ਗਏ। ਫਿਰ ਵਾਪਸ ਆਉਣ ਤੋਂ ਬਾਅਦ ਫਿਰ ਪੈਰੋਲ ਮੰਗੀ, ਪੈਰੋਲ 'ਤੇ ਪੈਰੋਲ ਮਿਲਦੀ ਰਹੀ, ਔਰ ਸਾਰਾ ਕੁਝ ਹੋਇਆ। ਇਹਦੇ ਵਿੱਚ ਜਿਹੜੇ ਨਿਆਂ ਜਾਂਚ ਵਾਲੇ ਜਾਂ ਐਕਸਪਰਟ ਨੇ, ਜਿਹੜੇ ਕਾਨੂੰਨ ਨੂੰ ਜਾਣਦੇ ਨੇ, ਲਾਅ ਨੂੰ ਪੜ੍ਹਿਆ ਉਹਨਾਂ ਨੇ, ਉਹਨਾਂ ਨੂੰ ਪਤਾ ਲੱਗਾ ਕਿ ਸਾਰਾ ਕੁਝ ਜਿਹੜਾ ਹੈਗਾ ਜੁਡੀਸ਼ਰੀ ਵੱਲੋਂ ਨਾ ਕਰਨਯੋਗ ਹੈਗਾ। ਸਾਡੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਜੀ, ਜੋ ਸਾਡੇ ਸਾਹਮਣੇ ਆ ਰਹੇ ਹੈ, ਹਰ ਇਨਸਾਨ ਡਰਿਆ ਹੋਇਆ। ਸਹੀ ਗੱਲ। ਹਰ ਇਨਸਾਨ ਇਹ ਸੋਚਦਾ ਪਤਾ ਨਹੀਂ ਕਿਸ ਵੇਲੇ ਮੇਰੇ ਨਾਲ ਕੀ ਹੋ ਜਾਣਾ, ਕੀ ਹੋ ਸਕਦਾ, ਮੈਨੂੰ ਨਹੀਂ ਪਤਾ। ਇੰਨਾ ਰਿਸਕੀ ਹੋ ਚੁੱਕਾ ਹੈ ਜੀਵਨ ਅੱਜ ਦੀ ਡੇਟ ਦੇ ਵਿੱਚ ਸਾਡੇ ਮੁਲਕ ਦੇ। ਕੋਈ ਪਲ ਵੀ ਜਿਹੜਾ ਸੁੱਖ ਵਾਲਾ ਨਹੀਂਗਾ, ਕੋਈ ਘੜੀ ਸੁੱਖ ਵਾਲੀ ਨਹੀਂ। ਕਦੋਂ ਕਿਸ ਵੇਲੇ ਕੀ ਕੁਝ ਹੋ ਜਾਣਾ, ਇਹ ਹੁੰਦਾ। ਕੀ ਅਗਲੇ ਫਿਊਚਰ ਵਿੱਚ ਕੀ ਵਾਟ ਹੈਪਨ, ਉਹਦੇ ਬਾਰੇ ਨਹੀਂ ਪਤਾ।
ਕਈ ਜਿਹੜੇ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਇਨਸਾਨ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਮੁਲਕ ਵਾਲੀ ਕਿਹੜੀ ਗੱਲ ਰਹਿ ਗਈ ਹੈ ਇਹਦੇ ਵਿੱਚ। ਅੱਛਾ, ਇੱਥੋਂ ਤੱਕ ਗੱਲ ਕਰਦੇ ਪਏ ਨੇ ਵੀ ਜਿਹੜੀ ਸੋਵਰਨਟੀ ਹੁੰਦੀ ਦੇਸ਼ ਦੇ ਵਿੱਚ, ਪ੍ਰਭੂ ਸੱਤਾ ਸੰਪੰਨ ਹੁੰਦੀ, ਉਹ ਹੈ ਨਹੀਂ। ਆਤਮਾ ਗਾਇਬ ਹੋ ਗਈ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਔਰ ਬਹੁਤ ਘੱਟ ਲੋਕ ਨੇ ਜਿਹੜੇ ਮਤਲਬ ਇਹ ਗੱਲ ਕਰਦੇ ਨੇ ਕਿ ਇਦਾਂ ਨਹੀਂ ਹੋਣਾ ਚਾਹੀਦਾ। ਜੋ ਅੱਗੇ ਵੱਧ ਕੇ ਗੱਲ ਕਰਦੇ ਨੇ ਉਹਨਾਂ ਨੂੰ ਵੀ ਰਿਸਕ ਰਹਿੰਦਾ। ਔਰ ਅਸੀਂ ਕਈ ਵਾਰ ਦੇਖ ਵੀ ਚੁੱਕੇ ਹਾਂ, ਕਈ ਐਸੇ ਸ਼ਖਸ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਵੀ ਹੋਈ ਜੇ ਉਹਨਾਂ ਨੇ ਬੋਲਡ ਹੋ ਕੇ ਜਾਂ ਖੁੱਲ੍ਹ ਕੇ ਗੱਲ ਕੀਤੀ, ਇਹ ਵੀ ਅਸੀਂ ਦੇਖਦੇ ਹਾਂ। ਸੋ ਟੋਟਲ ਤੁਸੀਂ ਬਿਲਕੁਲ ਜੋ ਇਹ ਗੱਲ ਕੀਤੀ ਕਿ ਪ੍ਰਭੂ ਸੱਤਾ ਉਹ ਕਿੱਥੇ ਗਈ, ਸੋਵਰਨਟੀ ਕਿੱਥੇ ਗਈ ਸਾਡੀ। ਵੈਸੇ ਜੰਗਲੀ ਰਾਜ ਦਾ ਆਪਾਂ ਗੱਲ ਕਰਦੇ ਨੇ, ਸੁਣਿਆ ਵੀ ਆ, ਪੜ੍ਹਿਆ ਵੀ ਆ। ਆਦਿ ਮਨੁੱਖ ਜੰਗਲੀ ਰਾਜ ਹੁੰਦਾ ਸੀਗਾ, ਅਨਸਿਵਲਾਈਜ਼ਡ ਲੋਕ ਹੁੰਦੇ ਸੀਗੇ। ਉਹਨਾਂ ਨੂੰ ਕੋਈ ਤੌਰ ਤਰੀਕਿਆਂ ਦਾ ਨਹੀਂ ਸੀ ਪਤਾ, ਨਹੀਂ ਸੀ ਹੁੰਦਾ, ਕੋਈ ਕਾਨੂੰਨੀ ਕਾਇਦਾ ਨਹੀਂ ਸੀ ਹੁੰਦਾ, ਕੋਈ ਬੋਲਚਾਲ ਦੇ ਵਿੱਚ ਇਹ ਬਿਹਤਰੀਨ ਜਿਹੜੀ ਆ ਭਾਸ਼ਾ ਨਹੀਂ ਸੀ ਹੁੰਦੀ। ਉਹ ਜ਼ਮਾਨਾ ਫਿਰ ਵੀ ਚੰਗਾ ਸੀ, ਲੋਕ ਇੰਨੇ ਪੜ੍ਹੇ ਲਿਖੇ ਤਾਂ ਨਹੀਂ ਸੀਗੇ ਪਰ ਸਮਰੱਥ ਸੀਗੇ, ਫਿਰ ਵੀ ਭਲਾਈ ਦਾ ਕੰਮ ਕਰ ਦਿੰਦੇ ਸੀ, ਕੋਈ ਇਹਦੀ ਉਣਤਾਈ ਨਹੀਂ ਸੀਗੇ। ਜਿਉਂ ਅਸੀਂ ਪੜ੍ਹ ਗਏ, ਜੋ ਅਸੀਂ ਸੋਸ਼ਲਿਜ਼ਮ 'ਚ ਆ ਗਏ, ਜਿਉਂ ਅਸੀਂ ਸਰਕਾਰਾਂ ਬਣਾ ਲਈਆਂ, ਜਦੋਂ ਲੋਕਤੰਤਰ ਆ ਗਿਆ, ਉਹਦੇ ਵਿੱਚ ਸਾਰਾ ਝੰਬੇਲਾ ਉਲਟਾ ਪੈ ਗਿਆ। ਉਹਦੇ ਵਿੱਚ ਕਹਿਣਾ ਕਰਨਾ ਕੁਛ ਅਤੇ ਉਣਤਾਈਆਂ ਜ਼ਿਆਦਾ ਆ ਗਈਆਂ। ਔਰ ਉਹ ਕਹਿੰਦੇ ਅਸੀਂ ਆਹ ਕਰਤਾ ਕੰਮ, ਦੇਖੋ ਕਿੰਨਾ ਵਧੀਆ, ਪਰ ਉਹਦੇ ਵਿੱਚ ਹੈ ਕੱਖ ਨਹੀਂਗਾ। ਉਹ ਝੋਲਾ ਖੋਲ੍ਹੋ ਅਤੇ ਵਿੱਚੋਂ ਕਾਲੀਆਂ ਬਿੱਲੀਆਂ ਨਿਕਲਦੀਆਂ, ਕਾਲਾ ਹਨੇਰਾ ਕਾਲੀ ਬਿੱਲੀ, ਇਹ ਸਾਰਾ ਕੁਛ ਇੱਕੋ ਤਰ੍ਹਾਂ ਦਾ ਹੋ ਗਿਆ ਸਾਰੇ ਪਾਸੇ। ਤੁਸੀਂ ਦੇਖੋ ਹੁਣ ਜਿਹੜਾ ਆਪਾਂ ਪਹਿਲਵਾਨਾਂ ਦਾ ਮੁੱਦਾ ਡਿਸਕਸ ਕੀਤਾ ਹੈ, ਜੀ ਜੀ ਜੀ, ਉਹ ਜੋ ਨਾਬਾਲਿਗ ਲੜਕੀ ਹੈ, ਉਹ ਕਹਿੰਦੀ ਕਿ ਪਹਿਲਾਂ ਉਹਨੇ ਇਲਜ਼ਾਮ ਲਗਾ ਦਿੱਤਾ, FIR ਦੇ ਵਿੱਚ ਇਹ ਗੱਲ ਹੋਈ, ਪੋਕਸੋ ਦੇ ਅੰਡਰ ਕੇਸ ਦਰਜ ਹੋਇਆ, ਫਿਰ ਬਾਅਦ ਵਿੱਚ ਕਹਿੰਦੀ ਹੈ ਕਿ ਨਹੀਂ ਮੈਨੂੰ ਸਿਲੈਕਟ ਨਹੀਂ ਨਾ ਕੀਤਾ ਸੀ, ਇਸ ਕਰਕੇ ਮੈਂ ਇਹ ਇਲਜ਼ਾਮ ਲਾਇਆ। ਉਹ ਇਲਜ਼ਾਮ ਵਾਪਸ ਲੈ ਲਿਆ, ਦਿੱਲੀ ਪੁਲਿਸ ਵੱਲੋਂ ਕਲੀਨ ਚਿੱਟ ਮਿਲ ਗਈ। ਮਤਲਬ ਇਹ ਕੀ ਹੋ ਰਿਹਾ? ਇੱਕ ਗਲਤ ਹੋ ਗਿਆ ਤੇ ਦੂਜੀ ਤਰ੍ਹਾਂ ਉਹਨਾਂ ਸਾਰੇ ਗਲਤ ਕਰਤੇ। ਉਹਨਾਂ ਕਿਹਾ ਬਾਕੀ ਵੀ ਇਸੇ ਨਮੂਨੇ ਵੀ ਇਦਾਂ ਦੇ ਹੀ ਹੋਣਗੇ, ਵੀ ਇਸੇ ਨਮੂਨੇ 'ਚ ਆ ਗਏ। ਕੇਸ ਕਮਜ਼ੋਰ ਹੋ ਗਿਆ। ਕੇਸ ਕਮਜ਼ੋਰ ਹੋ ਗਿਆ। ਕਿ ਜੇ ਇਹ ਲੜਕੀ ਕਹਿਣਗੇ ਝੂਠ ਬੋਲਦੀ ਪਈ ਹੈ ਤੇ ਇਸ ਰੈਫਰੈਂਸ ਨਾਲ ਬਾਕੀ ਵੀ ਝੂਠ ਬੋਲਦੇ ਪਏ ਨੇ। ਕੋਈ ਗੱਲ ਵਿੱਚੋਂ ਹੋਰ ਹੈਗੀ ਆ। ਮਤਲਬ ਗੱਲ ਬਿਲਕੁਲ ਸਹੀ ਗੱਲ ਹੈਗਾ। ਇਹ ਪਹਿਲਾਂ ਤਾਂ ਜਦੋਂ ਬਿਆਨਬਾਜ਼ੀ ਹੋਈ ਹੈ, FIR ਲੌਜ ਹੋ ਗਈ, ਸਾਰਾ ਕੁਝ ਪੁਲਿਸ ਨੇ ਵੇਖਿਆ ਤੇ ਤਾਂ ਦੀ FIR ਲੌਜ ਹੋਈ ਹੈ। ਮੁੜ ਕੇ FIR ਕਿਉਂ ਕਮਜ਼ੋਰ ਹੋ ਗਈ? ਮੁੜ ਕੇ ਇਹ ਤੋਂ ਬਾਅਦ ਜਿਹੜੀ ਤਬਦੀਸ਼ ਆ ਜੋ ਇਹਦੇ 'ਤੇ ਇਸਤਗਾਸਾ ਕੀਤਾ ਗਿਆ, ਉਹ ਕਿਉਂ ਕਮਜ਼ੋਰ ਹੋ ਗਿਆ? ਇਹ ਨਹੀਂ ਪਤਾ ਲੱਗਦਾ ਹੁੰਦਾ। ਇੱਕ ਧਿਰ ਕਹਿੰਦਾ ਹੈ ਕਿ ਗਵਰਨਮੈਂਟ ਬਚਾਉਣਾ ਚਾਹੁੰਦੀ ਹੈ ਆਪਣੇ ਮਿਨਿਸਟਰ ਨੂੰ, ਇੱਕ ਧਿਰ ਕਹਿੰਦਾ ਹੈ ਕਿ ਪੁਲਿਸ ਦੇ ਨਾਲ ਮਿਲੀ ਭਗਤ ਹੈ, ਇੱਕ ਧਿਰ ਕਹਿੰਦਾ ਹੈ ਕਿ ਨਹੀਂ ਇਹ ਸੱਚ ਹੈ ਔਰ ਸੱਚਾਈ ਬਾਹਰ ਆਏਗੀ। ਮਤਲਬ ਇਹ ਹੈ ਕਿ ਕੀ ਚੱਲ ਰਿਹਾ, ਦੇਸ਼ ਵਾਸੀਆਂ ਨੂੰ ਕੁਝ ਕਲੀਅਰ ਨਹੀਂ ਹੈ। ਕਾਨੂੰਨ ਦੀ ਸਥਿਤੀ ਕੀ ਹੈ ਨਹੀਂ ਪਤਾ, ਐਡਮਿਨਿਸਟ੍ਰੇਸ਼ਨ ਦੀ ਸਥਿਤੀ ਕੀ ਹੈ ਨਹੀਂ ਪਤਾ, ਪਾਰਲੀਮੈਂਟ ਦੀ ਸਥਿਤੀ ਕੀ ਹੈ ਨਹੀਂ ਪਤਾ, ਹਰ ਪਾਸੇ ਕਨਫਿਊਜ਼ਨਸ ਨੇ। ਔਰ ਮੀਡੀਆ ਤਾਂ ਅੱਗੇ ਹੀ ਬੱਲੇ ਬੱਲੇ ਹੈ, ਦੇਖਦੇ ਹੀ ਪਏ। ਪਰ ਦਿੱਲੀ 'ਚ ਜਦੋਂ ਦਾ ਝੰਬੇਲਾ ਪਿਆ, ਜਾਂਦਾ ਪਿਆ, ਕਿੰਨੇ ਮਹੀਨੇ ਹੋ ਗਿਆ, ਜੰਤਰ ਮੰਤਰ 'ਚ ਉਦੋਂ ਤੱਕ ਪਹਿਲਵਾਨ ਵੀ ਉੱਥੇ ਬੈਠੇ ਆ, ਪੁਲਿਸ ਵੀ ਉੱਥੇ ਬੈਠੀ ਆ, ਗੱਡੀਆਂ ਵੀ ਚੱਲ ਰਹੀਆਂ ਹੈਗੀਆਂ, ਜੁਡੀਸ਼ਰੀ ਦੇ ਲੋਕ ਵੀ ਬੈਠੇ ਆ। ਕਿੰਨਾ ਜਿਹੜਾ ਸਾਡੀ ਅਰਥ ਵਿਵਸਥਾ ਨੂੰ ਜਿਹੜਾ ਉਹ ਲੱਗਦਾ ਪਾੜਾ, ਔਰ ਉਹਦੇ ਵਿੱਚ ਕਿੰਨਾ ਪੈਸਾ ਬਰਬਾਦ ਹੁੰਦਾ, ਅਤੇ ਉਹਦਾ ਨਿਕਲਣਾ ਕੀ ਹੈਗਾ? ਕੁਛ ਵੀ ਨਹੀਂ ਨਿਕਲਿਆ। ਨੀਗਾ ਕੋਈ ਪੁੱਟਿਆ ਪਹਾੜ 'ਤੇ ਨਿਕਲਿਆ ਕੁਛ ਵੀ ਨਹੀਂ, ਬਸ ਉਹ ਹੈਗਾ ਨਿਕਲਿਆ ਚੂਹਾ। ਹੁਣ ਇੰਨਾ ਕੁਛ ਖਰਚਾ ਕਰਕੇ ਤੁਸੀਂ ਸੈਂਟਰ ਦੇ ਕੈਪੀਟਲ 'ਚ ਬੈਠੇ, ਰਾਜਧਾਨੀ 'ਚ ਬੈਠੇ ਜੇ, ਔਰ ਉਹਦੇ ਵਿੱਚ ਪੱਤਰਕਾਰ ਵੀ ਜਾ ਰਹੇ ਆ, ਅਖਬਾਰਾਂ ਵੀ ਛਪ ਰਹੀਆਂ, ਮੀਡੀਆ ਵੀ ਤੁਰਿਆ ਫਿਰਦਾ। ਉਹਦੇ ਬਾਅਦ ਕੀ ਨਿਕਲਿਆ? ਕੈਂਸਲ ਕਰ ਦਿਓ ਜੀ। ਇਹ ਕੀ ਦੇਸ਼ ਹੈ ਅਤੇ ਕੀ ਅਸੀਂ ਗੱਲ ਕਰ ਰਹੇ ਹਾਂ ਅਤੇ ਕੀ ਸਾਡੀ ਜਿਹੜੇ ਨੇਤਾ ਨੇ ਉਹ ਕਰ ਰਹੇ ਆ, ਔਰ ਪੁਲਿਸ ਕੀ ਕਰ ਰਹੀ ਆ, ਔਰ ਪਹਿਲਵਾਨ ਕੀ ਕਰ ਰਹੇ ਆ? ਇਹ ਤਿੰਨਾਂ ਦੇ ਵਿੱਚ ਹੀ ਕੁਛ ਨਾ ਕੁਛ ਤਾਂ ਹੈ ਨਾ। ਹਾਲਾਤ ਕੀ ਚੱਲਦੇ ਪਏ ਨੇ, ਲੋਕਾਂ ਕੋਲ ਰੋਟੀ ਨਹੀਂ ਖਾਣ ਨੂੰ। ਸਹੀ ਗੱਲ, ਇਹ ਹਾਲਾਤ ਬਣੇ ਪਏ ਨੇ। ਅਸੀਂ ਕਹਿੰਦੇ ਹਾਂ ਅਸੀਂ ਵਿਸ਼ਵ ਗੁਰੂ ਬਣਨ ਵੱਲ ਵੱਧਦੇ ਪਏ ਹਾਂ, ਸਾਡੀ ਸਾਰੇ ਵਿਸ਼ਵ 'ਚ ਬੱਲੇ ਬੱਲੇ ਹੋਈ ਪਈ ਹੈ, ਅਸੀਂ ਵਿਸ਼ਵ ਦੇ ਪਪੂਲਰ ਨੇਤਾ ਵਜੋਂ ਜਾਣੇ ਜਾਂਦੇ ਹਾਂ। ਮਤਲਬ ਇੱਥੋਂ ਦੀਆਂ ਗੱਲਾਂ। ਵੈਸੇ ਫੈਸਲਾ ਸੁਣ ਕੇ ਲੋਕ ਬੜੇ ਹੈਰਾਨ ਹੋ ਗਏ। ਇਹ ਅਸੀਂ ਸਾਡਾ ਮੀਡੀਆ ਵੱਲੋਂ ਨਹੀਂ, ਜਾਂ ਅਸੀਂ ਮੀਡੀਆ ਵੱਲੋਂ ਬੋਲ ਰਹੇ ਹਾਂ, ਅਸੀਂ ਇਕੱਲੇ ਨਹੀਂ ਹੈਗੇ। ਅਖਬਾਰਾਂ ਵਾਲੇ, ਪ੍ਰਿੰਟ ਮੀਡੀਆ ਦੇ ਨਾਲ ਜਿਹੜਾ ਇਲੈਕਟ੍ਰੋਨਿਕਸ ਮੀਡੀਆ, ਜਿੰਨੇ ਸੂਝਵਾਨ ਲੋਕ ਬੈਠੇ ਨੇ, ਯੂਨੀਵਰਸਿਟੀਆਂ ਦੇ ਕਾਲਜ ਦੇ ਪ੍ਰੋਫੈਸਰ, ਬੱਚੇ, ਜਿੰਨੇ ਬੱਚਿਆਂ ਦਾ ਧਿਆਨ ਸੀ ਉੱਧਰ ਵੀ ਕੀ ਹੋ ਰਿਹਾ, ਸਾਰਿਆਂ ਦੇ ਅਸੀਂ ਨਹੀਂ ਇਕੱਲੇ ਕਹਿ ਰਹੇ, ਲੋਕ ਇਸ ਗੱਲ 'ਤੇ ਬਹੁਤ ਜ਼ਿਆਦਾ ਹੈਰਾਨ ਹੋ ਗਏ। ਬਿਲਕੁਲ ਸਹੀ ਗੱਲ ਹੈ। ਔਰ ਜੇ ਗੱਲ ਕਰੋ ਤਾਂ ਕਹਿਣਗੇ ਜਿਨ੍ਹਾਂ ਨੇ ਰੋਣਾ ਜੀ ਉਹ ਤਾਂ ਰੋਂਦੇ ਹੀ ਰਹਿੰਦੇ ਨੇ। ਉਹ ਰੋਂਦੇ ਰਹਿੰਦੇ ਨਹੀਂ ਹੈ, ਰੋਣ ਵਾਲੀ ਗੱਲ ਨਹੀਂ ਹੁੰਦੀ ਇਹਦੇ 'ਚ। ਗੱਲ ਇਹ ਹੈ ਤੁਹਾਨੂੰ ਰੱਜ ਕੇ ਖਾਣ ਨੂੰ ਮਿਲਦੀ ਹੈ, ਇਸ ਕਰਕੇ ਤੁਹਾਨੂੰ ਗੱਲਾਂ ਫੁਰਦੀਆਂ ਨੇ। ਸਹੀ ਗੱਲ। ਤੁਹਾਨੂੰ ਪੁਲ ਦੇ ਥੱਲੇ ਸਵਾਇਆ ਹੋਵੇ ਤੇ ਢਿੱਡ ਭਰ ਕੇ ਰੋਟੀ ਨਾ ਦਿੱਤੀ ਹੋਵੇ ਤੇ ਪਾਉਣ ਨੂੰ ਚੰਗੇ ਕੱਪੜੇ ਨਾ ਹੋਣ ਤੇ ਥੱਲੇ ਬਿਸਤਰਾ ਨਾ ਹੋਵੇ ਤੇ ਤੁਹਾਨੂੰ ਲੱਗੇ ਪਤਾ ਕਿ ਸੜਕਾਂ ਤੇ ਸੌਣਾ ਕੀ ਹੁੰਦਾ, ਤੇ ਫਿਰ ਤੁਹਾਨੂੰ ਪੁੱਛਾਂਗੇ ਕਿ ਕੌਣ ਰੋਂਦਾ ਤੇ ਕੌਣ ਨਹੀਂ ਰੋਂਦਾ। ਮਤਲਬ ਇਸ ਗੱਲ ਇਹ ਹੈ ਕਿ ਇਸ ਵੇਲੇ ਤੁਸੀਂ ਪੋਜੀਸ਼ਨ 'ਚੋਂ
ਤੁਹਾਡੇ ਪੱਲੇ ਪਾਵਰ ਹੈ, ਤੁਹਾਡੇ ਕੋਲ ਰੋਟੀ ਹੈ, ਸਭ ਕੁਝ ਹੈ, ਯੂ ਹੈਵ ਐਵਰੀ ਫੈਸਿਲਿਟੀ, ਔਰ ਉਹ ਵੀ ਪਬਲਿਕ ਮਨੀ ਦੇ ਉੱਤੇ, ਟੈਕਸ ਪੇਅਰਸ ਦੀ ਮਨੀ ਦੇ ਉੱਤੇ, ਤੁਹਾਡੇ ਕੋਲ ਸਭ ਕੁਝ ਹੈ ਤੇ ਤੁਸੀਂ ਗੱਲਾਂ ਕਰਦੇ ਹੋ। ਤੇ ਜਿਹੜੇ ਕਹਿੰਦੇ ਨੇ ਕਿ ਸਾਡੀਆਂ ਲੋੜਾਂ ਦੇਖੋ, ਸਾਡੀਆਂ ਜ਼ਰੂਰਤਾਂ ਪੂਰੀਆਂ ਕਰੋ, ਉਹ ਨਹੀਂ। ਹਾਂ, ਭੁੱਖਿਆਂ ਨੂੰ ਰਾਸ਼ਨ ਦਿੰਦੇ ਪਏ ਆ ਜੀ, ਗਰੀਬਾਂ ਨੂੰ ਰੋਟੀ ਦਿੰਦੇ ਪਏ ਆ, ਉਹ ਨੌਕਰੀਆਂ ਦਿਓ, ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ, ਉਹਦਾ ਤੁਸੀਂ ਆਪਣਾ ਵੋਟ ਬੈਂਕ ਤਿਆਰ ਕਰਦੇ ਪਏ ਹੋ ਕਿ ਦੇਖੋ ਅਸੀਂ ਤੁਹਾਨੂੰ ਰੋਟੀ ਦਿੰਦੇ ਪਏ ਆ, ਤੁਹਾਨੂੰ ਅਨਾਜ ਦਿੰਦੇ ਪਏ ਆ, ਵੋਟ ਸਾਨੂੰ ਪਾਈਓ। ਉਹ ਕਈ ਵਾਰ ਤੁਸੀਂ ਦੇਖੋਗੇ ਅਨਾਜ ਦੇ ਥੈਲਿਆਂ ਦੇ ਉੱਤੇ ਫੋਟੋਆਂ ਲੱਗੀਆਂ ਹੁੰਦੀਆਂ ਨੇ। ਜਿੰਨੇ ਇਸ਼ੂ ਆਉਂਦੇ ਆ, ਜਿੰਨੇ ਮੁੱਦੇ ਆਉਂਦੇ ਆ, ਉਹ ਪਹਿਲਾਂ ਤਾਂ ਐਸਾ ਛਾਇਆ ਹੁੰਦੇ ਆ, ਐਸਾ ਲੋਕਾਂ ਤੱਕ ਜਲ ਜਾਂਦੇ ਆ, ਲੋਕਾਂ ਦੇ ਲਾ ਹੁਣ ਕੁਛ ਨਾ ਕੁਛ ਹੋਊਗਾ। ਜਿੰਨੇ ਵੀ ਅਜੇ ਤੱਕ ਆਇਆ, ਉਹ ਤੋਂ ਬਾਅਦ ਜਦੋਂ ਆਇਆ ਤਾਂ ਉਹ ਨਿਕਲਿਆ, ਉਹਦੇ 'ਚੋਂ ਕੁਛ ਵੀ ਨਹੀਂ ਗਾ। ਮੁੱਦਾ ਸਾਰੇ ਦਾ ਸਾਰਾ ਉੱਥੇ ਸਮੇਟ ਕੇ, ਔਰ ਉਹ ਜਿਹਨੇ ਮੁੱਦਾ ਅੱਗੇ ਲੈ ਕੇ ਆਂਦਾ ਉਹਨੂੰ ਝੂਠਾ ਕਰ ਦਿੰਦੇ ਆ, ਜਿਹਦੇ ਤੋਂ ਹੋਇਆ ਉਹਨੂੰ ਝੂਠਾ ਕਰ ਦਿੰਦੇ ਆ, ਜਿਹਨੇ ਕੀਤਾ ਹੈਗਾ ਉਹ ਸੱਚਾ। ਇਸੇ ਤਰ੍ਹਾਂ ਪੰਜਾਬ 'ਚ ਵੀ ਹੋ ਰਿਹਾ, ਇਸੇ ਤਰ੍ਹਾਂ ਹਰ ਸੂਬੇ 'ਚ ਹੋ ਰਿਹਾ, ਜਿੱਥੇ ਜਿੱਥੇ ਵੀ ਹੈ ਉਹ ਫਿਰ ਉਹ ਜ਼ਮਾਨਤਾਂ ਮਿਲ ਜਾਂਦੀਆਂ ਫਿਰ ਉੱਤੇ। ਦੇਖੋ ਬਲਕਾਰ ਜੀ, ਸੈਲਫ ਪ੍ਰਮੋਸ਼ਨ ਹੋ ਰਹੀ ਹੈ ਪਾਰਟੀ ਦੀ ਔਰ ਆਪਣੀ, ਆਪਣੇ ਪੋਲੀਟੀਕਲ ਕੈਰੀਅਰ ਨੂੰ ਸਾਹਮਣੇ ਰੱਖ ਕੇ ਸੈਲਫ ਪ੍ਰਮੋਸ਼ਨ ਹੋ ਰਹੀ ਹੈ। ਇੰਨੀ ਕੁ ਗੱਲ ਕਰਨਗੇ, ਜਿਹੜੇ ਪੋਸਟਰ ਲੱਗ ਜਾਣਗੇ, ਉਹ ਕੱਛਾਂ 'ਚ ਹੱਥ ਦੇ ਕੇ ਪੋਸਟਰ ਖਿਚਵਾਈ ਹੋਈ ਫੋਟੋਆਂ। ਕੀ ਹੈ, ਅਸੀਂ ਇੰਨਾ ਕਰਜ਼ਾ ਮਾਫ ਕਰ ਦਿੱਤਾ, ਉਹ ਠੀਕ ਹੈ, ਆਹ ਪੋਸਟਰ ਕਾਹਦੇ ਲਾ ਕੇ ਇੰਨਾ ਖਰਚਾ ਕਿਉਂ ਕੀਤਾ? ਪਬਲਿਸਿਟੀ ਵਾਸਤੇ ਇੰਨਾ ਖਰਚਾ ਕਿਉਂ ਕੀਤਾ? ਲੋਕਾਂ ਦਾ ਪੈਸਾ ਹੀ ਆ, ਲੋਕਾਂ ਲਈ ਕਾਹਦਾ ਕੀਤਾ? ਤੁਸੀਂ ਆਪਣੀ ਜੇਬ 'ਚੋਂ ਤਾਂ ਨਹੀਂ ਕੀਤਾ। ਅਸੀਂ ਬਿਜਲੀ ਮੁਫਤ ਕਰ ਦਿੱਤੀ, ਫਿਰ ਪੋਸਟਰ ਲਾਉਣ ਦੀ ਕੀ ਲੋੜ ਹੈ? ਨਾ, ਪਹਿਲਾਂ ਰੇਡੀਓ ਤੇ ਅਨਾਉਂਸ ਕਰ ਦਿਓ, ਟੀਵੀ ਤੇ ਅਨਾਉਂਸ ਕਰ ਦਿਓ, ਮੈਨੀਫੈਸਟੋ 'ਚ ਆਇਆ ਸਾਰਾ ਕੁਝ, ਸੋਸ਼ਲ ਮੀਡੀਆ ਤੇ ਅਨਾਉਂਸ ਕਰ ਦਿਓ। ਬਸ ਪੋਸਟਰ ਲਗਾ ਕੇ ਹਰ ਬੰਦਾ ਪੋਸਟਰ ਬॉय ਬਣਿਆ ਹੋਇਆ, ਔਰ ਪੈਸਾ ਕਿਹਦਾ? ਪਬਲਿਕ ਦਾ। ਜਿਹੜਾ ਕੰਮ ਕਰਦਾ ਉਹਦੇ ਲਈ ਤੇ ਹੈਗਾ, ਜਿਹੜਾ ਕਰਦਾ ਵਾ, ਜਿਹੜਾ ਨਹੀਂ ਕਰਦਾ ਉਹ ਵੀ ਐਵੇਂ ਕਹਿੰਦਾ ਪਿਆ ਅਸੀਂ ਕਰ ਦਿੱਤਾ ਜੀ, ਕਰ ਦਾਂਗੇ, ਤਾਂ ਹੁੰਦਾ ਕੁਝ ਨਹੀਂ। ਬਲਕਾਰ ਜੀ, ਜਿੱਦਾਂ ਖਜ਼ਾਨੇ ਦਾ ਹਾਲ ਹੈ ਨਾ, ਜਿੰਨੇ ਵੀ ਫਜ਼ੂਲ ਦੇ ਖਰਚੇ ਨੇ ਉਹ ਨਹੀਂ ਹੋਣੇ ਚਾਹੀਦੇ। ਜਿਹੜੇ ਕੰਮ ਦੇ ਖਰਚੇ ਨੇ ਉਹੀ ਕਰੋ, ਤਾਂ ਕਿ ਲੋਕਾਂ ਦੀ ਹਾਲਤ ਸਹੀ ਹੋਵੇ, ਕਿਸਾਨਾਂ ਦੀ, ਮਜ਼ਦੂਰਾਂ ਦੀ, ਸਭ ਦੀ ਹਾਲਤ ਸਹੀ ਹੋਵੇ, ਕਿਉਂਕਿ ਸਭ ਨੂੰ ਅਧਿਕਾਰ ਹੈ ਰੋਟੀ ਖਾਣ ਦਾ, ਸਭ ਨੂੰ ਹੱਕ ਹੈ। ਹਾਂਜੀ, ਅਗਲਾ ਮੁੱਦਾ, ਕੇਂਦਰ ਨੇ ਪੰਜਾਬ ਦੇ ਵਿਕਾਸ ਫੰਡ ਤਾਂ ਰੋਕ ਦਿੱਤੇ, ਪਰ ਬਾਕੀ ਸੂਬਿਆਂ ਦੇ ਕਿਉਂ ਨਹੀਂ ਰੋਕੇ? ਗੱਲ ਫਿਰ ਘੁੰਮ ਕੇ ਉੱਥੇ ਹੀ ਆਉਂਦੀ ਪਈ। ਉਹ ਜਿਹੜੀ ਆਪਾਂ ਹੁਣ ਕਰਕੇ ਹਟੇ ਆ ਉਹੀ ਹੈਗਾ, ਜਿਹਦੇ ਵਿੱਚ ਮੈਂ ਗਿਆ ਨਾ, ਕਿ ਜਿਹਦੇ ਵਿੱਚ 16 ਰਾਜ ਜਿਹੜੇ ਹੈਗੇ ਆ, ਉਹਨਾਂ 'ਚ ਆਪੋਜੀਸ਼ਨ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਉਹ 'ਚ ਬੀਜੇਪੀ ਨਹੀਂ ਹੈਗੀ, ਔਰ ਜਿਹਦੇ 'ਚ ਹੁਣੇ ਸਰਦਾਰ ਆਏ ਜਿਹੜੇ ਨੇ, ਉਹਨਾਂ ਦੀ ਕਰਨਾਟਕਾ 'ਚ ਬਣੀ ਹੈਗੇ ਆ, ਹੁਣੇ ਉਹ ਮੰਤਰੀ ਮੰਡਲ ਬਣ ਗਿਆ ਉਹਨਾਂ ਦਾ, ਵਿਧਾਨ ਸਭਾ ਦੀ ਜਿਹੜੀ ਉਹਦੇ 'ਚ ਉਹਨਾਂ ਦੀ ਬੈਠਕ ਹੁੰਦੀ ਆ, ਔਰ ਨਵੀਂ ਸਰਕਾਰ ਉਹ ਬਣੀ ਹੈ। ਹਿਮਾਚਲ ਦੇ ਸਾਡੇ ਨਾਲ ਦੇ 'ਚ ਉੱਥੇ ਨਾ ਦੀ ਨਹੀਂ ਸਰਕਾਰ ਬੀਜੇਪੀ ਦੀ, ਔਰ ਰਾਜਸਥਾਨ 'ਚ ਗਹਿਲੋਤ ਸਾਹਿਬ ਕਾਂਗਰਸ ਵੱਲੋਂ ਬੈਠੇ ਨੇ, ਕਈ ਜਗ੍ਹਾ 'ਤੇ ਇਸ ਤਰ੍ਹਾਂ ਦੀਆਂ ਹੈਗੀਆਂ, ਪਰ ਉੱਥੇ ਉਹਨਾਂ ਨਾਲ ਵੀ ਉਹੀ ਦੁਰਦਸ਼ਾ ਹੋ ਰਹੀ ਹੈ ਜੋ ਪੰਜਾਬ ਨਾਲ ਹੋ ਰਹੀ ਹੈ। ਪੰਜਾਬ ਨੂੰ ਨਹੀਂ ਪੈਸਾ ਮਿਲਿਆ ਤਾਂ ਉਹਨਾਂ ਨੂੰ ਕਿੱਥੋਂ ਮਿਲ ਜਾਣਾ? ਡਬਲ ਇੰਜਨ ਸਰਕਾਰ। ਉਹ ਯੂਪੀ ਜਿਹੜੇ 'ਚ ਜੋਗੀ ਸਾਹਿਬ ਬੈਠੇ ਨੇ, ਉਹਨੂੰ ਡਬਲ ਇੰਜਨ ਕਿਹਾ ਜਾਂਦਾ, ਔਰ ਉੱਥੋਂ ਮੋਦੀ ਸਾਹਿਬ ਉੱਥੋਂ ਜਿੱਤ ਕੇ ਆਉਂਦੇ, ਹਰ ਵਾਰ ਉੱਥੋਂ ਜਿੱਤੇ ਨੇ, ਉੱਥੋਂ ਜਿਹੜਾ ਵਾਰਾਣਸੀ ਦੀ ਏਰੀਆ ਉੱਥੋਂ ਜਿੱਤਦੇ ਆ, ਉਹਨਾਂ ਦਾ ਧਿਆਨ ਉੱਥੇ ਹੈਗਾ, ਉਹਨਾਂ ਨੂੰ ਤਾਂ ਬੁਛਾਰ ਹੁੰਦੀ ਹਰ ਚੀਜ਼ ਦੀ, ਜਿੱਦਾਂ ਝੜੀ ਲੱਗੀ ਹੈ। ਔਰ ਉਸੇ ਤਰ੍ਹਾਂ ਦਾ ਨਾਲ ਮੱਧ ਪ੍ਰਦੇਸ਼ 'ਚ ਵੀ ਹੈਗਾ, ਬਿਹਾਰ 'ਚ ਵੀ ਬੜਾ ਕੁਝ ਮਿਲਦਾ, ਗੁਜਰਾਤ 'ਚ ਵੀ ਬਹੁਤ। ਔਰ ਇਹ ਰਹਿ ਗਏ ਪਛਾਂ ਜਿਹੜੇ ਹੁੰਦੇ ਆ ਨਾ, ਜਦੋਂ ਮਿੱਤੀ, ਦੋਲੀ ਤੇ ਫਾਡੀ। ਮਿੱਤੀ ਹੁੰਦਾ ਪਹਿਲੇ ਨੰਬਰ 'ਤੇ, ਦੋਲੀ ਜਿਹੜੇ ਜਦੋਂ ਖੇਡਦੇ ਬੱਚੇ ਦੂਜੇ 'ਤੇ, ਫਾਡੀ ਪਿਛਲੇ 'ਤੇ, ਆਪਾਂ ਫਾਡੀ ਰਹਿ ਗਏ। ਔਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਉਹਨਾਂ ਨੇ ਕਈਆਂ ਨੇ ਕਰਨੀਆਂ ਵਾ, ਉਹ ਨਹੀਂ ਹੋਣਗੀਆਂ। ਇਸ ਕਰਕੇ ਨਹੀਂ ਹੋਣਗੀਆਂ, ਜਦੋਂ ਸੈਂਟਰ ਨੇ ਨਹੀਂ ਪੈਸਾ ਦੇਣਾ ਤੇ ਸੈਂਟਰ ਤੋਂ ਪੈਸਾ ਆ ਕੇ ਤੇ ਸਾਰਾ ਵਿਕਾਸ ਹੋਣਾ, ਉਹ ਨਹੀਂ ਹੋ ਰਿਹਾ। ਤੀਜਾ ਨੰਬਰ ਹੈਗਾ ਆਰਡੀਨੈਂਸ, ਜਿਹਦੇ 'ਤੇ ਸਾਰੀਆਂ ਜਿੰਨੀਆਂ ਆਪੋਜੀਸ਼ਨ ਦੇ ਉਹਨਾਂ ਦੇ ਨੇਤਾ ਨੇ, ਆਗੂ ਨੇ, ਇਕੱਠੇ ਹੋ ਰਹੇ ਆ, ਉਹ ਵੀ ਉੱਥੋਂ ਹੁਕਮ ਹੋਣਾ, ਹੁਕਮ ਜਿਹੜਾ ਪਾਸ ਹੋਣਾ, ਜੋ ਕਰਨਾ ਵਾ ਹੁਕਮ ਦਿੱਲੀ ਹੋਣਾ, ਚੱਲਣਾ ਪੰਜਾਬ 'ਚ, ਗੁਜਰਾਤ 'ਚ ਤਾਂ ਚੱਲੂਗਾ ਤੇ ਚੱਲੂਗਾ ਹਿਮਾਚਲ 'ਚ, ਬਾਕੀ ਸਾਰੀਆਂ ਸਟੇਟਾਂ 'ਚ ਆਰਡੀਨੈਂਸ ਹੋ ਰਿਹਾ ਕਿ ਪਹਿਲਾਂ ਤਾਂ ਦਿੱਲੀ 'ਤੇ ਲਾਗੂ ਹੋਣਾ। ਦਿੱਲੀ 'ਚ ਜਿਹੜਾ ਉਹ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਉਹ ਸਾਈਨ ਕਰਨ ਵਾਲੇ ਹੋਣਗੇ ਜੇ ਆਰਡੀਨੈਂਸ ਪਾਸ ਹੋ ਗਿਆ। ਤੇ ਇਸੇ ਤਰ੍ਹਾਂ ਦਾ ਹਾਲਾਤ ਬਾਕੀ 29 ਸੂਬੇ ਜਿਹੜੇ ਉਹਨਾਂ 'ਚ ਹੋ ਜਾਊਗਾ, ਔਰ ਬਾਕੀ 16 ਜਿਹੜੇ ਆ ਇਹਨਾਂ 'ਚ ਤੇ ਪੂਰੀ ਜਿਹੜਾ ਮਾਰਗਦਰਸ਼ਨ ਉਹਨਾਂ ਦਾ ਚੱਲੂਗਾ। ਇਹ ਹੁਣ ਸਾਰੇ ਦਾ ਸਾਰਾ ਮਸਲਾ ਜਿਹੜਾ ਹੈਗਾ, ਇਹ ਬਾਹਰਲੇ ਸੂਬੇ ਨਹੀਂ ਗੇ, ਸਾਡੇ ਆਪਣੇ ਭਾਰਤ ਦੇ ਸੂਬੇ ਹੀ ਆ ਜਿਨ੍ਹਾਂ 'ਤੇ ਇਹਨਾਂ ਦਾ ਹੁਕਮ ਚੱਲਣਾ ਕੇਂਦਰ ਦਾ। ਔਰ ਪਹਿਲੋਂ ਕਿਸੇ ਸਰਕਾਰ ਜਿੰਨੀਆਂ ਆਈਆਂ, ਜਦੋਂ 'ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ ਸੀ, ਕਦੀ ਉਹਨਾਂ ਇੱਦਾਂ ਦੀ ਗੱਲ ਹੀ ਨਹੀਂ ਕੀਤੀ। ਔਰ ਉਹ ਸੂਝਵਾਨ ਨੇਤਾ ਐਡੇ ਵੱਡੇ ਹੈਗੇ ਆ, ਉਹਨਾਂ ਦੀ ਕਿਤਾਬਾਂ ਆਕਸਫੋਰਡ ਯੂਨੀਵਰਸਿਟੀ 'ਚ ਲੱਗੀਆਂ, ਪੜ੍ਹੇ ਲਿਖੇ ਹੈਗੇ ਆ, ਔਰ ਉਹ ਘੱਟ ਬੋਲਦੇ ਸੀਗੇ, ਉਹ ਇੱਦਾਂ ਦੇ ਕਾਨੂੰਨ ਨਹੀਂ ਸੀ ਲਿਆਉਂਦੇ ਹੁੰਦੇ। ਔਰ ਉਦੋਂ ਦੀ ਜੇ ਅਸੀਂ ਗੱਲ ਕਰੀਏ, ਅਸੀਂ ਕਾਂਗਰਸ ਦੀ ਗੱਲ ਨਹੀਂ ਕਰਦੇ, ਅਸੀਂ ਪੜ੍ਹੇ ਲਿਖੇ ਨੀਤੀਵਾਨ ਔਰ ਅਰਥ ਸ਼ਾਸਤਰੀ ਦੀ ਗੱਲ ਕਰ ਰਹੇ ਹਾਂ। ਉਹ ਸਾਡੇ ਹੈਗੇ ਡਾਕਟਰ ਮਨਮੋਹਨ ਸਿੰਘ, ਜਿਨ੍ਹਾਂ ਨੇ ਜੋ ਕੁਝ ਕੀਤਾ, ਅਜੇ ਤੱਕ ਵੀ ਲੋਕ ਉਹਨਾਂ ਦਾ ਪਾਣੀ ਭਰਦੇ ਆ ਕਿ ਆਹ ਕੁਝ ਕਰਕੇ ਸਾਡੇ ਲਈ। ਔਰ ਕੋਈ ਪੋਲੀਟੀਕਲ ਗੱਲ ਨਹੀਂ ਉਹਨਾਂ ਨੇ ਕੀਤੀ, ਅਰਥ ਵਿਵਸਥਾ ਨੂੰ ਬੂਸਟ ਕਰਨ ਲਈ ਗੱਲ ਕੀਤੀਆਂ। ਇੱਥੋਂ ਦੀ ਜਿਹੜੀ ਆਰਥਿਕ ਨੀਤੀ ਉਹਨੂੰ ਚੁੱਕਿਆ ਉਹਨਾਂ ਨੇ
ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਕਿ ਆਹ ਸੂਬੇ ਨੂੰ ਘੱਟ ਦੇ ਦਿਓ, ਉਹਨੂੰ ਵੱਧ ਦੇ ਦਿਓ। ਬਿਲੋਂਗ ਪੰਜਾਬ ਨੂੰ ਕਰਦੇ, ਪਰ ਪੰਜਾਬ ਨੂੰ ਉਹਨਾਂ ਨੇ ਕੁਝ ਦਿੱਤਾ ਜਿੰਨਾ ਦੇਣਾ ਚਾਹੀਦਾ ਸੀਗਾ। ਉਹਨਾਂ ਨੇ ਪੈਰਲਲ ਰੱਖਿਆ ਵੀ ਕੱਲ੍ਹ ਨੂੰ ਮੇਰੇ ਤੇ ਨਾ ਹੋਵੇ। ਸਾਰੇ ਸੂਬੇ, ਕਿਉਂਕਿ ਪ੍ਰਧਾਨ ਮੰਤਰੀ ਨੇ, ਉਹਨਾਂ ਲਈ ਉਹ ਵੱਡਾ ਪਰਿਵਾਰ ਹਿੰਦੁਸਤਾਨ ਸੀ, ਉਹਨਾਂ ਨੇ ਉਸੇ ਤਰ੍ਹਾਂ ਦਾ ਕੰਮ ਕੀਤਾ। ਆਹ ਨਹੀਂ ਡਬਲ ਇੰਜਨ ਵਾਲੀ ਗੱਲ ਉਹਨਾਂ ਨੇ ਕੀਤੀ ਜੋ ਹੁਣ ਹੋ ਰਹੀ ਹੈ। ਚਲੋ ਆਪਾਂ ਅੱਗੇ ਚੱਲਦੇ ਹਾਂ। ਜੀ ਜੀ ਆਖਰੀ ਮੁੱਦਾ ਲੈਂਦੇ ਹਾਂ। ਕਰਨਾਟਕ ਸਰਕਾਰ ਵੱਲੋਂ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਰੱਦ ਕਰਨ ਦਾ ਫੈਸਲਾ। ਹਾਲਾਂਕਿ ਸੈਕੂਲਰ ਕੰਟਰੀ ਹੈ ਸਾਡਾ, ਸੰਵਿਧਾਨ ਕਹਿੰਦਾ ਕਿ ਹਰੇਕ ਦਾ ਨਿੱਜੀ ਮਾਮਲਾ ਹੈ ਧਰਮ। ਸੋ ਇਹ ਫੈਸਲਾ ਕੀ ਹੈ, ਫਿਰ ਉਸ ਤੋਂ ਬਾਅਦ ਆਪਾਂ ਸਮਾਪਨ ਕਰੀਏ। ਹਾਂ, ਇਹ ਫੈਸਲਾ ਸੀਗਾ ਪਹਿਲੀ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੇ ਧਰਮ ਪਰਿਵਰਤਨ ਦਾ ਇੱਕ ਉਸੇ ਮੁੱਦਾ ਰੱਖਿਆ ਸੀਗਾ, ਕਾਨੂੰਨ ਬਣ ਰਿਹਾ ਸੀਗਾ, ਉਹਦੇ ਵਿੱਚ ਬਣਿਆ ਸੀ, ਉਹਨੂੰ ਰੱਦ ਕਰ ਲਈ ਇਹਨਾਂ ਨੇ। ਹੁਣ ਆਉਣ ਵਾਲਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਇਹ ਮੁੱਦਾ ਰੱਖ ਲਿਆ। ਜਿਹੜੀ ਕਰਨਾਟਕ ਸਰਕਾਰ ਹੈ ਉਹਨਾਂ ਕਹਿਤਾ ਕਿ ਆਉਣ ਵਾਲੇ ਸਮਿਆਂ ਵਿੱਚ ਅਸੀਂ ਇਹਨੂੰ ਕੈਂਸਲ ਕਰਾਂਗੇ ਔਰ ਇਹਦੇ ਬਕਾਇਦਾ ਤੌਰ 'ਤੇ ਇਹਨੂੰ ਖਤਮ ਕਰ ਦਿੱਤਾ ਜਾਊਗਾ, ਜਿਸ 'ਚ ਸਰਵਰਕਰ ਜੀ ਅਤੇ ਇੱਕ ਇਹਦੇ ਜਿਹੜੇ ਮੁਖੀ ਸੀਗੇ RSS ਦੇ, ਉਹਨਾਂ ਦੀ ਜਿਹੜੀਆਂ ਜੀਵਨੀਆਂ ਤਾਂ ਉਹਨਾਂ ਨੂੰ ਇੱਥੋਂ ਹਟਾਇਆ ਜਾਊਗਾ ਔਰ ਉਹਦੇ ਵਿੱਚ ਕੁਝ ਹੋਰ ਜਿਹੜੀਆਂ ਲੇਖਕ ਜਾਂ ਜਿਹੜੇ ਪੋਲੀਟੀਕਲ ਨੇਤਾ ਨੇ ਉਹਨਾਂ ਨੂੰ ਉੱਥੇ ਰੱਖਿਆ ਜਾਊਗਾ। ਔਰ ਬਕਾਇਦਾ ਤੌਰ 'ਤੇ ਉਹਨਾਂ ਨੇ ਕਹਿਤਾ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਧਰਮ ਨਾਲ ਸੰਬੰਧਿਤ ਨੇ ਉਹਨਾਂ ਚੀਜ਼ਾਂ ਨੂੰ ਦੂਰ ਰੱਖਿਆ ਜਾਊਗਾ। ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਸਾਡਾ ਸੰਵਿਧਾਨ ਹੈਗਾ ਇਹ ਧਰਮ ਨਿਰਪੇਖ ਅਤੇ ਸੈਕੂਲਰ ਇੰਡੀਆ ਹੈਗਾ। ਸੈਕੂਲਰ ਇੰਡੀਆ ਦਾ ਮਤਲਬ ਹੈ ਕਿ ਕੋਈ ਇਸੇ ਧਰਮ ਦੀ ਪ੍ਰਮੁੱਖਤਾ ਨਹੀਂ ਹੈਗੀ। ਅਸੀਂ ਸਾਰੇ ਭਾਰਤੀ ਹਾਂ, ਅਸੀਂ ਸਾਰੇ ਇੰਡੀਅਨ ਹਾਂ, ਹਿੰਦੁਸਤਾਨੀ ਹਾਂ। ਔਰ ਇਸ ਕਰਕੇ ਇਹਨਾਂ ਨੇ ਕਹਿਤਾ ਕਿ ਇਹਨੂੰ ਅਸੀਂ ਦੂਰ ਰੱਖਾਂਗੇ। ਔਰ ਕਾਂਗਰਸ ਦੀ ਸਰਕਾਰ ਹੋਣ ਕਰਕੇ ਹੈਗਾ, ਦੇਖੋ ਜਿੱਥੇ ਇਹਨਾਂ ਦੀਆਂ ਸਰਕਾਰਾਂ ਗਈਆਂ ਉੱਥੇ ਇਹਨਾਂ ਦਾ ਧਰਮ ਦਾ ਝੰਬੇਲਾ ਆ ਜਾਂਦਾ। ਧਰਮ ਤਾਂ ਇਨਸਾਨ ਦਾ ਧਰਮ ਹੈਗਾ, ਇਨਸਾਨ ਇੱਕ ਤਰ੍ਹਾਂ ਦਾ ਹੈਗਾ, ਗੋਡ ਇਜ਼ ਵਨ ਦਾ ਧਰਮ ਹੈਗਾ। ਪਰ ਜੇ ਅਸੀਂ ਪੋਲੀਟੀਕਲ ਤੌਰ 'ਤੇ ਵੰਡੀਏ ਧਰਮਾਂ ਨੂੰ ਤਾਂ ਇਹ ਗੱਲ ਗਲਤ ਹੈਗੀ ਆ। ਧਰਮ ਨੂੰ, ਇਸ਼ਟਾਂ ਨੂੰ ਆਪਣਿਆਂ ਨੂੰ ਪੂਜੋ ਔਰ ਉਹਨਾਂ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਮਾਣ ਕਰੋ ਔਰ ਸਵੈਮਾਨ ਕਰੋ। ਪਰ ਇਹਦਾ ਇਹ ਨਹੀਂ ਹੈਗਾ ਕਿ ਪੋਲੀਟੀਕਲ ਜਿਹੜੀ ਆ ਨੀਤੀ ਉਹਨਾਂ ਦੇ ਵਿੱਚ ਵਾੜ ਦਿਓ ਕਿ ਉਹਨਾਂ ਨੂੰ ਡਿਸਕਸ ਕਰੋ ਜੀ ਆਹ ਸਾਡੇ ਨੇਤਾ ਸੀ, ਇਹਨਾਂ ਨੇ ਆਹ ਕਿਹਾ ਸੀਗਾ, ਧਰਮ ਬਾਰੇ ਆਹ ਕਿਹਾ ਸੀਗਾ। ਧਰਮ ਨੂੰ ਤਾਂ ਕਹਿੰਦੇ ਰਿਲੀਜਨ ਇਜ਼ ਏ ਓਪੀਅਮ, ਧਰਮ ਅਫੀਮ ਹੁੰਦਾ, ਜਿੱਥੇ ਮਰਜ਼ੀ ਲਾ ਦਿਓ ਉਹੀ ਨਸ਼ਾ ਚੜਿਆ ਰਹੂਗਾ। ਔਰ ਸਾਰੇ ਸੂਝਵਾਨਾਂ ਨੇ ਕਿਹਾ ਹੈਗਾ। ਪਰ ਜਿਹੜੇ ਧਰਮ ਨੂੰ ਰਾਜਨੀਤੀ 'ਚ ਵਾੜ ਦਿੱਤਾ, ਉਹ ਦੇਸ਼, ਉਹ ਸਾਰਾ ਕੁਝ, ਉਹ ਦੁਨੀਆ, ਉੱਥੋਂ ਦੀ ਜਮਾਤਾਂ, ਉੱਥੋਂ ਦੇ ਗਰੁੱਪ ਨਹੀਂ ਬਚ ਸਕਦੇ। ਇਹ ਗਲਤ ਹੋ ਜਾਊਗਾ। ਧਰਮ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ। ਸਹੀ ਗੱਲ, ਉਹੀ ਸਾਰੇ ਗੱਲ ਕਹਿੰਦੇ ਨੇ। ਹਾਂ, ਚਲੋ ਹੁਣ ਆਪਾਂ ਗੱਲ ਕਰੀਏ ਮੌਸਮ ਦੀ। ਜੀ, ਪੰਜਾਬ ਦੇ ਵਿੱਚ ਮੌਸਮ ਕਾਫੀ ਸੁਹਾਵਣਾ ਵੀ ਹੋ ਜਾਂਦਾ, ਲਾਈਟ ਦੇ ਕੱਟ ਵੀ ਕਾਫੀ ਹੁੰਦੇ ਨੇ ਤੇ ਫਿਰ ਗਰਮੀ ਵੀ ਹੋ ਜਾਂਦੀ ਹੈ। ਤੇ ਉਧਰ ਗੁਜਰਾਤ ਦੇ ਵਿੱਚ ਤੂਫਾਨ ਆਇਆ, ਉਹਨੇ ਬਹੁਤ ਜ਼ਿਆਦਾ ਬਰਬਾਦੀ ਕੀਤੀ ਹੈ। ਸੋ ਇਹ ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਪਿਆ ਕਿ ਕਿਸ ਪਾਸੇ ਕੀ ਵਰਤਾਰਾ ਹੁੰਦਾ ਪਿਆ। ਅਜੇ ਬੰਗਾਲ ਦੀ ਖਾੜੀ 'ਚ ਹੀ ਮੌਨਸੂਨ ਹੈ, ਪ੍ਰੀ ਮੌਨਸੂਨ ਨਹੀਂ ਆਈਆਂ ਤੇ ਉਦੋਂ ਪਹਿਲਾਂ ਵੀ ਐਸਾ ਕੁਝ ਹੋ ਗਿਆ ਕਿ ਮੀਂਹ ਕਦੇ ਵੀ ਤੁਸੀਂ ਜੂਨ ਦੇ ਮਹੀਨੇ 'ਚ ਇੰਨਾ ਭਾਰੀ ਬਾਰਿਸ਼ ਨਹੀਂ ਸੀ ਕਦੀ ਵੇਖੀ ਔਰ ਇੰਨੀ ਤੇਜ਼ ਹਵਾਵਾਂ ਕਦੀ ਨਹੀਂ ਸੀ ਵੇਖੀਆਂ, ਜਿਹਦੇ ਨਾਲ ਵੱਡੇ ਵੱਡੇ ਬੋਰਡ ਤੇ ਪਿੱਪਲ ਪੁੱਟੇ ਗਏ ਔਰ ਉਹਦੇ ਨਾਲ ਕਈ ਮਕਾਨ ਵੀ ਟੁੱਟ ਗਏ। ਬਾਰਿਸ਼ ਨਾਲ ਗਰੀਬ ਵਿਚਾਰੇ ਜਿਹੜੇ ਕੱਚੇ ਕੋਠਿਆਂ ਵਾਲੇ ਉਹ ਵੀ ਵਿਚਾਰੇ ਮਾਰੇ ਗਏ। ਬੜਾ ਨੁਕਸਾਨ ਹੋਇਆ ਪੰਜਾਬ ਵਿੱਚ, ਨਾਲ ਦੂਜੇ ਸੂਬਿਆਂ ਵਿੱਚ ਵੀ ਹੈ। ਤੀਜੀ ਗੱਲ, ਗੁਜਰਾਤ ਦੇ ਵਿੱਚ ਜਿਹੜਾ ਹੁਣੇ ਪਤਾ ਲੱਗਾ, ਉਹ 'ਚ ਸੈਂਟਰ ਗੌਰਮੈਂਟ ਨੇ ਸਾਰਿਆਂ ਨੂੰ ਅਲਰਟ ਕਰ ਦਿੱਤਾ ਸੀਗਾ। ਮੰਤਰੀ ਮੰਡਲ ਦੇ ਵਿੱਚ ਬੜੀ ਹੰਗਾਮੀ ਮੀਟਿੰਗ ਵੀ ਹੋਈ ਸੀ ਕਿ ਸਾਰੇ ਇਕੱਠੇ ਹੋ ਜਾਓ ਤਾਂ ਕਿ ਜਿਹੜਾ ਸਮੁੰਦਰੀ ਤੱਟ ਦੇ ਨਾਲ ਇਹ ਜਿਸ ਤਰ੍ਹਾਂ ਦਾ ਤੂਫਾਨ ਆਊਗਾ ਇਹਦੇ ਵਿੱਚ ਬੜਾ ਜ਼ਿਆਦਾ ਨੁਕਸਾਨ ਹੋਊਗਾ। ਔਰ ਬਾਕਾਇਦਾ ਤੌਰ 'ਤੇ ਉਹ ਟੈਂਪੈਸਟ ਆਇਆ ਵੀ ਔਰ ਉਹਦੇ ਨਾਲ ਸਾਰਾ ਕੁਝ ਨੁਕਸਾਨ ਝੱਲਿਆ ਵੀ ਲੋਕਾਂ ਨੇ। ਔਰ ਇਹ ਜਿਹੜਾ ਜੂਨ ਦੇ ਮਹੀਨੇ 'ਚ ਕਦੀ ਇਸ ਤਰ੍ਹਾਂ ਦਾ ਨਹੀਂ ਹੋਇਆ। ਗੜੇਮਾਰ ਵੀ ਹੋਈ ਹੈ ਔਰ ਇੰਨਾ ਗੜਾ ਪਿਆ ਵਾ, ਜ਼ਮੀਨ ਚਿੱਟੀ ਹੋ ਗਈ ਆ। ਜ਼ਮੀਨ ਦੀ ਇੱਕ ਇੰਚ ਜਿਹੜਾ ਪੂਰੇ ਦਾ ਪੂਰਾ ਚਿੱਟਾ ਗਿਆ, ਇੰਨੇ ਗੜੇ ਪਏ ਆ। ਔਰ ਉਹਦੇ ਨਾਲ ਮੌਸਮ ਦੀ ਹਲਚਲ ਵੀ ਹੋ ਗਈ। ਮੌਸਮ 40 ਤੋਂ ਬਾਅਦ 21-22 'ਤੇ ਆ ਗਿਆ, ਇੰਨਾ ਠੰਡਾ ਹੋ ਗਿਆ। ਜਦੋਂ ਲੋਕ ਨਹਾਉਂਦੇ ਸੀ ਫਿਰ ਠੰਡ ਲੱਗਦੀ ਸੀ ਲੋਕਾਂ ਨੂੰ, ਵੀ ਪਾਣੀ ਠੰਡਾ ਇੰਨਾ ਜ਼ਿਆਦਾ ਹੋ ਗਿਆ। ਕਿੱਥੇ ਤਪਦਾ ਸੀ, ਕਿੱਥੇ ਉਬਲਣ ਲੱਗ ਪਿਆ ਸੀ ਪਾਣੀ, ਤੇ ਕਿੱਥੇ ਪਾਣੀ ਬਿਲਕੁਲ ਜੱਕ ਠੰਡਾ ਹੋ ਗਿਆ। ਔਰ ਛੋਟੇ ਛੋਟੇ ਬੱਚੇ ਉਹ ਕਹਿੰਦੇ ਨੇ ਕਿ ਗਰਮੀ ਦੀਆਂ ਛੁੱਟੀਆਂ ਨੇ, ਲੱਗੀ ਠੰਡ ਜਾਂਦੀ ਹੈ, ਪਤਾ ਨਹੀਂ ਲੱਗਦਾ ਗਰਮੀ ਦੀਆਂ ਛੁੱਟੀਆਂ ਨੇ ਕਿ ਸਰਦੀ ਦੀਆਂ ਛੁੱਟੀਆਂ ਨੇ। ਕਿਉਂਕਿ ਮੌਸਮ ਨਾਲ ਇੰਨੀ ਛੇੜਖਾਨੀ ਅਸੀਂ ਕੀਤੀ ਹੈ ਕੁਦਰਤ ਦੇ ਨਾਲ ਕਿ ਮੌਸਮ ਇੱਦਾਂ ਬਦਲਦਾ ਹੈ, ਤਬਦੀਲ ਹੁੰਦਾ ਹੈ ਔਰ ਤਬਾਹੀ ਆਉਂਦੀ ਹੈ। ਔਰ ਜਦੋਂ ਵੀ ਤਬਾਹੀ ਆਉਂਦੀ ਹੈ, ਕੁਦਰਤੀ ਆਫਤਾਂ ਹੁੰਦੀ ਆ, ਉਹਦੇ 3 ਪੜਾਅ ਹੁੰਦੇ ਨੇ। ਪਹਿਲਾਂ ਤਾਂ ਅਸੀਂ ਜਿਹੜੀ ਪਹਿਲਾਂ ਤੋਂ ਤਿਆਰੀ ਕੀਤੀ ਹੋਈ ਆ ਕਿ ਕੁਦਰਤੀ ਆਫਤਾਂ ਆਉਣੀ ਹੈ ਤੇ ਅਸੀਂ ਕਿੱਦਾਂ ਤਿਆਰ ਹੈਗੇ ਆ, ਉਹ ਪੜਾਅ। ਦੂਜਾ ਪੜਾਅ ਜਦੋਂ ਕੁਦਰਤੀ ਆਫਤਾਂ ਆ ਗਈ, ਅਸੀਂ ਕਿੱਦਾਂ ਨਜਿੱਠਦੇ ਪਏ ਆ ਉਸ ਦੌਰਾਨ, ਜਦੋਂ ਕੁਦਰਤੀ ਆਫਤਾਂ ਹਜੇ ਆਪਣਾ ਸਾਰਾ ਜ਼ੋਰ ਦਿਖਾਉਂਦੀ ਪਈ ਹੈ। ਤੀਸਰਾ ਪੜਾਅ ਜਦੋਂ ਕੁਦਰਤੀ ਆਫਤਾਂ ਚਲੇ ਗਈ, ਪਿੱਛੇ ਜਿਹੜੀ ਤਬਾਹੀ ਛੱਡ ਕੇ ਗਈ ਹੈ, ਉਹਨੂੰ ਸਮੇਟਣਾ ਕਿਵੇਂ, ਸੰਭਾਲਣਾ ਕਿਵੇਂ, ਠੀਕ ਕਿਵੇਂ ਕਰਨਾ। ਇਹ ਤਿੰਨੋਂ ਪੜਾਅ ਦੇ ਉੱਤੇ ਸਾਡੀ ਸਰਕਾਰ ਕੰਮ ਕਰਦੀ ਪਈ ਹੈ। ਪਰ ਕੁਦਰਤ ਦੇ ਅੱਗੇ ਵਸ ਨਹੀਂ ਚੱਲਦਾ।
ਦੇਖੋ ਜਦੋਂ ਉਹਦੇ ਛੁੱਟੀਆਂ ਹੁੰਦੀਆਂ ਨਾ ਤੇ ਬੱਚੇ ਹੱਸਦੇ ਖੇਡਦੇ ਨਾਨਕਿਆਂ ਨੂੰ ਜਾਂਦੇ, ਬੜਾ ਕੁਝ ਜਾਂਦੇ ਆ। ਪਰ ਇੱਕ ਸ਼ਾਇਰ ਨੇ ਲਿਖਿਆ ਇਹਦੇ ਬਾਰੇ ਕਿ ਗਰਮੀਆਂ ਦੀਆਂ ਛੁੱਟੀਆਂ ਤੇ ਮੌਸਮ ਹੈ ਸੁਨਸਰਾਂ, ਗਰਮੀਆਂ ਦੀਆਂ ਛੁੱਟੀਆਂ ਤੇ ਮੌਸਮ ਹੈ ਸੁਨਸਰਾਂ, ਜਿਉਂ ਵਸੀਅਤ ਕੋਈ ਕਰ ਗਿਆ ਖੰਜਰ ਮੇਰੀ ਜ਼ਿੰਦਗੀ ਦੇ ਨਾਂ। ਕਿ ਮੈਂ ਤਾਂ ਖੁਸ਼ੀ ਦੇ ਮਾਹੌਲ 'ਚ ਰਹਿਣਾ ਚਾਹੁੰਦਾ, ਪਰ ਜਦੋਂ ਤਬਾਹੀ ਹੁੰਦੀ ਆ, ਜਦੋਂ ਲੋਕ ਵਸਦੇ ਰਸਦੇ ਉੱਜੜ ਜਾਂਦੇ ਆ, ਹੈ ਨਾ, ਘਰਾਂ 'ਚ ਵਿੱਚ ਤੁਹਾਡੇ ਚੀਕਾਂ ਵੱਜਦੀਆਂ ਨਜ਼ਰ ਆਉਂਦੀਆਂ, ਜਿਹਨਾਂ ਦੇ ਮਕਾਨ ਡਿੱਗ ਪੈਂਦੇ ਆ, ਤੇ ਫਿਰ ਕਹਿੰਦੇ ਕੋਈ ਖੰਜਰ ਵਸੀਅਤ ਕਰ ਗਿਆ ਮੇਰੀ ਜ਼ਿੰਦਗੀ ਦੇ ਨਾਂ। ਗਰਮੀਆਂ ਦੀਆਂ ਛੁੱਟੀਆਂ ਤੇ ਮੌਸਮ ਹੈ ਸੁਨਸਰਾਂ, ਜਦੋਂ ਬੇਰੁੱਤੀ ਮੌਸਮ ਦੇ ਵਿੱਚ ਗੜੇ ਪੈਣੇ, ਫਸਲਾਂ ਤਬਾਹ ਹੋਣੀਆਂ, ਬੜਾ ਕੁਝ ਹੋਣਾ, ਉਹ ਫਿਰ ਤੁਹਾਡੀ ਜਿਹੜੀ ਆ ਫੇਵਰ 'ਚ ਨਹੀਂ ਜਾਂਦੀ ਗੱਲ। ਹੁਣ ਜਿਹੜਾ ਤੂਫਾਨ ਗੁਜਰਾਤ 'ਚ ਆ ਗਿਆ, ਬੱਚੇ ਤਾਂ ਉੱਥੇ ਖੁਸ਼ੀਆਂ ਮਨਾ ਰਹੇ ਸੀ, ਛੁੱਟੀਆਂ ਸੀਗੀਆਂ, ਘਰਾਂ 'ਚ ਆ ਰਹੇ ਸੀਗੇ, ਤਾਂ ਉੱਥੇ ਚੀਕ ਚਹਾੜਾ ਰੋਣਾ ਪੈ ਗਿਆ। ਇਹ ਗੱਲਾਂ ਸਾਰੀਆਂ ਸ਼ਾਇਰ ਆਪਣੀ ਕਲਮ ਨਾਲ ਬਿਆਨ ਤਾਂ ਕਰ ਹੀ ਜਾਂਦੇ ਆ, ਪਰ ਲੋਕਾਂ ਨੂੰ ਚੰਗੀਆਂ ਵੀ ਲੱਗਦੀਆਂ। ਬਿਲਕੁਲ ਠੀਕ ਕਹਿੰਦੇ ਹੋ ਜੀ। ਤੇ ਤੁਹਾਨੂੰ ਵੀ ਕੀ ਚੰਗਾ ਲੱਗਦਾ, ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਜੀ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲੀਏ। ਜੀ ਜ਼ਰੂਰ ਜ਼ਰੂਰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ।